ਖੱਟਰ ਸਾਹਿਬ ਨਾਲ ਕਹਿੰਦੇ ਬੜੇ ਨੇੜਲੇ ਸੰਬੰਧ ਨੇ। ਖੱਟਰ ਇਸ ਸਾਹਿਬ ਫੈਸਲੇ 'ਚ ਕਹਿੰਦੇ ਦਾਦੂਵਾਲ ਸਾਹਿਬ ਨੇ ਆਪਣਾ ਜ਼ੋਰ ਚਲਾਇਆ ਤੇ ਬੀਜੇਪੀ ਦੀ ਸਰਕਾਰ ਹੋਣ ਕਰਕੇ ਫੈਸਲਾ ਆਇਆ ਇਹ। ਪਰ ਹਿੰਦੂ ਰਾਸ਼ਟਰ ਦੀ ਗੱਲ ਤਾਂ ਪ੍ਰਧਾਨ ਮੰਤਰੀ ਵੀ ਕਰ ਚੁੱਕੇ, ਸਾਰੇ ਹੀ ਕਰਦੇ ਆ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ। ਬੀਜੇਪੀ ਚਲਾ ਰਹੀ ਹੈ ਤੁਹਾਨੂੰ। 2 ਦਿਨ ਪਹਿਲਾਂ ਆਰਐਸਐਸ ਚੀਫ ਦਾ ਬਿਆਨ ਹੈ ਕਿ ਭਾਰਤ 'ਚ ਰਹਿਣ ਵਾਲਾ ਹਰ ਬੰਦਾ ਹੀ ਹਿੰਦੂ ਹੈ। ਇਸ ਬਿਆਨ ਨਾਲ ਫਿਰ ਸਹਿਮਤ ਹੋ ਤੁਸੀਂ? ਬਹੁਤ ਸਾਰੇ ਜਿਹੜੇ ਆਗੂ ਹਿੰਦੂ ਧਰਮ ਦੇ ਵੀ ਬਹਿੰਦੇ ਆ, ਗੈਰ ਸਿੱਖ ਵੀ ਬਹਿੰਦੇ, ਗੱਲਬਾਤ ਹੁੰਦੀ ਆ। ਮੇਰੇ ਕੋਲ ਤਾਂ ਕਦੇ ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਜਿਹੜਾ ਹੈਗਾ ਹਿੰਦੂ ਰਾਸ਼ਟਰ ਬਣਾਉਣਾ ਜਾਂ ਸਾਰੇ ਹਿੰਦੂ ਆ। ਤੁਸੀਂ ਇਸ ਬਿਆਨ ਦੇ ਵਿਰੋਧ 'ਚ ਕਦੇ ਬੋਲੋਗੇ ਕਿ ਹਿੰਦੂ ਰਾਸ਼ਟਰ ਨਹੀਂ ਹੈ ਇਹ ਸਰਬ ਸਾਂਝਾ ਹੈ? ਤਾਂ ਆਮ ਤੌਰ ਤੇ ਜਦੋਂ ਇਹ ਕਹਿ ਦਿੰਦੇ ਆ ਵੀ ਆਰਐਸਐਸ ਨੁਕਸਾਨ ਕਰ ਰਹੀ ਹੈ ਜਾਂ ਸਿੱਖਾਂ ਤੇ ਹਮਲਾ ਕਰ ਰਹੀ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਦੇਖੋ ਬਹੁਤ ਗੱਲਾਂ ਤੁਹਾਡੇ ਇਤਿਹਾਸ ਦੇ ਨਾਲ ਛੇੜਖਾਨੀ ਹੁੰਦੀ ਹੈ, ਤੁਹਾਡੀਆਂ ਕਿਤਾਬਾਂ ਨਾਲ ਛੇੜਖਾਨੀ ਹੁੰਦੀ ਹੈ, ਉਹਦੇ ਪਿੱਛੇ ਆਰਐਸਐਸ ਨਹੀਂ ਹੁੰਦੀ? ਇੱਥੇ ਕਿਤੇ ਕੋਈ ਹੋਈ ਹੈ, ਲਿਆਓ ਮੇਰੇ ਸਾਹਮਣੇ, ਮੈਨੂੰ ਦਿਖਾਓ ਵੀ ਆਰਐਸਐਸ ਨੇ ਆਹ ਗ੍ਰੰਥ ਲਿਖਿਆ ਤੇ ਉਹਨਾਂ ਨੇ ਆਹ ਗੱਲ ਕਹਿਤੀ ਹੈ। ਤੁਹਾਨੂੰ ਲੱਗਦਾ ਬੀਜੇਪੀ ਦੀ ਸਿੱਖਾਂ ਪ੍ਰਤੀ ਨੀਅਤ ਚੰਗੀ ਹੈ? ਮੇਰੀ ਅੱਜ ਤੱਕ ਕਦੇ ਅਮਿਤ ਸ਼ਾਹ ਜੀ ਨਾਲ, ਹੋਮ ਮਿਨਿਸਟਰ ਨਾਲ ਮੀਟਿੰਗ ਨਹੀਂ ਹੋਈ, ਨਾ ਪ੍ਰਧਾਨ ਮੰਤਰੀ ਸਾਹਿਬ ਨਾਲ ਫੋਨ ਤੇ ਵੀ ਗੱਲ ਨਹੀਂ ਹੋਈ? ਨਾ ਕਦੇ ਫੋਨ ਤੇ ਮੇਰੀ ਗੱਲ ਹੋਈ ਹੈ। ਲੋਕ ਤਾਂ ਸੋਚਦੇ ਕਿ ਤੁਸੀਂ ਬੰਦੇ ਹੀ ਉਹਨਾਂ ਦੇ ਹੋ, ਤੁਸੀਂ ਕਹਿ ਰਹੇ ਹੋ ਮੇਰੀ ਫੋਨ ਤੇ ਗੱਲ ਨਹੀਂ ਹੋਈ। ਬਹੁਤ ਕੁਝ ਸੋਚਿਆ ਜਾਂਦਾ। ਪੰਥ ਦੀ ਅਕਸਰ ਕਨਫਲਿਕਟ ਆਈਡੀਓਲੋਜੀਕਲ ਰਹੀ ਹੈ ਆਰਐਸਐਸ ਦੇ ਨਾਲ। ਤੁਹਾਨੂੰ ਹੁਣ ਨਹੀਂ ਲੱਗਦਾ ਕਿ ਜਦੋਂ ਤੁਸੀਂ ਬੀਜੇਪੀ ਦੇ ਨਾਲ ਆ ਕੇ ਖੜਦੇ ਹੋ ਜਾਂ ਉਹਨਾਂ ਦਾ ਸਾਥ ਲੈਂਦੇ ਹੋ ਤਾਂ ਇੱਕ ਤਰ੍ਹਾਂ ਦਾ ਆਰਐਸਐਸ ਦੀ ਸਪੋਰਟ ਕਰ ਰਹੇ ਹੋ ਤੁਸੀਂ? ਖਾਲਿਸਤਾਨ ਬਾਰੇ ਕੀ ਸੋਚਦੇ ਹੋ? ਇੱਥੇ ਰਹਿਣਾ ਚਾਹੁੰਦੇ ਆ, ਬਰਾਬਰਤਾ ਨਾਲ ਰਹਿਣਾ ਚਾਹੁੰਦੇ, 2 ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਚਾਹੁੰਦੇ। ਮੇਰੇ ਤਾਂ ਤੁਸੀਂ ਵੱਖਰਾ ਮੁਲਕ ਨਹੀਂ ਮੇਰੇ ਤੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਆ। ਅਮਰਤਪਾਲ ਸਿੰਘ ਇੱਕ ਨੌਜਵਾਨ ਵਾਰਿਸ ਪੰਜਾਬ ਦੇ ਵਾਲੇ ਆਏ ਹੋ, ਇਸ ਨੌਜਵਾਨ ਬਾਰੇ ਤੁਹਾਡਾ ਓਪੀਨੀਅਨ ਕੀ ਹੈ? ਅੱਜ ਦੇ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਗੈਂਗਸਟਰਸ ਨੂੰ ਕਹਿ ਰਹੇ ਆ ਕਿ ਨਾਲ ਆਉਣ, ਉਹਨਾਂ ਦੇ ਮੁੱਖ ਧਾਰਾ 'ਚ ਆ ਜਾ। ਕੀ ਆਰਐਸਐਸ ਬੀਜੇਪੀ ਅੱਜ ਜਦੋਂ ਇਹਨਾਂ ਦਾ ਅਲਾਈਅੰਸ ਟੁੱਟਾ ਉਦੋਂ ਮਾੜੀ ਹੋਈ ਆ? ਇਹਨਾਂ ਨੇ ਤਾਂ ਸਾਰਾ ਕੁਝ ਉਹਨਾਂ ਨਾਲ ਹੰਢਾਇਆ ਵਾ। ਪ੍ਰਧਾਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਜ਼ਿੰਮੇਦਾਰ ਹੋਊਗਾ ਆਪਣਾ ਆਪ, ਜੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਵਾਲਾ ਬੰਦਾ ਗੁਰੂ ਘਰਾਂ 'ਚ ਵੜਿਆ ਹੁਣ ਤਾਂ। ਨਲਵੀ ਸਾਹਿਬ ਮੇਰੇ ਨਾਲ ਇੰਟਰਵਿਊ ਕਰਕੇ ਗਏ, ਕਹਿੰਦੇ ਧੱਕੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਬਣ ਕੇ ਬੈਠੇ। ਸਰਦਾਰ ਨਲਵੀ ਸਾਹਿਬ ਦੀ ਵੋਟ ਵੀ ਮੇਰੇ ਹੱਕ ਵਿੱਚ ਭੁਗਤੀ ਸੀ। ਅੱਜ ਉਹਨਾਂ ਦੇ ਵਿਚਾਰ ਕਿਉਂ ਬਦਲ ਗਏ ਤਾਂ ਉਹੀ ਦੱਸ ਸਕਦੇ। 10 ਬੰਦੇ ਆ ਕਹਿੰਦੇ ਸਿਰਫ ਤੁਹਾਡੇ ਨਾਲ, ਫਿਰ ਵੀ ਕਾਬਜ਼ ਹੋ ਕੇ ਬੈਠੇ ਹੋ, ਮੈਜੋਰਟੀ ਉਹਨਾਂ ਵੱਲ ਹੈ। ਸੰਗਤ ਨੂੰ ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਪ੍ਰਧਾਨ ਕੌਣ ਹੈ। ਰੋਜ਼ ਅਖਬਾਰ 'ਚ ਨਵਾਂ ਬਿਆਨ ਹੁੰਦਾ ਹੈ, ਪ੍ਰਧਾਨ ਹੈ ਕੌਣ ਹੁਣ? ਇਹ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਹੈ, ਅਜੇ ਤਾਂ ਹੁਣ ਅਪਰੂਵ ਹੋਈ ਹੈ, ਬਣੀ ਨੂੰ ਖੈਰ ਬਹੁਤ ਸਾਲ ਹੋ ਗਏ ਸੀਗੇ। ਇਹ ਬਹਿ ਕੇ ਕਿਉਂ ਨਹੀਂ ਨਿਬੇੜਿਆ ਜਾ ਰਿਹਾ? ਹਰ ਰੋਜ਼ ਬਿਆਨਬਾਜ਼ੀਆਂ, ਜਲੂਸ ਤਾਂ ਕੌਮ ਦਾ ਨਿਕਲਦਾ ਇਹਨਾਂ ਗੱਲਾਂ 'ਚ। ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਪੰਥ ਦੇ ਮੌਜੂਦਾ ਮਸਲਿਆਂ ਬਾਰੇ ਅੱਜ ਗੱਲਬਾਤ ਕਰਾਂਗੇ। ਭਾਈ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਨੇ। ਬਹੁਤ-ਬਹੁਤ ਸਵਾਗਤ ਹੈ ਜੀ ਔਨ 에ਅਰ ਤੇ। ਧੰਨਵਾਦ ਜੀ ਸਿਮਰਨਜੋਤ ਸਿੰਘ ਜੀ, ਤੁਹਾਡਾ, ਤੁਹਾਡੀ ਟੀਮ ਦਾ ਤੇ ਸਾਰੀਆਂ ਸੰਗਤਾਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਕਹਿੰਦਾ ਹੈ ਕਿ ਪੰਥ ਨੂੰ 2 ਫਾੜ ਕਰਨ ਦੀ ਕੋਸ਼ਿਸ਼ ਹੈ, ਕੋਰਟ ਦੇ ਫੈਸਲੇ ਨੂੰ ਨਹੀਂ ਮੰਨਦੇ, ਜੱਜ ਜਾਣਬੁੱਝ ਕੇ ਐਸੇ ਫੈਸਲੇ ਸੁਣਾ ਰਹੇ ਹੈ ਜਿਹਦੇ ਨਾਲ ਕੌਮ 2 ਫਾੜ ਹੋਵੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਕੌਮ ਕੁਛ ਵੀ ਨਹੀਂ ਵੰਡਿਆ ਗਿਆ, ਨਾ ਤਾਂ ਅਕਾਲ ਤਖਤ ਸਾਹਿਬ ਵੰਡਿਆ ਗਿਆ, ਨਾ ਦਰਬਾਰ ਸਾਹਿਬ ਵੰਡਿਆ ਗਿਆ, ਨਾ ਗੁਰੂ ਵੰਡਿਆ ਗਿਆ, ਨਾ ਸਿਧਾਂਤ ਵੰਡੇ ਗਏ ਆ। ਸਾਰਾ ਕੁਝ ਉਹੀ ਆ। ਜੇ ਵੰਡੀ ਗਈ ਤਾਂ ਸਿਰਫ ਗੋਲਕ ਵੰਡੀ ਗਈ ਆ ਕਿ ਜਿਹੜੀ ਉਹਨਾਂ ਕੋਲੇ ਜਾਂਦੀ ਸੀ ਤੇ ਹੁਣ ਨਹੀਂ ਜਾਣੀ, ਉਹ ਹਰਿਆਣੇ ਦੇ ਵਿੱਚ ਜਿਹੜੀ ਆ ਉਹ ਖਰਚ ਹੋਏਗੀ। ਮਾਇਆ ਦਾ ਮਸਲਾ ਹੈ ਜੀ ਸਾਰਾ ਉਹਨਾਂ ਦਾ ਤਾਂ ਸਿਰਫ ਇਹੀ ਹੈ ਜਿਹੜਾ ਉਹ, ਪਰ ਉਹ ਬਣਾ ਕੇ ਇਸ ਨੂੰ ਪੰਥਕ ਮਸਲਾ ਪੇਸ਼ ਕਰ ਰਹੇ। ਤੁਹਾਡੇ ਵਾਸਤੇ ਕੀ ਹੈ? ਸਾਡੇ ਵਾਸਤੇ ਤਾਂ ਸੇਵਾ ਸੰਭਾਲ ਦਾ ਮਸਲਾ ਹੈ। ਅਸੀਂ ਅਕਾਲ ਤਖਤ ਨੂੰ ਸਮਰਪਿਤ ਸਿੱਖ ਹਾਂ, ਦਰਬਾਰ ਸਾਹਿਬ ਨੂੰ ਸਮਰਪਿਤ ਸਿੱਖ ਹਾਂ। ਮੈਂ ਇੱਕ ਗੱਲ ਦਾ ਜਵਾਬ ਉਹਨਾਂ ਤੋਂ ਚਾਹੁੰਦਾ ਕਿ ਉਹ ਦੱਸਣ ਹਰਿਆਣੇ 'ਚ ਸਿੱਖ ਨਹੀਂ ਵੱਸਦੇ। ਜੇ ਤਾਂ ਕੋਰਟਾਂ ਨੇ, ਅਦਾਲਤਾਂ ਨੇ ਗੈਰ ਸਿੱਖਾਂ ਦੇ ਹੱਥ ਪ੍ਰਬੰਧ ਦੇ ਦਿੱਤਾ ਹੋਵੇ, ਫਿਰ ਤਾਂ ਕਿਹਾ ਜਾ ਸਕਦਾ ਵੀ ਸਾਡੇ ਗੁਰਦੁਆਰੇ ਗੈਰ ਸਿੱਖਾਂ ਨੂੰ ਦੇ ਦਿੱਤੇ ਆ। ਜਦੋਂ ਗੁਰੂ ਕੇ ਸਿੱਖ ਔਰ ਉਹੀ ਸਿੱਖ ਨੇ ਜਿਹੜੇ ਪਹਿਲਾਂ ਉਹਨਾਂ 'ਚ ਵੀ ਨੁਮਾਇੰਦਗੀ ਕਰਦੇ ਰਹੇ ਆ, ਉਹੀ ਸਿੱਖ ਨੇ ਜਿਨ੍ਹਾਂ ਨੂੰ ਉੱਥੇ ਗਿਆ ਨੂੰ ਮਾਨ ਸਨਮਾਨ ਦਿੰਦੇ ਸੀ। ਤੇ ਜੇ ਅੱਜ ਉਹਨਾਂ ਨੇ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਆ ਤੇ ਕੋਰਟ ਨੇ ਉਹਦੇ ਤੇ ਮੋਹਰ ਲਾ ਦਿੱਤੀ ਆ, ਤਾਂ ਫਿਰ ਸਮਝਦਾ ਮੈਂ ਕੋਈ
ਰੌਲਾ ਝਗੜਾ ਚਾਹੀਦਾ ਨਹੀਂ, ਕਿਉਂਕਿ ਕੋਰਟ 'ਚ ਵੀ ਉਹੀ ਗਏ ਸੀਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿਰਮੌਰ ਸੰਸਥਾ ਉਹੀ ਸੁਪਰੀਮ ਕੋਰਟ 'ਚ ਗਈ ਸੀ, ਅਸੀਂ ਤਾਂ ਗਏ ਨਹੀਂ ਸੀਗੇ। ਪ੍ਰਧਾਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਜ਼ਿੰਮੇਦਾਰ ਹੋਊਗਾ ਆਪਣਾ ਆਪ ਜੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਵਾਲਾ ਬੰਦਾ ਗੁਰੂ ਘਰਾਂ 'ਚ ਵੜਿਆ ਹੁਣ ਤਾਂ। ਦੇਖੋ, ਗੁਰਦੁਆਰੇ ਵੜਨ ਤੋਂ ਤਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਨੇ, ਸੇਵਾ ਸੰਭਾਲ, ਬਾਕੀ ਕਾਨੂੰਨੀ ਤੌਰ ਤੇ ਮਾਨਤਾ ਹੁਣ ਤਾਂ 2014 ਦੇ ਫੈਸਲੇ ਨੂੰ ਪੋਲੀਟੀਕਲ ਫੈਸਲਾ ਕਹਿ ਸਕਦੇ ਸੀਗੇ, ਪਰ ਹੁਣ ਤਾਂ ਕਾਨੂੰਨੀ ਮਾਨਤਾ ਹੈ ਨਾ। ਹੁਣ ਤਾਂ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੈ, ਪਰ ਫਿਰ ਵੀ ਅਸੀਂ ਜਿਹੜਾ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ, ਕੋਈ ਜ਼ੋਰ ਜ਼ਬਰਦਸਤੀ ਨਹੀਂ। ਸਾਨੂੰ ਸਾਰੇ ਮੈਨੇਜਰ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬੁਲਾ ਰਹੀਆਂ। ਮੈਂ 15 ਤੋਂ 20 ਗੁਰਦੁਆਰਿਆਂ 'ਚ ਜਾ ਕੇ ਵੀ ਆਇਆ ਪੂਰੇ ਹਰਿਆਣਾ ਦੇ ਵਿੱਚ। ਹਰ ਜਗ੍ਹਾ 'ਤੇ ਉਹਨਾਂ ਨੇ ਸਨਮਾਨ ਕੀਤਾ, ਐਲਾਨ ਕੀਤਾ ਕਿ ਅਸੀਂ ਹਰਿਆਣਾ ਕਮੇਟੀ ਦੇ ਨਾਲ ਚੱਲਾਂਗੇ, ਪਰ ਅਸੀਂ ਉਡੀਕ 'ਚ ਹਾਂ ਕਿ ਕਾਨੂੰਨੀ ਜਿਹੜੀ ਲਿਖਤੀ ਪੜਤੀ ਕਾਰਵਾਈ ਆ ਉਹ ਸਰਕਾਰ ਵੱਲੋਂ ਜਿਹੜੀ ਜਾਰੀ ਹੋਵੇ, ਤਾਂ ਕਰਕੇ ਕਿਸੇ ਤਰ੍ਹਾਂ ਦੀ ਡਾਊਟ ਜਿਹੜੀ ਆ ਉਹ ਨਾ ਰਹੇ, ਤੇ ਕੋਈ ਵੀ ਕੰਮ ਜਿਹੜਾ ਗੈਰ ਕਾਨੂੰਨੀ ਨਾ ਹੋਵੇ, ਜਦੋਂ ਕਿ ਕਾਨੂੰਨੀ ਮਾਨਤਾ ਮਿਲ ਚੁੱਕੀ ਆ, ਰੁਕਾਵਟ ਕਿਸੇ ਤਰ੍ਹਾਂ ਦੀ ਨਹੀਂ। ਨਲਵੀ ਸਾਹਿਬ ਮੇਰੇ ਨਾਲ ਇੰਟਰਵਿਊ ਕਰਕੇ ਗਏ, ਕਹਿੰਦੇ ਧੱਕੇ ਨਾਲ ਭਾਈ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਬਣ ਕੇ ਬੈਠੇ ਆ। ਦੇਖੋ, ਨਲਵੀ ਸਾਹਿਬ ਨੇ ਤਾਂ ਵੋਟ ਵੀ ਮੈਨੂੰ ਪਾਈ ਸੀਗੀ, ਅੱਜ ਪਤਾ ਨਹੀਂ ਕਿਉਂ ਉਹਨਾਂ ਦੇ ਵਿਚਾਰ ਇਦਾਂ ਦੇ ਹੋ ਗਏ ਆ। ਜਿਸ ਦਿਨ 13 ਜੁਲਾਈ 2020 ਨੂੰ ਸਰਬਸੰਮਤੀ ਨਾਲ ਜਰਨਲ ਹਾਊਸ ਨੇ ਮੈਨੂੰ ਮੁੱਖ ਸੇਵਾਦਾਰ ਬਣਾਇਆ ਸੀ, ਪਰ ਮੈਂ ਫਿਰ ਵੀ ਕਿਹਾ ਕਿ ਇਲੈਕਸ਼ਨ ਹੋਏਗੀ ਮੈਂਬਰਾਂ ਦੀ, ਤਾਂ ਫਿਰ ਇਲੈਕਸ਼ਨ ਹੋਈ ਸੀ 13 ਅਗਸਤ 2020 ਨੂੰ, ਤੇ ਸਰਦਾਰ ਨਲਵੀ ਸਾਹਿਬ ਦੀ ਵੋਟ ਵੀ ਮੇਰੇ ਹੱਕ ਵਿੱਚ ਭੁਗਤੀ ਸੀ। ਅੱਜ ਉਹਨਾਂ ਦੇ ਵਿਚਾਰ ਕਿਉਂ ਬਦਲ ਗਏ ਤਾਂ ਉਹੀ ਦੱਸ ਸਕਦੇ। 10 ਬੰਦੇ ਆ ਕਹਿੰਦੇ ਸਿਰਫ ਤੁਹਾਡੇ ਨਾਲ, ਫਿਰ ਵੀ ਕਾਬਜ਼ ਹੋ ਕੇ ਬੈਠੇ ਹੋ, ਮੈਜੋਰਟੀ ਉਹਨਾਂ ਵੱਲ ਹੈ। ਦੇਖੋ, ਗੱਲ ਇੰਨੀ ਕਾ ਕਿ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਸੇਵਾ ਸੰਭਾਲੀ ਸੀ ਤੇ ਕਾਨੂੰਨੀ ਤਰੀਕੇ ਦੇ ਨਾਲ ਚਲਾ ਰਹੇ ਆ। ਕਿਸੇ ਤਰ੍ਹਾਂ ਦਾ ਉਹਨਾਂ ਨੂੰ ਲੱਗਦਾ ਕਿ ਮੈਜੋਰਟੀ ਉਹਨਾਂ ਦੇ ਨਾਲ ਆ ਤੇ ਕਾਨੂੰਨੀ ਰਸਤਾ ਹੈ, ਬਕਾਇਦਾ ਲਿਖ ਕੇ ਦਿੱਤਾ ਜਾਵੇ ਸੈਕਟਰੀ ਨੂੰ, ਜਿਵੇਂ ਪਹਿਲਾਂ ਲਿਖ ਕੇ ਦਿੱਤਾ ਗਿਆ ਸੀਗਾ, ਔਰ ਫਿਰ ਉਹ ਐਗਜ਼ੈਕਟਿਵ 'ਚ ਪਾਸ ਹੋਵੇ, ਜਰਨਲ ਹਾਊਸ ਸੱਦਿਆ ਜਾਵੇ, ਫਿਰ ਸਾਰੀ ਗੱਲਬਾਤ ਜਿਹੜੀ ਆ ਉਹ ਅੱਗੇ ਤੁਰੇ, ਫਿਰ ਇਲੈਕਸ਼ਨ ਹੋਵੇ, ਇਲੈਕਸ਼ਨ 'ਚ ਬਹੁਮਤ ਕਿਹਦੇ ਨਾਲ ਆ ਇਹ ਪਤਾ ਲੱਗ ਜਾਏਗਾ। ਇਸ ਤਰੀਕੇ ਦੇ ਨਾਲ ਫੈਸਲਾ ਨਹੀਂ ਨਾ ਕਿ 50 MLA ਇਕੱਠੇ ਹੋ ਕੇ ਕਹਿ ਦੇਣ ਕਿ ਮੁੱਖ ਮੰਤਰੀ ਅਸੀਂ ਬਦਲ ਦਿੱਤਾ, 100 MP ਇਕੱਠੇ ਹੋ ਕੇ ਕਹਿ ਦੇਣ ਕਿ ਅਸੀਂ ਪ੍ਰਧਾਨ ਮੰਤਰੀ ਬਦਲ ਦਿੱਤਾ। ਇੱਕ ਪਿੰਡ ਦਾ ਸਰਪੰਚ ਨਹੀਂ ਬਦਲਿਆ ਜਾ ਸਕਦਾ ਇਸ ਤਰ੍ਹਾਂ, ਜਿਸ ਤਰ੍ਹਾਂ ਉਹ ਗੁੰਮਰਾਹਕੁਨ ਜਿਹੜੀਆਂ ਉਹ ਗੱਲਾਂ ਕਰ ਰਹੇ ਆ। ਇਹ ਜਿਹੜਾ ਤਰੀਕਾ ਗੈਰ ਕਾਨੂੰਨੀ ਆ, ਤੇ ਹੁਣ ਤਾਂ ਸਰਕਾਰ ਨੇ ਵੀ ਕਹਿ ਦਿੱਤਾ। ਤਾਂ ਇਹ ਪਤਾ ਹੀ ਨਹੀਂ ਲੱਗ ਰਿਹਾ ਪ੍ਰਧਾਨ ਕੌਣ ਹੈ, ਰੋਜ਼ ਅਖਬਾਰ 'ਚ ਨਵਾਂ ਬਿਆਨ ਹੁੰਦਾ ਹੈ, ਪ੍ਰਧਾਨ ਹੈ ਕੌਣ ਹੁਣ? ਦੇਖੋ, ਅਸੀਂ ਤਾਂ ਸੇਵਾਦਾਰ ਹਾਂ, ਇਹ ਤਾਂ ਸੰਗਤਾਂ ਨੇ ਸੇਵਾ ਸੌਂਪੀ ਤੇ ਸੰਗਤਾਂ ਨੇ ਜੇ ਅਗਾਂਹ ਲਾਈ ਤਾਂ ਅਗਾਂਹ ਵੀ ਨਿਭਾਵਾਂਗੇ, ਨਹੀਂ ਤਾਂ ਜਿਹੜੀ ਸੇਵਾ ਹੈ ਜਿਸ ਤਰੀਕੇ ਨਾਲ ਅਸੀਂ ਕੰਟੀਨਿਊ ਕਰ ਰਹੇ ਹਾਂ ਉਸੇ ਤਰੀਕੇ ਨਾਲ, ਜਿੰਨਾ ਚਿਰ ਸਾਡੇ ਕੋਲ ਕਾਨੂੰਨੀ ਤੌਰ ਤੇ ਸੇਵਾ ਉਹਨਾਂ ਚਿਰ ਅਸੀਂ ਕਰ ਰਹੇ ਹਾਂ। ਗੈਰ ਕਾਨੂੰਨੀ ਗੱਲਾਂ ਕਰਨ ਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਂ ਸਮਝਦਾ ਭੁਲੇਖੇ ਖੜੇ ਕਰ ਰਹੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਜ਼ਾਕ ਉਡਾ ਰਹੇ, ਹਾਸੋਹੀਣੀਆਂ ਗੱਲਾਂ ਕਰ ਰਹੇ ਆ। ਜਿਹੜੇ ਆਪਣੇ ਆਪ ਨੂੰ ਤਜਰਬੇਕਾਰ ਪੜ੍ਹੇ ਲਿਖੇ ਕਹਾਉਂਦੇ ਆ, ਜੇ ਉਹੀ ਇਸ ਤਰ੍ਹਾਂ ਮਜ਼ਾਕ ਦੀਆਂ ਗੱਲਾਂ ਕਰਨ ਤਾਂ ਮੈਂ ਸਮਝਦਾ ਵੀ ਇਹ ਬਦਕਿਸਮਤੀ ਹੈ। ਉਹ ਕਹਿੰਦੇ ਸਰਕਾਰ ਦੀ ਸ਼ਾਇਦ ਤੇ ਬੋਲਦੇ ਆ ਦਾਦੂਵਾਲ ਸਾਹਿਬ। ਦੇਖੋ, ਸਰਕਾਰ ਦੇ ਕੋਲ ਤਾਂ ਰੋਜ਼ ਉਹ ਵੀ ਜਾਂਦੇ ਆ, ਸਰਕਾਰ ਦੇ ਖੱਟਰ ਕੋਲ ਸਾਹਿਬ ਨਾਲ ਕਹਿੰਦੇ ਬੜੇ ਨੇੜਲੇ ਸੰਬੰਧ ਨੇ। ਖੱਟਰ ਇਸ ਸਾਹਿਬ ਫੈਸਲੇ 'ਚ ਕਹਿੰਦੇ ਦਾਦੂਵਾਲ ਸਾਹਿਬ ਨੇ ਆਪਣਾ ਜ਼ੋਰ ਚਲਾਇਆ ਤੇ ਬੀਜੇਪੀ ਦੀ ਸਰਕਾਰ ਹੋਣ ਕਰਕੇ ਫੈਸਲਾ ਆਇਆ ਇਹ। ਦੇਖੋ, ਫਿਰ ਜੇ ਉਹ ਸਮਝਦੇ ਆ ਕਿ ਜੇ ਫੈਸਲਾ ਮੈਂ ਕਰਾਇਆ ਤਾਂ ਫਿਰ ਤਾਂ ਮੈਨੂੰ ਇਹ ਨਹੀਂ ਕਹਿ ਸਕਦੇ ਕਿ ਮੇਰਾ ਕੋਈ ਯੋਗਦਾਨ ਨਹੀਂ ਜਾਂ ਮੈਂ ਧੱਕੇ ਨਾਲ ਕਾਬਜ਼ ਹੋਇਆ ਬੈਠਾ। ਫਿਰ ਉਹ ਤਾਂ ਆਪ ਖੁਦ ਮੰਨ ਰਹੇ ਆ ਕਿ ਇਸ ਫੈਸਲੇ ਦੇ ਵਿੱਚ ਮੇਰਾ ਹੱਥ ਹੈ। ਤੁਸੀਂ ਮੰਨਦੇ ਹੋ ਕਿ ਸਰਕਾਰ ਦੇ ਵਿੱਚ ਤੁਹਾਡੀ ਸੇ ਹੈਗੀ ਹੈ? ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਰ ਸਰਕਾਰ, ਹਰ ਪੋਲੀਟੀਕਲ ਪਾਰਟੀ ਜਿਹੜੀ ਜਿੱਥੇ ਰਾਜ ਕਰਦੀ ਹੈ, ਜੋ ਵੀ ਪੰਥ ਦਾ, ਕੌਮ ਦਾ ਮਸਲਾ ਹੁੰਦਾ, ਮੈਂ ਉਹਦੇ ਨਾਲ ਡਿਸਕਸ ਕਰਦਾ, ਕਿਉਂਕਿ ਮੈਂ ਇਕੱਲਾ ਕਥਾ ਕੀਰਤਨ ਨਹੀਂ ਕਰਦਾ, ਪੰਥਕ ਮਸਲਿਆਂ ਤੇ ਮੁੱਦਿਆਂ ਤੇ ਸੰਘਰਸ਼ ਕਰਦਾ। ਤੇ ਜਦੋਂ ਅਸੀਂ ਪੰਥਕ ਮੁਸ਼ਕਲਾਂ ਜਿਹੜੀਆਂ ਨੇ ਉਹ ਸਮੇਂ ਦੀਆਂ ਸਰਕਾਰਾਂ ਅੱਗੇ ਰੱਖਣੀਆਂ ਹੁੰਦੀਆਂ, ਸਰਕਾਰ ਕਿਸੇ ਦੀ ਹੋਵੇ। ਔਰ ਇਹ ਗੱਲ ਜਿਹੜੀ ਇਹ ਭੁਲੇਖੇ ਦੀ ਗੱਲ ਸੰਗਤਾਂ ਦੇ ਵਿੱਚ ਫੈਲਾਉਂਦੇ ਆ। ਦਾਦੂਵਾਲ ਨੇ ਤਾਂ ਕਮੇਟੀ ਨਹੀਂ ਸੀ ਬਣਾਈ, ਸੁਖਬੀਰ ਸਿੰਘ ਬਾਦਲ ਵੀ ਮੈਨੂੰ ਤਰ੍ਹਾਂ ਤਰ੍ਹਾਂ ਦੇ ਲਕਬ ਦਿੰਦਾ ਹੈ, ਪਰ ਇਹ ਦਾਦੂਵਾਲ ਨੇ ਕਮੇਟੀ ਤਾਂ ਹਰਿਆਣਾ ਸਰਕਾਰ ਨੇ ਬਣਾਈ ਹੈ। ਹਰਿਆਣਾ ਸਰਕਾਰ ਨਾਲ ਉਹਨਾਂ ਦਾ ਕੀ ਸੀਗਾ ਇਹ ਤਾਂ ਉਹੀ ਬਾਦਲ ਪਰਿਵਾਰ ਦੱਸ ਸਕਦਾ। ਮੈਂ ਤਾਂ ਜਿਸ ਤਰ੍ਹਾਂ 41 ਮੈਂਬਰ ਇੱਕ ਬਤੌਰ ਮੈਂਬਰ ਆ ਇਹਦੇ ਵਿੱਚ, ਉਸ ਵੇਲੇ ਨੋਮੀਨੇਟ ਹੋਏ ਜਿਹੜੇ ਐਡਹੌਕ ਕਮੇਟੀ ਦੇ, ਉਸ ਵੇਲੇ ਤੋਂ ਐਗਜ਼ੈਕਟਿਵ ਚੱਲੇ ਆ ਰਿਹਾ। ਬਾਅਦ 'ਚ ਮੈਂਬਰਾਂ ਨੇ ਹੀ ਮੈਨੂੰ ਸਰਵਸੰਮਤੀ ਦੇ ਨਾਲ ਬਣਾਇਆ ਮੁੱਖ ਸੇਵਾਦਾਰ ਤੇ ਫਿਰ ਇਲੈਕਟਡ ਬਣਾਇਆ। ਬਕਾਇਦਾ ਪ੍ਰਸ਼ਾਸਨ ਉੱਥੇ ਹਾਜ਼ਰ ਸੀ, SDM ਦੀ ਡਿਊਟੀ ਲੱਗੀ ਸੀ, ਬਕਾਇਦਾ ਵੋਟਿੰਗ ਹੋਈ ਆ। ਜਿਹੜੇ ਵੀਰ ਅੱਜ ਗੁੰਮਰਾਹਕੁਨ ਗੱਲਾਂ ਕਰ ਰਹੇ ਨੇ, ਖੁਦ ਵੋਟਾਂ ਪਾਈਆਂ ਨੇ ਉਹਨਾਂ ਨੇ। ਕੀ ਤੁਸੀਂ
ਹਰਿਆਣੇ ਦੇ ਗੁਰੂ ਘਰਾਂ ਤੱਕ ਸੀਮਤ ਰਹੋਗੇ? ਨਹੀਂ, ਪੰਜਾਬ 'ਚ ਬਿਲਕੁਲ ਦਖਲਅੰਦਾਜ਼ੀ ਨਹੀਂ ਦਿਓਗੇ ਜਾ ਮੈਂ ਕੇ? ਬੇਨਤੀ ਕਰ ਰਿਹਾ ਕਿ ਦੇਖੋ, ਬਲਜੀਤ ਸਿੰਘ ਦਾਦੂਵਾਲ ਵਰਲਡ ਵਾਈਡ ਜਾਂਦਾ ਹੈ, 20-25 ਮੁਲਕਾਂ 'ਚ ਧਰਮ ਪ੍ਰਚਾਰ ਵਾਸਤੇ ਮੈਂ ਜਾਣਾ, ਸੰਗਤਾਂ ਦੇ ਨਾਲ ਪਿਆਰ ਹੈ, ਸਤਿਕਾਰ ਹੈ। ਇਹ ਹਰਿਆਣੇ ਦੇ ਸਿੱਖਾਂ ਦਾ ਹੱਕ ਸੀਗਾ, ਉਹਦੇ ਵਾਸਤੇ ਅਸੀਂ ਲੜੇ, ਆਪਣੀ ਜ਼ਿੰਮੇਵਾਰੀ ਨਿਭਾਈ ਆ। ਮੈਂ ਤਾਂ ਸਵੇਰੇ ਜੇ ਹਰਿਆਣੇ 'ਚੋਂ ਵਾਂ ਤਾਂ ਦੁਪਹਿਰ ਨੂੰ ਮੈਂ ਪੰਜਾਬ 'ਚੋਂ ਨਾ, ਹੱਥ ਨੂੰ ਮੈਂ ਰਾਜਸਥਾਨ 'ਚੋਂ ਨਾ, ਧਰਮ ਪ੍ਰਚਾਰ ਵਾਸਤੇ। ਜਿੱਥੇ ਜਿੱਥੇ ਮੈਨੂੰ ਸੰਗਤਾਂ ਬੁਲਾਉਂਦੀਆਂ ਨੇ ਮੈਂ ਜਾਂਦਾ, ਹਰ ਜਗ੍ਹਾ ਤੇ ਮੇਰੀਆਂ ਭਾਵਨਾਵਾਂ ਤਾਂ ਦੁਨੀਆ 'ਚ ਵੱਸਦੀਆਂ ਸੰਗਤਾਂ ਨਾਲ ਜੁੜੀਆਂ ਹੋਈਆਂ ਨੇ। ਆਪਣੇ ਧਰਮ ਦੀ ਪਰਪੱਕਤਾ, ਦੂਜੇ ਧਰਮਾਂ ਦਾ ਸਤਿਕਾਰ, ਇੱਕ ਭਾਈਚਾਰਕ ਸਾਂਝ ਦੂਜੇ ਧਰਮਾਂ ਦੇ ਲੋਕਾਂ ਦੇ ਨਾਲ ਵੀ, ਸਾਰਿਆਂ ਦੇ ਨਾਲ। ਸੋ ਇਸ ਕਾਰਨ ਕਰਕੇ ਹਰ ਜਗ੍ਹਾ ਜਿੱਥੇ ਵੀ ਗੁਰੂ ਘਰ ਆ ਉੱਥੇ ਸਾਡਾ ਹੱਕ ਆ ਕਿ ਅਸੀਂ ਉੱਥੇ ਜਾ ਕੇ ਨਤਮਸਤਕ ਵੀ ਹੋਣਾ, ਪ੍ਰਚਾਰ ਵੀ ਕਰਨਾ, ਉਹਦੇ ਪ੍ਰਬੰਧਾਂ ਨੂੰ ਸੁਚੱਜਾ ਕਰਨ ਵਾਸਤੇ ਆਪਣਾ ਦਖਲ ਵੀ ਦੇਣਾ। ਬੀਜੇਪੀ ਚਲਾ ਰਹੀ ਹੈ ਤੁਹਾਨੂੰ? ਦੇਖੋ, ਇਹ ਤਾਂ ਬਾਦਲ ਪਰਿਵਾਰ ਕਹਿ ਰਿਹਾ, ਸਾਨੂੰ ਤਾਂ ਗੁਰੂ ਚਲਾ ਰਿਹਾ, ਸੰਗਤਾਂ ਚਲਾ ਰਹੀਆਂ ਨੇ। ਠੀਕ ਹੈ, ਇੱਥੇ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਕੇਂਦਰ 'ਚ ਬੀਜੇਪੀ ਦੀ ਸਰਕਾਰ ਆ, ਤੇ ਜੇ 4 ਲੀਡਰਾਂ ਦੇ ਨਾਲ ਸਾਡੀਆਂ ਫੋਟੋਆਂ ਆ ਜਾਂਦੀਆਂ ਤੇ ਉਹਨਾਂ ਨੂੰ ਦਰਦ ਉੱਠ ਖੜਦਾ, ਉਹ ਤੜਫ ਉੱਠਦੇ, ਜਿਨ੍ਹਾਂ ਨੇ ਵਜ਼ੀਰੀਆਂ ਮਾਣੀਆਂ ਨੇ, ਜਿਨ੍ਹਾਂ ਨੇ ਕੇਂਦਰ ਦੇ ਨਾਲ ਵਜ਼ੀਰੀਆਂ ਮਾਣੀਆਂ, ਪੰਜਾਬ 'ਚ ਸਰਕਾਰ ਮਾਣੀ ਆ, ਹੁਣ ਤੱਕ ਜਿਹੜੇ ਉਹਨਾਂ ਦੇ ਨਾਲ ਅਲਾਇੰਸ 'ਚ ਰਹੇ ਆ, ਉਹਨਾਂ ਨੂੰ ਦਰਦ ਉੱਠਦਾ। ਹੋਰ ਗੱਲ ਕੋਈ ਨਹੀਂ ਹੈ। ਚੱਲਣ ਚਲਾਉਣ ਸਾਨੂੰ ਗੁਰੂ ਚਲਾਉਂਦਾ, ਸੰਗਤਾਂ ਚਲਾਉਂਦੀਆਂ ਨੇ, ਗੁਰੂ ਦਾ ਉਪਦੇਸ਼ ਚਲਾਉਂਦਾ। ਪਿਆਰ ਸਤਿਕਾਰ ਸਾਡਾ ਸਭ ਦੇ ਨਾਲ ਆ ਕਿ ਹਰ ਗੱਲ ਜਿਹੜੀ ਕੋਈ ਪੰਥ ਦੀ, ਕੌਮ ਦੀ ਜਿਹੜੀ ਆ ਡਿਸਕਸ, ਜਿਹੜਾ ਕੋਈ ਸਾਡੇ ਨਾਲ ਆ, ਸਾਂਝ ਕਰੀਜਾ ਗੁਣਾ ਕੇਰੀ ਛੋੜ ਔਗਣ ਚੱਲੀ ਆ। ਗੁਣਾਂ ਦੀ ਸਾਂਝ ਕਰਦੇ ਆ, ਧਰਮ ਦੀ ਗੱਲ ਕਰਦੇ ਆ, ਪੰਥ ਦੇ ਮੁੱਦਿਆਂ ਦੀ ਗੱਲ ਕਰਦੇ ਆ। ਜਿਹੜਾ ਹੱਲ ਕਰਦਾ ਉਹਦੀ ਸ਼ਲਾਘਾ ਕਰਦੇ ਆ, ਜਿਹੜਾ ਨਹੀਂ ਕਰਦਾ ਉਹਦਾ ਵਿਰੋਧ ਕਰਦੇ ਆ। ਪੋਲੀਟੀਕਲ ਓਪਰਚੁਨਿਸਟਿਸਟ ਹੋ ਤੁਸੀਂ? ਕਿਸੇ ਵੇਲੇ ਬਾਦਲ ਪਰਿਵਾਰ ਨਾਲ ਵੀ ਵਧੀਆ ਸੰਬੰਧ ਰਹੇ ਹੈ, ਕਿਸੇ ਵੇਲੇ ਉਹਨਾਂ ਨਾਲ ਵੀ ਵਧੀਆ ਰਹੇ ਹੋ। ਇਹ ਅਕਸਰ ਕਿਹਾ ਜਾਂਦਾ ਹੈ ਕਿ ਦਾਦੂਵਾਲ ਸਾਹਿਬ ਸ਼ੁਰੂਆਤ 'ਚ ਸੁਖਬੀਰ ਬਾਦਲ ਨਾਲ ਬਹੁਤ ਵਧੀਆ ਸੀਗੇ, ਹਾਲਾਤ ਬਦਲੇ, ਦਾਦੂਵਾਲ ਸਾਹਿਬ ਬਦਲ ਗਏ, ਅੱਜ ਕੱਲ੍ਹ ਖੱਟਰ ਸਾਹਿਬ ਦੇ ਨਾਲ ਸੰਬੰਧ ਚੰਗੇ ਹੋ ਗਏ। ਦੇਖੋ ਸਿਮਰਨਜੋਤ ਸਿੰਘ ਜੀ, ਮੈਂ ਤਾਂ ਇੱਥੇ 1996 'ਚ ਆਪਾਂ ਗੁਰਦੁਆਰਾ ਦਾਦੂ ਸਾਹਿਬ ਤੋਂ ਇੱਥੋਂ ਪ੍ਰਚਾਰ ਸ਼ੁਰੂ ਕੀਤਾ, 97 'ਚ। 98 ਦੇ ਵਿੱਚ ਡੇਰੇ ਸਰਸੇ ਦੀ ਪੁਸਤ ਪੜ੍ਹਾਈ ਕਰਦਿਆਂ ਉਹਨੂੰ ਮੇਰੀ ਪਹਿਲੀ ਗ੍ਰਿਫਤਾਰੀ ਪਾਈ ਸੀ ਤਲਵੰਡੀ ਸਾਬੋ। ਸਵੇਰ ਤੋਂ ਸ਼ਾਮ ਤੱਕ ਧਰਮ ਪ੍ਰਚਾਰ ਤੇ ਪਾਬੰਦੀ ਲਾ ਕੇ, ਬਾਦਲ ਸਰਕਾਰ ਸੀ। ਫਿਰ ਸਾਡੀ ਨੇੜਤਾ ਕਦੋਂ ਹੋ ਗਈ? ਸਾਨੂੰ ਤਾਂ ਉਸ ਵੇਲੇ, ਉਸ ਤੋਂ ਬਾਅਦ ਜਦੋਂ ਡੇਰਾ ਸਿਰਸਾ ਮੁਖੀ ਨੇ ਵੋਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਾ ਦਿੱਤੀਆਂ, ਜਿਸ ਵੇਲੇ ਸਵਾਂਗ ਰਚਿਆ, ਉਹਨੇ ਬਾਅਦ ਵਿੱਚ ਹੁਕਮਨਾਮਾ ਜਾਰੀ ਹੋਇਆ, ਉਸ ਵੇਲੇ ਬਾਦਲ ਪਰਿਵਾਰ ਜ਼ਰੂਰ ਮੇਰੇ ਕੋਲ ਆਇਆ, ਕਿਉਂਕਿ ਉਹਦੇ ਨਾਲ ਵਿਗੜ ਗਈ ਸੀ ਉਹਨਾਂ ਦੀ। ਕੌਣ ਆਇਆ ਸੀ? ਸੁਖਬੀਰ ਸਿੰਘ ਬਾਦਲ। ਇੱਥੇ ਚੱਲ ਕੇ ਆਏ ਸੀ? ਨਹੀਂ, ਇੱਥੇ ਕਈ ਜਗ੍ਹਾ ਤੇ ਮੇਰੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ। ਬਠਿੰਡੇ ਉਹਨਾਂ ਨੇ ਮੁਲਾਕਾਤ ਕੀਤੀ। ਫਿਰ ਤੁਸੀਂ ਮੁਲਾਕਾਤ ਕਿਉਂ ਕੀਤੀ ਜੇ ਉਦੋਂ 98 'ਚ ਤੁਹਾਨੂੰ ਪਹਿਲੀ ਵਾਰੀ ਉਹਨਾਂ ਨੇ ਗ੍ਰਿਫਤਾਰ ਕੀਤਾ? ਦੇਖੋ, ਜਿੱਥੇ ਪੰਥ ਦੇ ਜਿਹੜੇ ਗੱਲਾਂ ਸੀਗੀਆਂ, ਕੌਮ ਦੀਆਂ ਗੱਲਾਂ, ਡੇਰਾ ਸਰਸਾ ਜਿਹੜਾ ਸੀਗਾ ਸਾਡੇ ਪੰਥ ਦਾ ਘਾਣ ਕਰ ਰਿਹਾ ਸੀ, ਉਹਨਾਂ ਨੂੰ ਕਿਹਾ ਕਿ ਕਿਉਂ ਉਹਦੀ ਪੁਸਤ ਪੜ੍ਹਾਈ ਕਰਦੇ ਰਹੇ ਆ। ਦੇਖੋ, ਤੁਸੀਂ ਸਾਡੀ ਗੱਲ ਨਹੀਂ ਮੰਨੀ, ਸਾਨੂੰ ਅੰਦਰ ਡੱਕਦੇ ਰਹੇ, ਤੇ ਅੱਜ ਉਹ ਦੇਖ ਲਓ, ਜਿਹੜਾ ਫੋੜਾ ਸੀ ਉਹ ਨਸੂਰ ਬਣ ਗਿਆ। ਉਹਨੇ ਗੁਰੂ ਦਾ ਸਵਾਂਗ ਰਚ ਧਰਿਆ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹ ਤਾਂ ਫੇਰ ਆ ਗਏ ਸੀ ਮੇਰੇ ਕੋਲੇ, ਜਿਸ ਵੇਲੇ ਸਰਬੱਤ ਖਾਲਸਾ 2015 ਦਾ ਅਨਾਉਂਸ ਹੋਇਆ ਸੀ, ਤਾਂ 4 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਮੇਰੇ ਕੋਲੇ ਸਮਾਂ ਲੈ ਕੇ ਆਏ ਸੀਗੇ, ਔਰ ਫਿਰ ਮੇਰੇ ਨਾਲ ਜਿੱਥੇ ਦਾ ਮੈਂ ਸਮਾਂ ਦਿੱਤਾ ਉੱਥੇ ਆ ਕੇ ਬੈਠੇ ਸੀਗੇ, ਤੇ ਸਾਨੂੰ ਕਹਿੰਦੇ ਸੀਗੇ ਤੁਸੀਂ ਸਾਡਾ ਸਮਰਥਨ ਕਰੋ, ਸਰਬੱਤ ਖਾਲਸਾ 'ਚ ਨਾ ਜਾਓ, ਤੁਹਾਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣੇ। ਮੈਂ ਕਿਹਾ ਮੈਂ ਕੁਛ ਨਹੀਂ ਬਣਨਾ, ਤੁਸੀਂ ਪੰਥ ਦਾ, ਕੌਮ ਦਾ ਭਲਾ ਹੋਣ ਦਿਓ, ਪੰਥ ਦੀਆਂ ਸੰਸਥਾਵਾਂ ਨੂੰ ਯਾਦ ਕਰ ਦਿਓ, ਇਹਨਾਂ ਨੂੰ ਇੰਡੀਪੈਂਡੈਂਟ ਕੰਮ ਕਰਨ ਦਿਓ, ਕੌਮ ਦਾ ਆਪਣੀ ਰਾਜਨੀਤੀ ਕਰੋ। ਪਰ ਉਹ ਇਸ ਚੀਜ਼ ਤੋਂ ਹਟ ਨਹੀਂ ਸਕਦੇ। ਉਹ ਕਹਿੰਦੇ ਸਰਕਾਰ ਜਾਂਦੀ ਚਲੀ ਜਾਵੇ, ਪਰ ਸ਼੍ਰੋਮਣੀ ਕਮੇਟੀ ਨਹੀਂ ਜਾਣੀ ਚਾਹੀਦੀ ਹੈ, ਸਾਡੀ ਆਕਸੀਜਨ ਆ, ਸਾਰਾ ਕੁਛ ਇੱਥੋਂ ਚੱਲਦਾ, ਸਾਡੀ ਪੈਰਲਲ ਸਰਕਾਰ ਚੱਲਦੀ ਹੈ। ਸੋ ਇਸ ਕਾਰਨ ਕਰਕੇ ਮੈਂ ਦੱਸਦਾ, ਮੇਰਾ ਜਾਤੀ ਰੌਲਾ ਬਾਦਲ ਪਰਿਵਾਰ ਨਾਲ ਵੀ ਕੋਈ ਨਹੀਂ ਹੈ। ਉਹ ਇੱਕ ਸਰਮਾਏਦਾਰ ਪਰਿਵਾਰ ਆ, ਮੈਂ ਗਰੀਬ ਸਿੱਖ ਹਾਂ, ਮੇਰਾ ਕੋਈ ਵੱਟ ਦਾ ਰੌਲਾ ਨਹੀਂ, ਪਾਣੀ ਦਾ ਰੌਲਾ ਨਹੀਂ ਮੇਰਾ ਉਹਨਾਂ ਦੇ ਨਾਲ। ਮੇਰਾ ਤੇ ਪੰਥਕ ਸਿਧਾਂਤਾਂ ਦੀ ਗੱਲ ਆ, ਕੌਮ ਦੀ ਗੱਲ ਆ। ਨਿੱਜੀ ਉਹਨਾਂ ਨੇ ਮੈਨੂੰ ਕਿੰਨੀਆਂ ਤਕਲੀਫਾਂ ਦਿੱਤੀਆਂ, ਕਿੰਨੇ ਮੁਕੱਦਮੇ ਪਾਏ, ਨੁਕਸਾਨ ਦਿੱਤਾ। ਆਹੀ ਹਰਿਆਣਾ ਕਮੇਟੀ ਜਦੋਂ ਬਣਾਈ ਹਰਿਆਣਾ ਸਰਕਾਰ ਨੇ, ਗ੍ਰਿਫਤਾਰ ਮੈਨੂੰ ਕਰ ਲਿਆ, ਕਿਉਂਕਿ ਅਸੀਂ ਪ੍ਰਬੰਧ ਲਿਆ ਸੀ, ਜਿਹੜਾ ਸਾਡਾ ਹੈੱਡ ਆਫਿਸ ਆ ਗੁਰਦੁਆਰਾ ਪਾਤਸ਼ਾਹੀ 6ਵੀਂ ਤੇ 9ਵੀਂ ਚੀਕਾ, ਉਸ ਦਾ ਪ੍ਰਬੰਧ ਲਿਆ ਸੀਗਾ ਜਾ ਕੇ, ਔਰ ਬੜੇ ਪਿਆਰ ਨਾਲ ਸਾਰੀ ਟਾਸਕ ਫੋਰਸ ਆਪ ਵਰਸ਼ੇ ਫੜਾ ਕੇ ਸਾਨੂੰ ਅੰਮ੍ਰਿਤਸਰ ਸਾਹਿਬ ਚਲੇ ਗਈ। ਕਿਸੇ ਨਾਲ ਕੋਈ ਬੋਲ ਬੁਲਾਰਾ ਨਹੀਂ ਹੋਇਆ। ਅਸੀਂ ਕਿਹਾ ਭਾਈ ਹੁਣ ਹਰਿਆਣਾ ਕਮੇਟੀ ਬਣ ਗਈ, ਹੁਣ ਸੇਵਾ ਹਰਿਆਣਾ ਕਮੇਟੀ ਕਰੂਗੀ। ਤਾਂ ਉਹਨਾਂ ਨੇ ਇਸ ਰੋਸ ਵਜੋਂ ਮੈਨੂੰ ਮੇਰੇ ਕੋਟ ਸ਼ਮੀਰ ਵਾਲਾ ਗੁਰਦੁਆਰਾ ਸਾਹਿਬ, ਉੱਥੋਂ ਰਾਤ ਨੂੰ 3 ਜ਼ਿਲ੍ਹਿਆਂ ਦੀ ਪੁਲਿਸ ਲਾ ਕੇ ਮੈਨੂੰ ਚੱਕ ਲਿਆ। ਨਾਲ ਹੀ ਸਾਥੀ ਸਿੰਘਾਂ ਨੂੰ ਜੁੱਤੀਆਂ ਜੋੜੇ ਵੀ ਟਰੰਕਾਂ 'ਚ ਪਾ ਕੇ ਲੈ ਗਏ, ਬੱਚਿਆਂ ਦੇ ਕੱਪੜੇ ਵੀ ਪਾ ਕੇ ਲੈ ਗਏ। ਮੇਰੇ ਥੱਲੇ ਜਾਣੇ ਹੀ ਸੀਗੇ। ਉੱਥੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਕਰਾਤਾ, ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਬਿਠਾਤਾ ਉੱਥੇ ਕੋਟ ਸ਼ਮੀਰ ਦਾ ਹੀ, ਤੇ ਸਾਡੇ ਸਾਰੇ ਸੇਵਾਦਾਰਾਂ ਤੇ ਮੁਕੱਦਮੇ, ਮੇਰੇ ਤੇ ਮੁਕੱਦਮੇ, 4 ਮੁਕੱਦਮੇ, 2 ਫਰੀਦਕੋਟ, 2 ਮਾਨਸਾ, ਜਿਨ੍ਹਾਂ ਨੂੰ ਮੈਂ ਫੇਸ ਕੀਤਾ ਬਕਾਇਦਾ ਕੋਰਟਾਂ 'ਚ ਜਾ ਕੇ। ਔਰ 2018 ਦੇ ਵਿੱਚ ਮੈਂ ਬਾਇਜ਼ਤ ਬਰੀ ਹੋਇਆ, ਔਰ ਉਹਦੇ ਵਿੱਚ ਬਕਾਇਦਾ। ਇਹ ਸਥਾਨਾਂ ਦੀ ਕੀ ਲੋੜ ਹੈ ਦਾਦੂਵਾਲ ਸਾਹਿਬ ਤੁਹਾਨੂੰ? ਇੱਥੇ ਵੀ ਤੁਸੀਂ ਬੈਠੇ ਹੋ, ਕੋਟ ਸ਼ਮੀਰ ਵਾਲਾ ਵੀ ਸਥਾਨ ਹੈ,
ਲੋਕ ਇਹ ਕਹਿ ਦਿੰਦੇ ਅਕਸਰ ਕਿ ਜਿੱਥੇ ਕੋਈ ਵਿਵਾਦ ਹੁੰਦਾ ਦਾਦੂਵਾਲ ਸਾਹਿਬ ਪਹੁੰਚ ਜਾਂਦੇ ਆ ਉਸ ਗੁਰੂ ਘਰ ਦੇ ਵਿੱਚ। ਦੇਖੋ, ਇਹ ਜਿਹੜਾ ਗੁਰਦੁਆਰਾ ਕੋਟ ਸ਼ਮੀਰ ਸੀਗਾ, ਇਹ ਸਾਨੂੰ 1999 ਚ ਮੈਨੂੰ ਸੇਵਾ ਸੰਭਾਈ ਸੀ ਉੱਥੋਂ ਦੀ ਕੋਟ ਸ਼ਮੀਰ ਦੀ ਸੰਗਤ ਨੇ, ਵੀ ਉੱਥੇ ਪ੍ਰਬੰਧ ਨਹੀਂ ਚੱਲ ਰਿਹਾ ਸੀਗਾ, ਬਹੁਤ ਬੁਰੇ ਹਾਲਾਤ ਸੀਗੇ। ਇਤਿਹਾਸਕ ਗੁਰਦੁਆਰਾ ਹੋਵੇ, ਕਿਸੇ ਕਾਰ ਸੇਵਾ ਨੇ ਕਾਰ ਸੇਵਾ ਨਹੀਂ ਲਾਈ, ਕਿਸੇ ਨੂੰ ਪ੍ਰਬੰਧ, ਇੱਕ ਸੰਤਾਂ ਨੂੰ ਉਹਨਾਂ ਨੇ ਕਿਹਾ, ਉਹ ਕਹਿੰਦੇ ਨਿਸ਼ਾਨ ਸਾਹਿਬ ਲਾਉਣਾ ਪਊਗਾ, ਤੇ ਉਹ ਕਹਿੰਦੇ ਇਤਿਹਾਸਕ ਗੁਰਦੁਆਰਾ ਨਿਸ਼ਾਨ ਸਾਹਿਬ ਕਿਵੇਂ ਲਾਇਆ ਜਾ ਸਕਦਾ। ਤਾਂ ਉੱਥੇ ਜਦੋਂ ਜਾ ਕੇ ਅਸੀਂ ਸੇਵਾ ਸੰਭਾਲੀ ਸੀ, ਇੱਕ ਫੌੜੀਆਂ ਵਾਲਾ ਜਿਹੜਾ ਵਿਸਾਖੀਆਂ ਤੇ ਤੁਰਦਾ ਸੀ, ਉਹ ਗ੍ਰੰਥੀ ਸੀ, ਉਹ ਵਿਚਾਰਾ ਮਹਾਰਾਜ ਦਾ ਸਰੂਪ ਲਿਜਾ ਕੇ ਵੀ ਸੱਚਖੰਡ ਨਹੀਂ ਸੀ ਲਿਜਾ ਸਕਦਾ, ਤੇ ਉੱਥੇ ਮੰਜੀ ਸਾਹਿਬ ਦੇ ਉੱਤੇ ਹੀ ਪ੍ਰਬੰਧ ਸੀ, ਉੱਥੇ ਹੀ ਕਰ ਦਿੰਦਾ ਸੀ ਸੁੱਖ ਆਸਣ। ਜਦੋਂ ਅਸੀਂ ਸੇਵਾ ਸੰਭਾਲੀ ਤੇ ਜਾ ਕੇ ਸੱਚਖੰਡ ਦੀ ਜਦੋਂ ਸਫਾਈ ਕੀਤੀ ਤਾਂ ਉੱਥੋਂ 1.5 ਬੱਠਲ ਤਾਂ ਮੇਂਗਣਾ ਦਾ ਹੀ ਨਿਕਲਿਆ, ਚੂਹਿਆਂ ਦਾ ਤੇ ਕਿਰਲੀਆਂ ਦਾ, ਸਫਾਈ ਵੀ ਨਹੀਂ ਸੀਗੀ ਉੱਥੇ। ਸੋ ਇਸ ਤਰ੍ਹਾਂ ਉਹਦੀ ਸੇਵਾ ਸੰਭਾਲ ਕੀਤੀ, ਉੱਥੇ ਉਸਾਰੀ ਕਰਵਾਈ। ਅੱਜ ਉਹ ਜਥੇਦਾਰ ਉੱਥੇ ਜਿੰਨੇ ਗੁਰਦੁਆਰਾ ਸਾਹਿਬ ਨਿੱਜੀ ਪ੍ਰਬੰਧ ਜਾਂ ਮੇਰੇ ਕੋਲ ਸਾਰੀ ਜਗ੍ਹਾ ਤੇ ਸੇਵਾਦਾਰ ਲੱਗੇ ਹੋਏ ਆ, ਜਥੇਦਾਰ, ਉੱਥੇ ਦੀ ਆਮਦਨ ਖਰਚ ਉੱਥੇ ਹੀ ਹੁੰਦੀ ਆ, ਔਰ ਸੰਗਤਾਂ ਨੇ ਖੁਦ ਸੰਭਾਏ ਆ। ਆਨੰਦਪੁਰ ਸਾਹਿਬ ਦੇ ਨੇੜੇ ਆ ਗੁਰਦੁਆਰਾ ਸਾਹਿਬ, ਉਹ ਸੰਤ ਚੜ੍ਹਾਈ ਕਰਨ ਤੋਂ ਪਹਿਲਾਂ ਮੇਰੇ ਨਾਂ ਤੇ ਵਸੀਅਤ ਕਰਾ ਗਏ, ਉਹ ਕਹਿੰਦੇ ਵੀ ਇਹਦੀ ਕਾਰ ਸੇਵਾ ਤੁਸੀਂ ਕਰਾਉਣੀ ਹੈ। ਐਸਾ ਕੀ ਖਾਸ ਹੈ ਤੁਹਾਡੇ 'ਚ ਕਿ ਇੰਨਾ ਪ੍ਰੇਮ ਹੋ ਜਾਂਦਾ ਵੀ ਤੁਹਾਡੇ ਨਾਂ ਤੇ ਵਸੀਅਤਾਂ ਲਿਖਾਈਆਂ ਧਰਮ ਪ੍ਰਚਾਰ ਪ੍ਰਸਾਰ ਦੀ ਸੇਵਾ, ਪੰਥ ਦੀ ਕੌਮ ਦੀ ਗੱਲ ਜਿਹੜੀ ਆ ਨਿਡਰਤਾ ਦੇ ਨਾਲ, ਬਿਨਾਂ ਕਿਸੇ ਤੋਂ ਡਰੇ ਝੁਕੇ, ਔਰ ਬੜੀ ਇਮਾਨਦਾਰੀ ਦੇ ਨਾਲ। ਨਿਮਰਤਾ ਹੈਗੀ ਤੁਹਾਡੇ 'ਚ? ਹੁਣ ਵੀ ਇਹ ਤਾਂ ਵਾਹਿਗੁਰੂ ਦੀ ਦਾਤ ਹੁੰਦੀ ਆ ਤੇ ਵਾਹਿਗੁਰੂ ਬਖਸ਼ਦਾ, ਤੇ ਬਾਕੀ ਹੈ ਜਾਂ ਨਹੀਂ ਇਹ ਤਾਂ ਸੰਗਤਾਂ ਨੂੰ ਪਤਾ। ਫਿਰ ਇਹ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਹੈ, ਅਜੇ ਤਾਂ ਹੁਣ ਅਪਰੂਵ ਹੋਈ ਹੈ, ਬਣੀ ਨੂੰ ਖੈਰ ਬਹੁਤ ਸਾਲ ਹੋ ਗਏ ਸੀਗੇ, ਇਹ ਬਹਿ ਕੇ ਕਿਉਂ ਨਹੀਂ ਨਿਬੇੜਿਆ ਜਾ ਰਿਹਾ? ਹਰ ਰੋਜ਼ ਬਿਆਨਬਾਜ਼ੀਆਂ, ਜਲੂਸ ਤਾਂ ਕੌਮ ਦਾ ਨਿਕਲਦਾ ਇਹਨਾਂ ਗੱਲਾਂ। ਦੇਖੋ, ਰੌਲਾ ਤਾਂ ਕੋਈ ਵੀ ਨਹੀਂ। ਹੁਣ ਤੁਸੀਂ ਆਏ, ਜੇ ਤੁਹਾਨੂੰ ਮਨਾ ਕਰ ਦਿੰਦੇ ਅਸੀਂ ਵੀ ਸਟੇਟਮੈਂਟ ਨਹੀਂ ਦੇਣੀ ਜਾਂ ਇੰਟਰਵਿਊ ਨਹੀਂ ਦੇਣੀ, ਤਾਂ ਤੁਸੀਂ ਨਾਰਾਜ਼ ਹੁੰਦੇ। ਜੇ ਕੋਈ ਸਾਡੇ ਕੋਲ ਆ ਕੇ ਸੱਚਾਈ ਪੁੱਛਦਾ ਤੇ ਉਹਨੂੰ ਦੱਸਣਾ ਪੈਂਦਾ ਵੀ ਭਾਈ ਆਹ ਗੱਲਬਾਤ ਹੈ। ਬਾਕੀ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਆ। ਮੈਂ ਤਾਂ ਕਦੇ ਸੁਪਨੇ 'ਚ ਬਿਲਕੁਲ ਨਹੀਂ ਆ। ਉਹਨਾਂ ਨੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਇਹ ਹਰਿਆਣਾ ਕਮੇਟੀ ਵਾਸਤੇ। ਪਹਿਲਾਂ ਮੇਰੇ ਤੋਂ ਵੀ ਪਹਿਲਾਂ ਲੱਗੇ ਸੀ ਉਹ। ਮੈਂ ਤਾਂ 2005 ਦੇ ਵਿੱਚ ਆਇਆ ਸੀ, ਜਦੋਂ ਇੱਥੇ ਕਾਲਾਂ ਵਾਲੀ ਇਕੱਠ ਹੋਇਆ ਸੀਗਾ, ਮੁੱਖ ਮੰਤਰੀ ਹਰਿਆਣਾ ਇੱਥੇ ਆਇਆ ਸੀਗਾ, ਸੰਗਤਾਂ ਨੇ ਇਕੱਠ ਕੀਤਾ, ਮੈਨੂੰ ਵੀ ਬੁਲਾਇਆ, ਮੇਰੀ ਸਪੀਚ ਵੀ ਹੋਈ ਸੀ। ਮੈਂ ਉਸ ਵੇਲੇ ਤੋਂ ਹਰਿਆਣਾ ਕਮੇਟੀ ਨਾਲ, ਇਹਦੀ ਜਿਹੜੀ ਮੰਗ ਸੀ ਉਹ ਸ਼ੁਰੂਆਤ ਮੈਂ ਨਹੀਂ ਕੀਤੀ, ਇਹ ਤਾਂ ਇਹਨਾਂ ਤੋਂ ਵੀ ਪਹਿਲਾਂ ਸੀਗੇ ਜਿਨ੍ਹਾਂ ਨੇ ਮੰਗ ਸ਼ੁਰੂਆਤ ਕੀਤੀ ਸੀਗੀ। ਸ਼ਾਇਦ ਨਲਵੀ ਸਾਹਿਬ ਉੱਥੇ ਗਲਤ ਬਿਆਨਬਾਜ਼ੀ ਕਰ ਰਹੇ ਕਿ ਮੈਂ ਪੰਜਾਬ ਤੋਂ ਮੈਂ ਜਾ ਕੇ ਮੰਗ ਸ਼ੁਰੂ ਕੀਤੀ ਹੈ, ਨਹੀਂ। ਇਹ ਤਾਂ 1966 ਤੋਂ ਬਾਅਦ ਮੰਗ ਜਥੇਦਾਰ ਹਰਬੰਸ ਸਿੰਘ ਡਾਚਰ ਸੀ, ਉਹਨਾਂ ਨੇ ਮੰਗ ਦੀ ਸ਼ੁਰੂਆਤ ਕੀਤੀ ਸੀ। ਅਸੀਂ ਉਹਨਾਂ ਦੀ ਦਫ਼ਤਰ ਦੇ ਵਿੱਚ ਫੋਟੋ ਵੀ ਲਾਈ ਹੋਈ ਆ, ਆਪਣੇ ਦਫ਼ਤਰ ਦੇ ਵਿੱਚ ਬਕਾਇਦਾ, ਉਹ ਚੜ੍ਹਾਈ ਕਰਕੇ, ਕਾਲ ਚਲਾਣਾ ਕਰਕੇ। ਸੋ ਇਸ ਕਾਰਨ ਕਰਕੇ ਇਹ ਮੰਗ ਉਦੋਂ ਤੋਂ ਸ਼ੁਰੂਆਤ ਹੋਈ ਸੀ। ਮੈਂ 2005 ਦੇ ਵਿੱਚ ਇਹਦੇ 'ਚ ਸ਼ਾਮਲ ਹੋਇਆ, ਔਰ ਇਹ ਜਿਹੜੇ ਹੈ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ, ਇਹ ਸਤਿਕਾਰਯੋਗ ਨੇ। ਆਪਣਾ ਜਿੰਨਾ ਸਮਾਂ ਇਹਨਾਂ ਨੇ ਸੇਵਾ ਨਿਭਾਈ ਆ, ਆਪਣੀ ਨਿਭਾਈ ਆ, ਔਰ ਇਹਨਾਂ ਨੇ ਸੰਘਰਸ਼ ਕੀਤਾ। ਮੇਰਾ ਤਾਂ ਕੋਈ ਵਿਵਾਦ ਨਹੀਂ ਉਹਨਾਂ ਦੇ ਨਾਲ, ਉਹੀ ਵਿਵਾਦ ਖੜਾ ਕਰ ਰਹੇ ਆ। ਔਰ ਕੀਤਾ ਵੀ ਉਦੋਂ ਜਦੋਂ ਮੈਂ ਫੈਸਲਾ ਲੈ ਕੇ ਆ ਗਏ ਕਿ ਅਸੀਂ, ਸਾਡੇ ਵਾਹਿਗੁਰੂ ਵੱਲੋਂ ਇੱਕ ਦਾਤ ਆ ਕਿ ਫੈਸਲਾ ਫੈਸਲਾ ਤੁਸੀਂ ਲੈ ਕੇ ਆਏ ਹੋ। ਨਹੀਂ, ਫੈਸਲਾ ਕੋਰਟ ਨੇ ਸੁਣਾਇਆ ਤੇ ਅਸੀਂ ਲੈ ਕੇ ਆ ਗਏ। ਮਤਲਬ ਮੇਰੀ ਮੁੱਖ ਸੇਵਾਦਾਰੀ ਦੇ ਸਮੇਂ ਹੋਇਆ। ਇਤਿਹਾਸ ਲਿਖਿਆ ਜਾਣਾ ਕਿ ਜਿਸ ਵੇਲੇ ਹਰਿਆਣਾ ਕਮੇਟੀ ਦਾ ਫੈਸਲਾ ਹੋਇਆ ਸੀ, ਉਦੋਂ ਮੁੱਖ ਸੇਵਾਦਾਰ ਕੌਣ ਸੀਗਾ। ਤੇ ਇਸ ਕਰਕੇ ਜਦੋਂ ਅਸੀਂ ਲੈ ਕੇ ਆ ਗਏ, ਇਹ ਫੈਸਲਾ ਉੱਥੋਂ ਅਨਾਉਂਸ ਹੋ ਗਿਆ ਤੇ ਅਸੀਂ ਲੈ ਕੇ ਸੰਗਤਾਂ 'ਚ ਫਲੈਸ਼ ਕਰ ਦਿੱਤਾ, ਤਾਂ ਉਹਨਾਂ ਨੇ ਜਿਹੜਾ ਸੀਗਾ 24 ਘੰਟੇ ਵੀ ਨਹੀਂ ਪੈਣ ਦਿੱਤੇ ਕਿ ਪ੍ਰਧਾਨ ਮੈਂ। ਰੌਲਾ ਤਾਂ ਉਹਨਾਂ ਨੇ ਪਾਇਆ, ਸਾਡੇ ਵੱਲੋਂ ਤਾਂ ਕੋਈ ਰੌਲਾ ਹੀ ਨਹੀਂ ਹੈ। ਬਹੁਤ ਸਾਰੇ ਮੁੱਦੇ ਹੈ। ਜੇ ਅੱਜ ਬੀਜੇਪੀ ਨਾਲ ਨੇੜਤਾ ਦੀ ਤੁਹਾਡੇ ਤੇ ਸਵਾਲ ਉੱਠ ਰਹੇ ਹੈ, ਤੇ ਫਿਰ ਭਾਵੇਂ ਸੰਵਿਧਾਨ ਦੀ ਧਾਰਾ 25 ਦਾ ਮਾਮਲਾ ਹੋਵੇ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ ਹੈ, ਇਹ ਸਵਾਲ ਤੁਸੀਂ ਕਿਉਂ ਨਹੀਂ ਕਰਦੇ? ਇਹ ਗੱਲਾਂ ਕਿਉਂ ਨਹੀਂ ਕਰਦੇ ਕਿ ਸਾਨੂੰ ਵੱਖਰਾ ਸਟੇਟਸ ਮਿਲੇ ਸਿੱਖਾਂ ਨੂੰ? ਦੇਖੋ, ਜਿਹੜੇ ਪੰਥ ਦੇ ਮਸਲੇ ਆ ਨਾ, ਨੇੜਤਾ ਹੋਣੀ ਜਾਂ ਨਾ ਹੋਣੀ ਇਹ ਵੱਖਰੀ ਗੱਲ ਆ। ਪੰਥ ਦੇ ਮਸਲੇ ਅਸੀਂ ਜਿਨ੍ਹਾਂ ਨਾਲ ਨੇੜਤਾ ਨਾ ਵੀ ਹੋਏ, ਉਹਨਾਂ ਨਾਲ ਵੀ ਮੁੱਖ ਮੰਤਰੀ ਸਾਹਿਬ ਨਾਲ ਪਿਆਰ ਸਤਿਕਾਰ ਆ, ਜਾਂ ਚੇਅਰਮੈਨ ਸਾਹਿਬ ਮਿਨੋਰਟੀ ਕਮਿਸ਼ਨ ਆ, SC ਕਮਿਸ਼ਨ ਆ, ਮੇਰੇ ਕੋਲ ਇੱਥੇ ਆਏ ਵੀ ਆ, ਮੈਂ ਵੀ ਉਹਨਾਂ ਨੂੰ ਮਿਲਿਆ, ਗੱਲਬਾਤ ਵੀ ਇੱਥੇ ਡਿਸਕਸ ਹੋਈ ਆ। ਤੁਸੀਂ ਕਦੇ ਮਿਨੋਰਟੀ ਕਮਿਸ਼ਨ ਸਰਦਾਰ ਇਕਬਾਲ ਸਿੰਘ ਲਾਲਪੁਰਾ, ਉਹਨਾਂ ਨਾਲ ਗੱਲਬਾਤ ਕਰੋ, ਉਹਨਾਂ ਨੂੰ ਲਿਆਓ। ਉਹ ਕਈ ਗੱਲਾਂ ਜਿਹੜੀਆਂ ਨੇ ਉਹ ਕਾਨੂੰਨੀ ਗੱਲਾਂ ਦੱਸਦੇ ਆ ਕਿ ਜਿਹੜੇ ਆਰਟੀਕਲ 25B ਆ ਜਿਹੜਾ, ਇਹਦਾ ਕੀ ਮਤਲਬ ਆ, ਕਿਵੇਂ ਆ, ਕੀ ਗੱਲ ਆ। ਬਾਕੀ ਜਿੱਥੇ ਗੱਲ ਕੌਮ ਦੀ, ਧਰਮ ਦੀ, ਮੈਂ ਹਮੇਸ਼ਾ ਕਿਹਾ ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ ਆ ਸੰਸਾਰ ਤੇ। ਅਸੀਂ ਆਪਣੇ ਧਰਮ 'ਚ ਪਰਪੱਕ, ਦੂਜਿਆਂ ਦਾ ਸਤਿਕਾਰ ਕਰਦੇ ਹਾਂ। ਜੇਕਰ ਸਿੱਖ ਵੱਖਰੀ, ਜੇ ਸਿੱਖ ਇੱਕ ਵੱਖਰੀ ਕੌਮ ਨਹੀਂ ਆ, ਤਾਂ ਫਿਰ ਮਿਨੋਰਟੀ ਕਮਿਸ਼ਨ ਦੇ ਵਿੱਚ ਸਾਡਾ ਮਿਨੋਰਟੀ 'ਚ ਕਿਉਂ? ਫਿਰ ਅਸੀਂ, ਜੇ ਸਿੱਖ ਵੱਖਰੀ ਕੌਮ ਨਹੀਂ ਆ, ਫਿਰ ਮਿਨੋਰਟੀ 'ਚ ਸਾਡਾ ਕਿਉਂ ਜ਼ਿਕਰ ਆ? ਜੇ ਅਸੀਂ ਮਿਨੋਰਟੀ 'ਚ ਹੈ, ਵੱਖਰੀ ਕੌਮ ਆ, ਤੇ ਤਾਂ ਹੀ ਅਸੀਂ ਆ ਨਾ। ਜੇ ਅਸੀਂ ਬਹੁਮਤ ਦਾ ਹਿੱਸਾ ਹੋਈਏ ਜਾਂ ਬਹੁਮਤ ਹੋਈਏ, ਤੇ ਫਿਰ ਅਸੀਂ ਮਿਨੋਰਟੀ 'ਚ ਹੀ ਨਹੀਂ ਆਉਂਦੇ।
ਜੇ ਅਸੀਂ ਮਿਨੋਰਟੀ ਦੇ ਵਿੱਚ ਆ, ਵੱਖਰੀ ਕੌਮ ਆ, ਤਾਂ ਹੀ ਮਿਨੋਰਟੀ ਦੇ ਵਿੱਚ ਆ, ਵੀ ਗਿਣਤੀ ਥੋੜੀ ਆ, ਤੇ ਤਾਂ ਹੀ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਵੀ ਸਾਡਾ ਹੁਣ ਸਿੱਖ ਪੰਥ ਦੇ ਵਿੱਚੋਂ ਲਾਇਆ ਹੋਇਆ। ਤਾਂ ਤੁਹਾਨੂੰ ਲੱਗਦਾ ਹੈ ਕਿ ਧਾਰਾ 25 ਵੀ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ, ਇਹਦੇ ਨਾਲ ਫਰਕ ਨਹੀਂ ਪੈਂਦਾ? ਇਹਦੇ ਵਿੱਚ ਜਿਹੜਾ ਹੈਗਾ ਨਾ, ਕਈ ਗੱਲਾਂ ਨੇ, ਜਿਵੇਂ ਐਸੀ ਹੈਗਾ ਐਕਟ ਹੈ, ਜਾਂ ਐਸੀ ਭਾਈਚਾਰਾ ਵਾ, ਕਈ ਰਿਜ਼ਰਵੇਸ਼ਨ ਆ, ਕਈ ਗੱਲਾਂ ਨੇ। ਉਹ ਸਰਦਾਰ ਇਕਬਾਲ ਸਿੰਘ ਨੇ ਬੜੀਆਂ ਡਿਟੇਲ ਨਾਲ ਦੱਸੀਆਂ, ਮੈਨੂੰ ਹੁਣ ਉਹ ਸਾਂਝੀਆਂ ਮੇਰੇ ਯਾਦ ਵੀ ਨਹੀਂ ਆ ਕਿ ਮੈਂ ਸਾਰੀਆਂ ਸਾਂਝੀਆਂ ਕਰਾਂ। ਜੋ ਉਹਨਾਂ ਨੇ ਕਿਹਾ ਵੀ ਇਹਦੇ ਬੈਨੀਫਿਟ ਕੀ ਆ, ਇਹਦਾ ਸਿੱਖਾਂ ਨੂੰ ਕੀ ਫਾਇਦਾ, ਇਹਨਾਂ ਨੂੰ ਕੀ ਗੱਲਾਂ ਨੇ, ਕੀ ਬਾਤਾਂ ਨੇ, ਇਹ ਉਹ ਦੱਸ ਸਕਦੇ ਆ। ਪਰ ਜਿੱਥੋਂ ਤੱਕ ਹੈਗੀ, ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਸਿੱਖਾਂ ਦਾ ਸਰੂਪ ਵੱਖਰਾ, ਮਰਿਆਦਾ ਵੱਖਰੀ, ਗੁਰੂ ਵੱਖਰਾ, ਸਾਰਾ ਕੁਛ। ਤਾਂ ਸਿੱਖ ਕੌਮ ਵੱਖਰੀ ਕਿਉਂ ਨਹੀਂ ਆ? ਮੈਂ ਦੁਨੀਆ 'ਚ ਪ੍ਰਚਾਰ ਕੀਤਾ, ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ ਆ, ਸਾਡੇ ਅਸੂਲ ਦੇ ਸਿਧਾਂਤ ਵੱਖਰੇ। ਪਰ ਅਸੀਂ ਇਹ ਹੈ ਵੀ ਸਤਿਕਾਰ, ਅਸੀਂ ਆਪਣੇ ਧਰਮ 'ਚ ਪਰਪੱਕ ਤੇ ਦੂਜੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਚਾਹੇ ਬੋਧੀ ਆ, ਜੈਨੀ ਆ, ਚਾਹੇ ਕੋਈ ਬ੍ਰਾਹਮਣ ਆ, ਚਾਹੇ ਈਸਾਈ ਆ, ਚਾਹੇ ਮੁਸਲਮਾਨ ਆ। ਅਸੀਂ ਦੂਜਿਆਂ ਦਾ ਸਤਿਕਾਰ ਕਰਨਾ, ਆਪਣੇ ਧਰਮ 'ਚ ਪਰਪੱਕ ਹੋਣਾ। ਸਿੱਖ ਜਿਹੜਾ ਹੈਗਾ ਉਹ ਸਮੂਹ ਧਰਮਾਂ ਦਾ, ਧਰਮ ਗ੍ਰੰਥਾਂ ਦਾ, ਧਰਮੀ ਲੋਕਾਂ ਦਾ, ਧਰਮ ਸਥਾਨਾਂ ਦਾ ਸਤਿਕਾਰ ਕਰਦਾ। ਗੁਰੂ ਕਾ ਸਿੱਖ ਕਿਸੇ ਦਾ ਨਰਾਦਰ ਨਹੀਂ ਕਰਦਾ, ਆਪਣੇ ਧਰਮ 'ਚ ਪਰਪੱਕ ਹੁੰਦਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਗੁਰੂ ਨੇ ਸਾਨੂੰ ਇੱਕ ਰਹਿਤ ਦਿੱਤੀ ਹੈ, ਇੱਕ ਸਾਨੂੰ ਮਰਿਆਦਾ ਦਿੱਤੀ ਹੈ, ਉਸ ਤੇ ਅਸੀਂ ਚੱਲਣਾ ਵਾ, ਦੂਜਿਆਂ ਦਾ ਸਤਿਕਾਰ ਕਰਨਾ। ਤਾਂ ਹੀ ਇਹ ਸਾਰਾ ਕੁਛ ਵੱਖਰਾ ਹੈ ਸਾਡਾ, ਮਰਿਆਦਾ ਵੱਖਰੀ, ਰਹਿਣ ਸਹਿਣ ਵੱਖਰਾ, ਮਿਤ ਮਰਿਆਦਾ, ਸਾਡੀ ਪੂਜਾ ਪ੍ਰਤਿਸ਼ਠਾ, ਸਾਰਾ ਕੁਛ ਤੇ ਵੱਖਰਾ ਹੈ। ਅਨੰਦਪੁਰ ਦੇ ਮਤੇ ਦੇ ਇਸ਼ੂਸ ਤੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਉਸ ਪੋਜੀਸ਼ਨ ਤੇ ਆ ਕੇ ਖੜ ਗਏ ਕਿ ਤੁਸੀਂ ਬੈਠੇ ਹਰਿਆਣੇ ਚੋਂ, ਗੱਲ ਪੰਜਾਬ ਦੀ ਵੀ ਹੈ, ਤੁਸੀਂ ਤਾਂ ਕਹਿੰਦੇ ਹੋ ਮੈਂ ਕੌਮ ਦਾ, ਪੰਜਾਬ ਦੇ ਪਾਣੀਆਂ ਦਾ ਮੁੱਦਾ, SYL ਦਾ ਮੁੱਦਾ, ਬਲਜੀਤ ਸਿੰਘ ਦਾਦੂਵਾਲ ਕਿੱਥੇ ਖੜਨਗੇ? ਦੇਖੋ, ਮੈਂ ਤਾਂ ਹਮੇਸ਼ਾ ਹੱਕਾਂ ਦੀ ਗੱਲ ਕੀਤੀ ਹੈ, ਤੇ ਮੈਂ ਤਾਂ ਪਾਣੀ ਵਾਲੇ ਮਸਲੇ ਤੇ ਵੀ ਮੇਰਾ ਸਟੈਂਡ ਕਲੀਅਰ ਹੈ ਕਿ ਜੇ ਹਰਿਆਣੇ ਦਾ ਹੱਕ ਬਣਦਾ, ਹਰਿਆਣੇ ਨੂੰ ਮਿਲਣਾ ਚਾਹੀਦਾ, ਜੇ ਨਹੀਂ ਹੈ ਤਾਂ ਨਹੀਂ ਮਿਲਣਾ ਚਾਹੀਦਾ। ਜੇ ਪੰਜਾਬ ਦਾ ਹੀ ਹੱਕ ਆ ਤਾਂ ਪੰਜਾਬ ਨੂੰ ਮਿਲੇ। ਇਹ ਤਾਂ ਜਿਹੜੇ ਸਾਡੇ ਰਿਪੇਰੀਅਨ ਕਾਨੂੰਨ ਹੈ, ਜੋ ਮਸਲਾ ਹੈਗਾ, ਕਿ ਉਹਦੀ ਅਣਦੇਖੀ ਨਾ ਹੋਵੇ। ਜੇ ਰਿਪੇਰੀਅਨ ਕਾਨੂੰਨ ਤਾਂ ਕਹਿੰਦਾ ਕਿ ਪੰਜਾਬ ਨੂੰ ਮਿਲਣਾ ਚਾਹੀਦਾ, ਜੇ ਪੰਜਾਬ ਦਾ ਹੱਕ ਹੈ ਫਿਰ ਪੰਜਾਬ ਲਏ, ਜੇ ਸਾਡਾ ਹੱਕ ਆ ਤੇ ਸਾਨੂੰ ਮਿਲੇ। ਹੁਣ ਦੇਖੋ, ਸਾਡਾ ਹੱਕ ਸੀ ਕਮੇਟੀ, ਤੇ ਅਸੀਂ ਲੈ ਲਈ, ਹੁਣ ਮਿਲ ਗਈ ਸਾਨੂੰ। ਜੇ ਸਾਡਾ ਹੱਕ ਪਾਣੀਆਂ ਤੇ ਹੋਇਆ ਤੇ ਸਾਨੂੰ ਪਾਣੀ ਵੀ ਮਿਲੂਗਾ। ਪੋਲੀਟੀਕਲ ਤੌਰ ਤੇ ਤੁਸੀਂ ਖੜੋਗੇ ਇਸ ਬਿਆਨ ਤੇ? ਜੇ ਕੱਲ ਨੂੰ ਵੱਡਾ ਸਵਾਲ ਹੁੰਦਾ, ਹੁਣ ਅੱਜ 2 ਦਿਨ ਪਹਿਲਾਂ ਚੌਟਾਲਾ ਸਾਹਿਬ ਨੇ ਵੀ ਬਿਆਨ ਦੇਤਾ, ਸੁਖਬੀਰ ਬਾਦਲ ਵੀ ਸਾਹਮਣੇ ਸੀ, ਜਿੱਥੇ ਉਹ ਕਹਿ ਰਿਹਾ ਕਿ ਇਹ ਇੱਕ ਵੱਡੀ ਧਿਰੋ ਬਣਾ ਰਹੇ ਹੈ ਕਿ SYL ਬਣ ਕੇ ਰਹੂਗੀ, ਹਰਿਆਣੇ ਨੂੰ ਪਾਣੀ ਮਿਲੂਗਾ। ਪੋਲੀਟੀਕਲੀ ਤਾਂ ਦੇਖੋ, ਹੁਣ ਮੈਨੂੰ ਤੁਸੀਂ ਦੱਸੋ ਵੀ ਸੁਖਬੀਰ ਸਿੰਘ ਬਾਦਲ ਤਾਂ ਪੋਲੀਟੀਕਲ ਲੜਦੇ ਆ, ਮੈਂ ਤਾਂ ਕੋਈ ਪੋਲੀਟੀਕਲ ਚੋਣ ਨਹੀਂ ਲੜਦਾ। ਪਰ ਉਹ ਫਿਰ ਇੱਥੇ ਰੈਲੀ ਦੇ ਵਿੱਚ ਬੈਠੇ ਕਿਉਂ ਚੁੱਪ ਰਹੇ, ਕਿਉਂ ਨਹੀਂ ਸਟੇਟਮੈਂਟ ਦਿੱਤੀ? ਉਹਨਾਂ ਦਾ ਫਰਜ਼ ਬਣਦਾ ਕਿ ਪੰਜਾਬ 'ਚ ਸਟੇਟਮੈਂਟਾਂ ਹੋਰ ਤੇ ਹਰਿਆਣੇ 'ਚ ਹੋਰ। ਮੇਰੀ ਤਾਂ ਹਰਿਆਣੇ 'ਚ ਵੀ ਉਹੀ ਸਟੇਟਮੈਂਟ ਆ, ਪੰਜਾਬ 'ਚ ਵੀ ਉਹੀ ਆ, ਵੀ ਜੇ ਸਾਡਾ ਹੱਕ ਆ ਤੇ ਸਾਨੂੰ ਮਿਲਣਾ ਚਾਹੀਦਾ, ਜੇ ਸਾਡਾ ਹੱਕ ਨਹੀਂ ਆ ਤਾਂ ਸਾਨੂੰ ਨਾ ਦਿਓ। ਜਿਹੜਾ ਹਰਿਆਣੇ ਦੀ ਗੱਲ ਕਰ ਰਿਹਾ ਮੈਂ, ਜਿੱਥੋਂ ਤੱਕ ਬਾਕੀ ਮੈਂ ਤਾਂ ਚਲੋ ਸਾਂਝਾ ਸਾਰੇ ਪਾਸੇ ਜਾਣਾ, ਸਾਰੀ ਜਗ੍ਹਾ ਤੇ ਮੇਰਾ ਤਾਂ ਪਿਆਰ ਸਤਿਕਾਰ ਪ੍ਰਚਾਰ ਪ੍ਰਸਾਰ ਕਰਨਾ। ਜਿਹੜੀ ਗੱਲ ਪੋਲੀਟੀਕਲ ਆ, ਪੋਲੀਟੀਕਲ ਤੌਰ ਤੇ ਜੇ 1966 ਦੇ ਵਿੱਚ ਲਿਖਿਆ ਗਿਆ ਸੀ ਕਿ ਹਰਿਆਣਾ ਵੱਖਰੀ ਕਮੇਟੀ ਬਣਾ ਸਕਦਾ, ਇਹਨਾਂ ਦੀ ਯੂਨੀਵਰਸਿਟੀ, ਇਹਨਾਂ ਦਾ PGI, ਸਾਰਾ ਕੁਛ ਉਸ ਹਿਸਾਬ ਨਾਲ ਐਕਟ ਅਨੁਸਾਰ ਬਣੀ ਸੀ, ਤਾਂ ਹੀ ਸੁਪਰੀਮ ਕੋਰਟ ਨੇ ਇੰਪਲੀਮੈਂਟ ਕਰਤਾ। ਜੇਕਰ ਐਕਟ ਅਨੁਸਾਰ ਨਾ ਹੁੰਦੀ, ਗੈਰ ਕਾਨੂੰਨੀ ਹੁੰਦੀ, ਤੇ ਸੁਪਰੀਮ ਕੋਰਟ ਮਾਨਤਾ ਥੋੜੀ ਦਿੰਦੀ ਸੀਗੀ। ਪਰ ਫਿਰ ਐਕਟ ਤਾਂ ਇਹ ਵੀ ਕਹਿੰਦਾ ਸੀ ਕਿ ਹਰਿਆਣਾ ਰਾਜਧਾਨੀ ਵੱਖਰੀ ਬਣਾਊਗਾ, ਚੰਡੀਗੜ੍ਹ ਪੰਜਾਬ ਨੂੰ ਮਿਲ ਜੂਗਾ। ਤੁਸੀਂ ਹਾਮੀ ਭਰਦੇ ਹੋ ਇਸ ਗੱਲ ਦੀ? ਦੇਖੋ, ਜੇਕਰ ਐਕਟ ਕਹਿੰਦਾ ਵਾ ਤਾਂ ਫਿਰ ਬਣਨੀ ਚਾਹੀਦੀ ਹੈ ਵੱਖਰੀ ਗੱਲ। ਜੋ ਕਾਨੂੰਨੀ ਗੱਲ, ਮੈਂ ਗੈਰ ਕਾਨੂੰਨੀ ਗੱਲ ਨਹੀਂ ਕਰੂੰਗਾ। ਜੇ ਕਾਨੂੰਨੀ ਗੱਲ ਹੈਗੀ ਆ ਤਾਂ ਉਹ ਹੋਣਾ ਚਾਹੀਦਾ ਵਾ। ਸਾਡੇ ਤਾਂ ਸ਼ਾਇਦ ਹਰਿਆਣਾ ਦੇ ਵਿੱਚ ਪਿੱਛੇ ਜੇ ਮੈਂ ਪੜ੍ਹਿਆ ਵੀ ਆ ਕਿ ਉਹ ਵੱਖਰੀ ਜ਼ਮੀਨ ਦੇਖ ਰਹੇ ਆ, ਵੱਖਰੀ ਬਣਾਉਣ ਵਾਸਤੇ ਦੇਖ ਰਹੇ ਆ, ਵਿਧਾਨ ਸਭਾ ਵਾਸਤੇ। ਤਾਂ ਫਿਰ ਉਹ ਤਾਂ ਹੀ ਇਹ ਕਸਰਤ ਹੋ ਰਹੀ ਹੋਊਗੀ ਜੇਕਰ ਉਹ ਐਕਟ ਅਨੁਸਾਰ ਹੋਊ, ਕਾਨੂੰਨੀ ਹੋਊਗੀ। ਬਾਕੀ ਇਹ ਕਾਨੂੰਨੀ ਪੋਲੀਟੀਕਲ ਲੋਕ ਜਿਹੜੇ ਉਹ ਵੱਧ ਜਾਣਦੇ ਆ, ਜਿਨ੍ਹਾਂ ਨੇ ਪੋਲੀਟੀਕਲ ਚੋਣਾਂ ਲੜਨੀਆਂ ਨੇ। ਮੈਂ ਤਾਂ ਇੱਕ ਧਾਰਮਿਕ ਡਿਊਟੀ, ਧਰਮ ਦਾ ਮੈਂ ਦੇਖਿਆ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਨਹੀਂ, SGPC ਇੱਧਰ ਧਿਆਨ ਨਹੀਂ ਦੇ ਪਾਉਂਦੀ। ਧਰਮ ਦਾਦੂਵਾਲ ਸਾਹਿਬ ਇਸੇ ਗੱਲ ਤੇ ਲੜਿਆ ਨਾ, ਇਹ ਸਾਰੇ ਪੋਲੀਟੀਕਲ ਮੁੱਦਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਕੇ ਸਟੈਂਡ ਲੈਂਦੇ ਆ। ਅਨੰਦਪੁਰ ਦਾ ਮਤਾ ਪੋਲੀਟੀਕਲ ਦੀ ਥਾਂ ਧਾਰਮਿਕ ਹੋ ਜਾਂਦਾ ਹੈ, ਮੋਰਚੇ ਲੱਗਦੇ ਆ ਬਕਾਇਦਾ, ਕੌਮ ਮੋਰਚੇ ਤਾਂ ਹੀ ਲਾਉਂਦੀ ਹੈ ਇਹ। ਤਾਂ ਕੀ ਇਹਨੂੰ ਵੱਖ ਕਰਕੇ ਦੇਖ ਸਕਦੇ ਹੋ ਤੁਸੀਂ ਧਰਮ ਨਾਲੋਂ? ਦੇਖੋ, ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਹੀ ਸ਼੍ਰੋਮਣੀ ਅਕਾਲੀ ਦਲ ਲੈ ਕੇ ਸ਼ਾਮਲ ਹੋਇਆ ਧਰਮ ਯੁੱਧ ਮੋਰਚੇ ਦੇ ਵਿੱਚ, ਸ਼ਾਇਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਉਦੋਂ ਪ੍ਰਧਾਨ ਸੀਗੇ। ਤੇ ਜਦੋਂ ਇਹ ਅਕਾਲੀ ਦਲ ਧਰਮ ਯੁੱਧ ਮੋਰਚਾ ਦੇ ਵਿੱਚ ਇਹ ਲੈ ਕੇ ਅਨੰਦਪੁਰ ਦਾ ਮਤਾ ਦਾਖਲ ਹੋਏ ਤਾਂ ਫਿਰ ਆਪ ਹੀ ਨਹੀਂ ਉਹਦੇ ਤੇ ਰਹੇ, ਆਪ ਹੀ ਉਹਦੇ ਤੋਂ ਪਾਸੇ ਚਲੇ ਗਏ। ਗੁਰਦੁਆਰਾ ਆਲ ਇੰਡੀਆ ਐਕਟ ਤੋਂ ਪਾਸੇ ਚਲੇ ਗਏ, ਆਪ ਹੀ ਇੱਥੋਂ ਪਾਸ ਕਰਕੇ SGPC ਨੇ ਭੇਜਦਾ, ਕੇਂਦਰ 'ਚ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਦੀ ਰੁਕਾਵਟ ਲਾਤੀ। ਹੁਣ ਇੱਕ ਰੌਲਾ ਸਾਰੇ ਕਹੀ ਜਾਂਦੇ ਆ ਆਲ ਇੰਡੀਆ ਐਕਟ ਹੋਣਾ ਚਾਹੀਦਾ। ਬਹੁਤਿਆਂ ਨੂੰ ਇਹ ਹੈ ਕਿ ਸ਼ਾਇਦ ਪੂਰੇ ਭਾਰਤ ਦੀ ਇੱਕੋ ਕਮੇਟੀ ਬਣ ਜਾਣੀ ਹੈ। ਆਲ ਇੰਡੀਆ ਐਕਟ ਬਾਰੇ ਬਹੁਤਿਆਂ ਨੂੰ ਪਤਾ ਵੀ ਨਹੀਂ ਆ
ਮੈਂ ਤੁਹਾਡੇ ਟੀਵੀ ਚੈਨਲ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੇ ਕਮੇਟੀ ਬਣੀ ਸੀਗੀ ਆਲ ਇੰਡੀਆ ਐਕਟ ਗੁਰਦੁਆਰਾ ਬਣਾਉਣ ਵਾਸਤੇ, ਉਹਦੇ ਵਿੱਚ ਜਸਟਿਸ ਹਰਬੰਸ ਸਿੰਘ ਸਨ, ਉਹ ਵੀ ਚੜ੍ਹਾਈ ਕਰ ਗਏ, ਬਾਕੀ ਟੀਮ ਮੈਂਬਰ ਵੀ ਚੜ੍ਹਾਈ ਕਰ ਗਏ। ਇੱਕ ਜਿਉਂਦੇ ਨੇ ਸਰਦਾਰ ਮਨਜੀਤ ਸਿੰਘ ਖਹਿਰਾ, ਜਿਨ੍ਹਾਂ ਨੇ ਐਕਟ ਬਣਾਇਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਸ ਵੇਲੇ ਉਹ ਗੁਰਦੁਆਰਾ ਆਲ ਇੰਡੀਆ ਐਕਟ ਦੇ ਵੀ ਕਮੇਟੀ ਦੇ ਮੈਂਬਰ ਸੀਗੇ। ਉਹ ਕਹਿੰਦੇ ਬਹੁਤਿਆਂ ਨੂੰ ਇਹ ਨਹੀਂ ਪਤਾ, ਆਲ ਇੰਡੀਆ ਐਕਟ 'ਚ ਵੀ ਹਰਿਆਣਾ ਕਮੇਟੀ ਵੱਖਰੀ ਹੈ, 5 ਸਟੇਟਾਂ ਦੀਆਂ ਕਮੇਟੀਆਂ ਵੱਖਰੀਆਂ ਸੀ ਉਹਦੇ ਵਿੱਚ, ਪੰਜਾਬ ਕਮੇਟੀ, ਰਾਜਸਥਾਨ ਕਮੇਟੀ, ਦਿੱਲੀ ਕਮੇਟੀ, ਯੂਪੀ ਕਮੇਟੀ ਤੇ ਹਰਿਆਣਾ ਕਮੇਟੀ। ਬਾਕੀ ਸਟੇਟਾਂ ਜਿਨ੍ਹਾਂ 'ਚ ਘੱਟ ਗੁਰਦੁਆਰੇ ਸੀ ਉਹਨਾਂ 'ਚ 2-2 4-4 ਸਟੇਟਾਂ ਦੀ ਮਿਲ ਕੇ ਕਮੇਟੀ ਬਣਨੀ ਸੀ ਤੇ ਉੱਪਰ ਇੱਕ ਕੇਂਦਰੀ ਕਮੇਟੀ ਸੀ ਜਿਹਦੇ ਕੋਲੇ 5 ਤਖਤਾਂ ਦਾ ਪ੍ਰਬੰਧ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਹੋਣਾ ਸੀ। 6 ਸਥਾਨਾਂ ਦਾ ਪ੍ਰਬੰਧ ਉਸ ਕੇਂਦਰੀ ਕਮੇਟੀ ਕੋਲੇ ਹੋਣਾ ਸੀ ਤੇ ਉਹਦੇ ਵਿੱਚ ਇਹ ਜਿਹੜੀਆਂ ਕਮੇਟੀਆਂ ਹੋਣੀਆਂ ਸੀ ਸਟੇਟਾਂ ਦੀਆਂ, ਇਹਦੇ 'ਚੋਂ ਮੈਂਬਰ ਉਹਦੇ ਵਿੱਚ ਜਾਣੇ ਸੀਗੇ। ਹੁਣ ਤੁਸੀਂ ਦੱਸੋ, ਸਾਡਾ ਤਾਂ ਗੁਰਦੁਆਰਾ ਆਲ ਇੰਡੀਆ ਐਕਟ ਦੇ ਵਿੱਚ ਵੀ ਹਰਿਆਣਾ ਕਮੇਟੀ ਵੱਖਰੀ ਆ, ਇਹਦਾ ਰੌਲਾ ਰੱਪਾ ਹੋਣਾ ਹੀ ਨਹੀਂ ਚਾਹੀਦਾ ਕਿਸੇ ਤਰ੍ਹਾਂ ਦਾ। ਇਹਦਾ ਸੇਵਾ ਸੰਭਾਲ ਦਿੱਲੀ ਕਮੇਟੀ ਵੱਖਰੀ ਆ, ਹਜ਼ੂਰ ਸਾਹਿਬ ਬੋਰਡ ਵੱਖਰਾ, ਪਟਨਾ ਸਾਹਿਬ ਬੋਰਡ ਵੱਖਰਾ, ਹਰਿਆਣਾ ਕਮੇਟੀ ਵੱਖਰੀ ਬਣ ਗਈ। ਤਾਂ ਇਹਨੂੰ ਇੱਦਾਂ ਦੇ ਮੈਂ ਸਮਝਦਾ ਬਿਆਨਬਾਜ਼ੀ, ਜਿਵੇਂ ਸਰਦਾਰ ਧਾਮੀ ਸਾਹਿਬ ਸਾਡੇ ਮਾਨਯੋਗ ਐਡਵੋਕੇਟ ਸਾਹਿਬ ਜਿਹੜੇ ਪ੍ਰਧਾਨ ਨੇ, ਜਾਂ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤਾਂ ਨਹੀਂ ਕਰਨੀ ਚਾਹੀਦੀ। ਜਾਂ ਉਹ ਹਰਿਆਣੇ ਦੇ ਸਿੱਖਾਂ ਨੂੰ ਸਿੱਖ ਨਹੀਂ ਮੰਨਦੇ, ਦੱਸਣ ਕਿ ਹਰਿਆਣੇ ਦੇ ਸਿੱਖ ਵੀ ਤਾਂ ਸੇਵਾ ਕਰ ਸਕਦੇ ਆ, ਇਹ ਵੀ ਤਾਂ ਸਿੱਖ ਨੇ। ਇਹ ਤਾਂ ਸਿੱਖਾਂ ਨੇ ਸਗੋਂ ਇਸ ਕਾਰਨ ਕਰਕੇ ਉਦਾਸ ਨਾਰਾਜ਼ ਵੀ ਆ ਕਿ ਬਾਦਲ ਪਰਿਵਾਰ ਆਉਂਦਾ ਸੀਗਾ, ਕਹਿੰਦੇ ਸਾਡੇ ਦੁੱਖਾਂ 'ਚ ਭਾਈਵਾਲ ਤਾਂ ਹੁੰਦਾ ਨਹੀਂ ਸੀਗਾ, ਪਰ ਜਦੋਂ ਆਉਂਦਾ ਸੀ ਆ ਕੇ ਚੋਣਾਂ ਵੇਲੇ ਸਾਨੂੰ ਕਦੇ ਕਿਸੇ ਪਾਰਟੀ ਨੂੰ ਵੇਚ ਕੇ, ਕਦੇ ਕਿਸੇ ਨੂੰ ਵੇਚ ਕੇ ਸਾਡਾ ਸੌਦਾ ਕਰ ਜਾਂਦੇ ਸੀ। ਤੇ ਮੈਨੂੰ ਤਾਂ ਇਸ ਗੱਲ ਦੇ ਫੋਨ ਜਿੱਥੇ ਵਧਾਈ ਦੇ ਆਏ ਹਰਿਆਣੇ ਪੂਰੇ 'ਚੋਂ, ਉਹ ਕਹਿੰਦੇ ਜੀ ਦਾਦੂਗਰ ਸਾਹਿਬ ਤੁਹਾਡਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਬਾਦਲਾਂ ਦੀ ਗੁਲਾਮੀ ਤੋਂ ਯਾਦ ਕਰਤਾ, ਗੁਰੂ ਘਰਾਂ ਦੇ ਪ੍ਰਬੰਧਾਂ ਕਰਕੇ ਸਾਨੂੰ ਬਾਦਲਾਂ ਦੀ ਗੁਲਾਮੀ ਕਰਨੀ ਪੈਂਦੀ। ਪਰ ਕੀ ਇਹਦੇ ਨਾਲ ਹਰਿਆਣੇ ਦੇ ਸਿੱਖ ਪੋਲੀਟੀਕਲੀ ਸਟਰੋਂਗ ਹੋਣਗੇ? ਦੇਖੋ, ਇੱਕ ਧਾਰਮਿਕ ਪਲੇਟਫਾਰਮ ਖੜਾ ਹੋਇਆ, ਧਾਰਮਿਕ ਪਲੇਟਫਾਰਮ ਦੇ ਨਾਲ ਰਾਜਨੀਤਿਕ ਪਲੇਟਫਾਰਮ ਵੀ ਖੜਾ ਹੋਊਗਾ। ਹੁਣ ਅੱਜ ਹੀ ਇਹਦੇ ਤੋਂ ਬਣਨ ਤੋਂ ਪਹਿਲਾਂ ਹੀ, ਅਜੇ ਐਲਾਨ ਨਹੀਂ ਸੀ ਹੋਇਆ, ਤੇ ਪਹਿਲਾਂ ਹੀ ਇੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਹਰਿਆਣਾ ਸਟੇਟ, ਜਿਵੇਂ ਦਿੱਲੀ ਸਟੇਟ ਬਣਿਆ, ਉਹਨਾਂ ਨੇ ਐਲਾਨ ਕੀਤਾ ਕੁਝ ਵੀਰਾਂ ਨੇ। ਸੋ ਇਸ ਤਰ੍ਹਾਂ ਇੱਥੇ ਜਿਹੜਾ ਹੈਗਾ, ਹੁਣ ਜਦੋਂ 20-30 ਲੱਖ ਸਿੱਖ ਜੇ ਵੱਸਦਾ ਇੱਥੇ, ਤਾਂ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪਲੇਟਫਾਰਮ ਹੀ ਹੋਣਾ ਚਾਹੀਦਾ। ਸਾਰੀਆਂ ਪਾਰਟੀਆਂ ਉਹਨਾਂ ਨੂੰ ਸਨਮਾਨ ਦੇਣਗੀਆਂ। ਇੱਕ ਉਹਨਾਂ ਦੇ ਜਿਹੜੇ ਹੁਣ ਮੈਂਬਰ ਹੋਣਗੇ, 40 ਮੈਂਬਰ ਚੁਣੇ ਜਾਣੇ ਆ। ਇਹ ਜਿਹੜਾ 41 ਮੈਂਬਰਾਂ ਦਾ ਐਡਹੌਕ ਕਮੇਟੀ ਆ, ਇਹ ਤਾਂ ਬਣਾਈ ਸੀ ਕਿ 40-20 ਬਰਾਬਰ ਹੋ ਜਾਂਦੇ ਜਦੋਂ ਕਿਤੇ ਵੋਟਿੰਗ ਹੁੰਦੀ ਆ, ਤੇ 41 ਬਣਾਤੀ ਸੀ ਐਡਹੌਕ ਕਮੇਟੀ। ਵੈਸੇ ਜਿਹੜੀ ਸਾਡੀ ਕਮੇਟੀ ਉਹ 40 ਮੈਂਬਰ ਹੀ ਆ, ਪਰ 9 ਮੈਂਬਰ ਨੋਮੀਨੇਟ ਹੋਇਆ ਕਰਨੇ ਆ ਉਹਦੇ ਵਿੱਚ। 49 ਦਾ ਹਾਊਸ ਪੂਰਾ ਹੋਣਾ। ਜਿਹੜੀ ਸਰਕਾਰ ਉਹ ਨੋਮੀਨੇਟ ਕਰ ਲਿਆ ਕਰੂ ਆਪਣੇ? ਨਹੀਂ, ਜਿਹੜੇ 40 ਮੈਂਬਰ ਜਿੱਤਿਆ ਕਰਨਗੇ ਉਹਨਾਂ ਨੇ ਨੋਮੀਨੇਟ ਕਰਨੇ, ਉਦੋਂ ਸਰਕਾਰ ਨੇ ਨਹੀਂ ਕਰਨੇ। ਸਰਕਾਰ ਦਾ ਅਧਿਕਾਰ ਖੇਤਰ ਹੈ ਐਡਹੌਕ ਕਮੇਟੀ ਬਣਾਉਣ ਤੇ, ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ, ਵਾਰਡਬੰਦੀ ਨਹੀਂ ਹੁੰਦੀ। ਜਦੋਂ ਵਾਰਡਬੰਦੀ ਹੋ ਗਈ, ਇਲੈਕਸ਼ਨ ਹੋ ਗਈ, ਉਦੋਂ ਬਾਅਦ ਫੁੱਲ ਫਲੈਜਰ ਜਿਹੜਾ ਪੂਰੀ ਜ਼ਿੰਮੇਵਾਰੀ ਆ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣੀ ਹੈ। ਜਿਹੜੇ ਮੈਂਬਰ ਜਿੱਤਿਆ ਕਰਨੇ ਉਹਨਾਂ ਨੇ ਨੋਮੀਨੇਟ ਕਰਿਆ ਕਰਨੇ ਉਹ ਮੈਂਬਰ। ਤੁਸੀਂ ਕੋਈ ਪੋਲੀਟੀਕਲ ਧਿਰ ਖੜੀ ਕਰੋਗੇ ਸਿੱਖਾਂ ਦੀ ਹਰਿਆਣਾ? ਬਿਲਕੁਲ, ਕਿਉਂ ਨਹੀਂ। ਜਿਹੜਾ ਹੈਗਾ, ਜਦੋਂ ਧਾਰਮਿਕ ਤੌਰ ਤੇ ਅਸੀਂ ਇੱਕ ਸੰਸਥਾ ਵਾ, ਤਾਂ ਪੋਲੀਟੀਕਲ ਵੀ ਸਾਡੇ, ਮੈਨੂੰ ਤਾਂ ਬਹੁਤ ਸਾਰੇ ਫੋਨ ਆ ਰਹੇ ਆ, ਬਹੁਤ ਸਾਰੇ ਜਿਹੜੇ ਖੜੇ ਹੋਏ ਨੇ ਆਪਣੇ ਆਗੂ, ਜਿਨ੍ਹਾਂ ਨੇ ਸਟੇਟਮੈਂਟਾਂ ਵੀ ਦਿੱਤੀਆਂ, ਵਰਕ ਵੀ ਕਰ ਰਹੇ ਆ, ਤਾਂ ਬਿਲਕੁਲ ਹੋਣੀ ਚਾਹੀਦੀ ਹੈ। ਚੋਣਾਂ ਲੜੋਗੇ? ਆਉਣ ਵਾਲੀਆਂ ਚੋਣਾਂ ਵੀ ਲੜ ਸਕਦੇ? ਦੇਖੋ, ਜਿਹੜਾ ਇੱਕ ਧੜਾ ਤਾਂ ਬਣੇਗਾ ਹੀ ਨਾ, ਜਿਹੜਾ ਇਹਦੇ ਤੇ ਆਪਣਾ ਹਰਿਆਣਾ ਕਮੇਟੀ ਲੜਨ ਵਾਸਤੇ ਵੀ ਤਾਂ ਇੱਕ ਪਲੇਟਫਾਰਮ ਬਣਾਉਣਾ ਪਵੇਗਾ ਨਾ। ਬੀਜੇਪੀ ਦੀ ਸਪੋਰਟ 'ਚ ਹੋਊਗਾ ਉਹ? ਨਹੀਂ, ਦੇਖੋ, ਇਹ ਜਿਹੜਾ ਹੈਗਾ ਪੋਲੀਟੀਕਲ ਪਾਰਟੀ ਕਿਹੜੀ ਸਾਡਾ ਸਹਿਯੋਗ ਕਰਦੀ, ਕਿਹੜੀ ਨਹੀਂ ਕਰਦੀ। ਇਸ ਵੇਲੇ ਬੀਜੇਪੀ ਨੇ ਪੂਰੀ ਸਪੋਰਟ ਕੀਤੀ ਹੈ। ਉਹਨਾਂ ਨੇ ਦੇਖੋ ਚੰਗੇ ਵਕੀਲ ਦਿੱਤੇ ਆ ਸਾਨੂੰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ। ਬਣਾਈ ਜਿਹੜੀ ਸੀ ਭਾਵੇਂ ਕਾਂਗਰਸ ਸਰਕਾਰ ਵੇਲੇ ਸੀਗੀ, ਪਰ ਇਸ ਵੇਲੇ ਉਹਨਾਂ ਨੇ ਪੂਰੀ ਸਪੋਰਟ, ਪੂਰਾ ਪੱਖ ਦਿੱਤਾ। ਤੇ ਸਾਨੂੰ ਪੰਜਾਬ ਦੇ ਮੁੱਖ ਮੰਤਰੀ, ਭਾਵੇਂ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹਨਾਂ ਨੇ ਵੀ ਸਾਨੂੰ ਚੰਗੇ ਵਕੀਲ ਦਿੱਤੇ। ਤੇ ਉਹੀ ਕਮੈਂਟ ਜਿਹੜੇ ਸਾਡੇ ਹੱਕ 'ਚ ਜਾਂਦੇ ਸੀਗੇ, ਉਹਨਾਂ ਨੇ ਵੀ ਸਾਡੇ ਹੱਕ 'ਚ। ਇਹ ਧਿਰ ਤੁਹਾਡੀ ਪੰਜਾਬ 'ਚ ਵੀ ਕੱਲ ਨੂੰ ਜਾ ਸਕਦੀ ਹੈ? SGPC ਦੀਆਂ ਚੋਣਾਂ ਹੁੰਦੀਆਂ, ਉੱਥੇ ਵੀ ਇੰਟਰਵੀਨ ਕਰ ਸਕਦੀ ਹੈ? ਦੇਖੋ, ਚੰਗੇ ਪ੍ਰਬੰਧ ਵਾਸਤੇ ਉੱਥੇ ਪੂਰਾ ਸਾਥ ਦਿੱਤਾ ਜਾ ਸਕਦਾ, ਕਿਉਂ ਨਹੀਂ ਦਿੱਤਾ ਜਾ ਸਕਦਾ। ਦਿੱਲੀ ਕਮੇਟੀ ਵੀ ਤਾਂ ਪੰਜਾਬ 'ਚ ਦਾਖਲ ਹੁੰਦੀ, ਪੰਜਾਬ ਵਾਲੇ ਦਿੱਲੀ ਵੀ ਤਾਂ ਜਾਂਦੇ ਆ। ਆਪਸ ਇੱਕ ਚੰਗੇ ਪ੍ਰਬੰਧ ਨੂੰ ਕਰਨ ਵਾਸਤੇ। ਜੇ ਤੁਸੀਂ ਚਾਹੁੰਦੇ ਹੋ ਕਿ SGPC ਜੋ ਅੱਜ ਅਕਾਲੀ ਦਲ ਦੇ ਕੰਟਰੋਲ ਦੇ ਵਿੱਚ ਹੈ, ਕੱਲ ਨੂੰ ਚੋਣਾਂ ਹੋਣ ਤਾਂ ਹੋਰ ਕਿਸੇ ਦੇ ਵੀ ਆ ਸਕਦੀਆਂ, ਉਹ ਹਰਿਆਣੇ 'ਚ ਦਖਲ ਨਾ ਕਰੇ, ਹਰਿਆਣੇ ਦੀ ਕਮੇਟੀ ਅਲੱਗ ਹੋਵੇ, ਤਾਂ ਹਰਿਆਣੇ ਵਾਲੇ ਪੰਜਾਬ 'ਚ ਜਾ ਸਕਦੇ ਦਖਲ? ਨਹੀਂ, ਜਿਹੜੀ ਕਮੇਟੀ ਵਾਸਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਆ ਕੇ ਚੋਣਾਂ ਲੜ ਸਕਦਾ। ਇੱਥੇ ਚੋਣਾਂ ਲੜਨ ਤੋਂ ਕੋਈ ਅਧਿਕਾਰ ਨਹੀਂ ਹੈ।
ਇਹ 'ਚ ਰੁਕਾਵਟ ਨਹੀਂ ਹੈ, ਸਾਰਿਆਂ ਨੂੰ ਅਧਿਕਾਰ ਹੈ। ਉਹ ਜੇ ਵੀ ਦਿੱਲੀ ਇੱਥੇ 'ਚ ਆ ਜਾ ਗਏ, ਕੇ ਲੜਦੇ ਆ, ਜੇ ਦਿੱਲੀ ਉਸੇ ਜਾ ਤਰ੍ਹਾਂ ਕੇ ਲੜਦੇ ਹਰਿਆਣੇ 'ਚ ਲੜ ਸਕਦੇ ਕੱਲ ਆ। ਨੂੰ ਪ੍ਰਧਾਨ ਦੁਬਾਰਾ ਆਪਣਾ ਬਣਾ ਸਕਦੇ ਹੋ। ਕੁਝ ਵੀ ਹੋ ਸਕਦਾ ਇੱਥੇ, ਇਹ ਤਾਂ ਸੰਗਤਾਂ ਹਰਿਆਣੇ ਦੀਆਂ ਨੇ ਦੇਖਣਾ। ਜੇ ਅਸੀਂ ਪ੍ਰਬੰਧ ਨਹੀਂ ਚੰਗਾ ਦੇਵਾਂਗੇ ਤਾਂ ਹਰਿਆਣੇ ਦੇ ਸਿੱਖ ਮੁੜ ਕੇ ਉਹਨਾਂ ਨੂੰ ਜਿਹੜਾ ਹੈਗਾ ਬਹੁਮਤ ਦੇ ਦੇਣਗੇ। ਜਿਵੇਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ 11 ਚੋਂ 7 ਸੀਟਾਂ SGPC ਦੀਆਂ ਹਰਿਆਣਾ ਕਮੇਟੀ ਨੂੰ ਜਿਤਾਈਆਂ ਗਈਆਂ ਸੀ ਜਦੋਂ ਸਰਦਾਰ ਨਲਵੀ ਸਰਦਾਰ ਝਿੰਡੇ ਹੋਣੀ ਬਣੇ ਸੀਗੇ। 5 ਸਾਲ ਇਹ ਨਹੀਂ ਕੰਮ ਕਰ ਸਕੇ ਤੇ ਮੁੜ ਕੇ ਉਹਨਾਂ ਨੇ ਸਾਰੀਆਂ 11 ਦੀਆਂ 11 ਸੀਟਾਂ, 4 ਸ਼ਾਇਦ ਆਜ਼ਾਦ ਸੀਗੀਆਂ, 7 ਸੀਟਾਂ ਜਿਹੜੀਆਂ ਸਿੱਧੀਆਂ ਬਾਦਲ ਪਰਿਵਾਰ ਨੂੰ ਜਿਹੜੀਆਂ ਦੇ ਦਿੱਤੀਆਂ। ਨਹੀਂ, ਸਾਰੀਆਂ ਹੀ ਹਾਰ ਗਏ। ਸਰਦਾਰ ਝਿੰਡਾ, ਸਰਦਾਰ ਨਲਵੀ ਆਪਣੀਆਂ ਸੀਟਾਂ ਬਹੁਤ ਜ਼ਿਆਦਾ ਜਿਹੜਾ ਸੀਗਾ ਮਤਲਬ ਭਾਰੀ ਵੋਟਾਂ ਦੇ ਉੱਤੇ ਹਾਰੇ। ਕਿਉਂ ਹਾਰੇ? ਕਿਉਂਕਿ ਉਹ ਕੰਮ ਨਹੀਂ 5 ਸਾਲ ਕਰ ਸਕੇ। ਅਕਾਲੀ ਦਲ ਦੀ ਪਕੜ ਸੀ ਇੱਥੇ, ਨਹੀਂ ਉਹ ਕੰਮ ਨਹੀਂ ਕਰ ਸਕੇ ਜਿਹੜੇ ਲੋਕਾਂ ਨੇ ਆਸ ਰੱਖੀ ਸੀ। ਅੱਜ ਵੀ ਜਿਸ ਤਰ੍ਹਾਂ ਦਾ ਉਹਨਾਂ ਵੱਲੋਂ ਰੌਲਾ ਪਾਇਆ ਜਾ ਰਿਹਾ, ਤੇ ਮੈਨੂੰ ਤਾਂ ਲੱਗਦਾ ਵੀ ਜੇਕਰ ਉਹਨਾਂ ਨੇ ਨਾ ਇਹ ਸੰਭਲੇ, ਨਾ ਸੰਗਤਾਂ ਦੀਆਂ ਭਾਵਨਾਵਾਂ ਨੂੰ, ਤਾਂ ਸੰਗਤਾਂ ਫੇਰ ਫੈਸਲਾ ਕੋਈ ਇਸ ਤਰ੍ਹਾਂ ਦਾ ਦੇ ਸਕਦੀਆਂ ਨੇ। ਜੇਕਰ ਉਹ ਨਾ ਸੰਭਲੇ ਇਸ ਗੱਲ ਤੋਂ, ਤਾਂ ਉਹਦਾ ਮੈਂ ਮੇਰੀ 'ਚ ਪੈ ਗਏ, ਤਾਂ ਪ੍ਰਧਾਨਗੀਆਂ ਦੇ ਰੌਲਿਆਂ 'ਚ ਪੈ ਗਏ। ਜਦੋਂ ਕਿ ਰੌਲਾ ਹੀ ਨਹੀਂ, ਗੱਲ ਕਾਨੂੰਨੀ ਸੀ। ਗੈਰ ਕਾਨੂੰਨੀ ਗੱਲਾਂ ਕਰਨ ਲੱਗ ਗਏ ਵੀ ਅਸੀਂ ਇਕੱਠੇ ਕਰ ਲਏ ਜੀ ਕਮਰੇ ਦੇ ਵਿੱਚ ਤੇ ਆਪਣਾ ਪ੍ਰਧਾਨ ਬਣਾ ਲਏ। ਇੱਦਾਂ ਕੋਈ ਧੜੇ ਦਾ ਆਗੂ ਤਾਂ ਬਣ ਸਕਦਾ, ਪਰ ਜਿਹੜੀਆਂ ਗੱਲਾਂ ਕਾਨੂੰਨੀ, ਬਕਾਇਦਾ ਜਰਨਲ ਹਾਊਸ ਸੱਦਣਾ, ਬਕਾਇਦਾ ਐਗਜ਼ੈਕਟਿਵ 'ਚ ਬਕਾਇਦਾ ਸੈਕਟਰੀ ਨੂੰ ਲਿਖ ਕੇ ਦੇਣਾ, ਬਕਾਇਦਾ ਵੋਟਿੰਗ ਹੋਣੀ, ਬਕਾਇਦਾ ਪ੍ਰਧਾਨ ਫਿਰ ਬਣਨਾ। ਸਰਦਾਰ ਝਿੰਡਾ ਸਾਹਿਬ ਦਾ ਅਸਤੀਫਾ ਲਿਆ ਸੀਗਾ, ਦਿੰਦੇ ਨਹੀਂ ਸੀਗੇ। ਮੈਂਬਰਾਂ ਨੇ ਅਸਤੀਫਾ ਲਿਆ ਸੀਗਾ, ਬਿਮਾਰ ਹੋਣ ਦੇ ਬਾਵਜੂਦ ਵੀ ਅਸਤੀਫਾ ਨਹੀਂ ਸੀ ਦਿੰਦੇ। ਅਸਤੀਫਾ ਲਿਆ ਗਿਆ, ਲਿਖਿਆ ਹੋਇਆ ਰਜਿਸਟਰ 'ਚ, ਬਕਾਇਦਾ ਜਿਹੜਾ ਕਾਰਵਾਈ ਰਜਿਸਟਰ ਆ ਕਿ ਉਹਨਾਂ ਦਾ ਅਸਤੀਫਾ ਲਿਆ ਗਿਆ। ਉਹਨਾਂ ਨੇ ਆਪਣੇ ਸਮੇਤ ਐਗਜ਼ੈਕਟਿਵ ਭੰਗ ਕੀਤੀ। ਉਹ ਅਸਤੀਫਾ ਐਗਜ਼ੈਕਟਿਵ 'ਚ ਪ੍ਰਵਾਨ ਹੋਇਆ ਸੀਗਾ ਉਹਨਾਂ ਦਾ। ਫਿਰ ਜਰਨਲ ਹਾਊਸ ਹੋਇਆ, ਜਰਨਲ ਹਾਊਸ ਦੇ ਵਿੱਚ ਜਿਹੜਾ ਸੀਗਾ ਅਸਤੀਫਾ ਪ੍ਰਵਾਨ ਹੋਇਆ। ਤੇ ਜਦੋਂ ਮੈਨੂੰ ਮੁੱਖ ਸੇਵਾਦਾਰ ਸਰਬਸੰਮਤੀ ਨਾਲ ਬਣਾਇਆ ਸੀਗਾ, ਤਾਂ ਫਿਰ ਅੱਗੇ ਜਿਹੜੀ ਵੋਟਿੰਗ ਹੋਈ, ਫਿਰ ਸਰਦਾਰ ਹੋ ਸਕਦਾ ਫਿਰ ਵੀ ਸਰਬਸੰਮਤੀ ਹੋ ਜਾਂਦੀ, ਪਰ ਸਰਦਾਰ ਝਿੰਡਾ ਸਾਹਿਬ ਨੇ ਪਹਿਲਾਂ ਹੀ ਕੈਂਡੀਡੇਟ ਖੜਾ ਕਰਤਾ ਸੀ ਆਪਣਾ, ਸਰਦਾਰ ਜਸਵੀਰ ਸਿੰਘ। ਜਦੋਂ ਉਹਨਾਂ ਨੂੰ ਖੜਾ ਕਰਤਾ, ਫਿਰ ਮੇਰੇ ਕੋਲੇ ਸਾਰੇ ਗੋਟੇ ਆਏ ਜਿਹੜੇ ਦੂਸਰੇ ਸੀਗੇ। ਉਹ ਕਹਿੰਦੇ ਜੀ ਅਸੀਂ ਤਾਂ ਤੁਹਾਨੂੰ ਹੀ ਬਣਾਉਣਾ। ਮੈਂ ਕਿਹਾ ਤੁਸੀਂ ਆਪਣੇ ਤੁਹਾਨੂੰ ਵੋਟ ਪਾ ਦਿੱਤੀ। ਹਾਂ, ਸਰਦਾਰ ਨਲਵੀ ਸਾਹਿਬ ਖੁਦ ਇੱਥੇ ਆਏ, ਮੇਰੇ ਕੋਲੇ ਗੁਰਦੁਆਰਾ ਦਾਦੂਵਾਲ ਆਏ ਸੀਗੇ, ਔਰ ਉਹਨਾਂ ਨੇ ਕਿਹਾ ਵੀ ਸਾਡੀ ਸਹਿਮਤੀ ਨਹੀਂ ਬਣਦੀ, ਸਾਡੀ ਤੁਹਾਡੇ ਤੇ ਬਣਦੀ ਆ। ਨਲਵੀ ਸਾਹਿਬ ਕਹਿੰਦੇ ਵੀ ਸਾਡੀ ਤੁਹਾਡੇ ਤੇ ਮੇਰੇ ਨਾਲ ਆ 4-5 ਵੋਟਾਂ ਹੈਗੀਆਂ ਨੇ, ਜਿਹੜੇ ਉਹ ਇਕੱਠੇ ਹੋ ਕੇ ਆਏ ਸੀਗੇ। ਦੂਸਰਾ ਇੱਕ ਗਰੁੱਪ ਸੀ ਸਰਦਾਰ ਕਰਨੈਲ ਸਿੰਘ ਦਾ, ਉਹ ਵੀ ਕਹਿੰਦੇ ਵੀ 4 ਵੋਟਾਂ ਮੇਰੇ ਕੋਲ ਵੀ ਹੈਗੀਆਂ, ਕੁਝ ਫਿਰ ਮੇਰੇ ਇਲਾਕੇ ਦੇ ਸੀ। ਕਹਿੰਦੇ ਤੁਹਾਡੇ ਤੇ ਅਸੀਂ ਇੱਕ ਦੂਜੇ ਨੂੰ ਨਹੀਂ ਮੰਨਦੇ, ਤੁਹਾਡੇ ਤੇ ਸਹਿਮਤੀ ਬਣਦੀ ਆ। ਮੈਂ ਕਿਹਾ ਮੈਂ ਨਾ ਜ਼ਿੰਦਗੀ 'ਚ ਵੋਟ ਮੰਗੀ ਨਾ ਪਾਈ, ਅੱਜ ਤੱਕ ਦਾ ਮੇਰਾ ਜਿਹੜਾ ਰਿਕਾਰਡ ਆ, ਤੇ ਇਸ ਕਾਰਨ ਕਰਕੇ ਮੈਂ ਤਾਂ ਵੋਟਾਂ ਨਹੀਂ ਮੰਗ ਸਕਦਾ। ਉਹ ਕਹਿੰਦੇ ਤੁਸੀਂ ਕਿਸੇ ਮੈਂਬਰ ਦੇ ਘਰ ਵੋਟ ਮੰਗਣ ਨਹੀਂ ਜਾਣਾ, ਤੁਹਾਨੂੰ ਇੱਥੇ ਬੈਠਿਆਂ ਨੂੰ ਅਸੀਂ ਜਿਤਾਵਾਂਗੇ, ਤੁਸੀਂ ਸਿਰਫ ਫਾਰਮ ਭਰ ਆਇਓ ਹੈੱਡ ਆਫਿਸ ਆ ਕੇ। ਤੇ ਇਹ ਇਤਿਹਾਸ ਹੈ ਮੱਕੜ ਸਾਹਿਬ ਕਿ ਮੈਂ ਸਿਰਫ ਫਾਰਮ ਭਰ ਕੇ ਆਇਆ, ਮੈਨੂੰ ਇੱਥੇ ਬੈਠਾ ਮੇਰਾ ਫੋਨ ਤੇ ਰਾਬਤਾ ਰਿਹਾ। ਮੈਨੂੰ ਕਹਿੰਦੇ ਵੀ ਆਪਾਂ ਬਣਾਉਣਾ ਕਿਹਨੂੰ ਆ, ਕੀ ਅੱਗੇ ਬਣਾਉਣਾ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ। ਮੈਂ ਕਿਹਾ ਵੀ ਜਦੋਂ ਮੈਨੂੰ ਮੁੱਖ ਸੇਵਾਦਾਰ ਬਣਾਤਾ, ਤੇ ਜੇ ਆਪਾਂ ਜਿੱਤ ਜਾਂਦੇ ਆ ਤੇ ਬਾਕੀ ਸਾਰੇ ਉਹਦੇ ਤੁਹਾਡੇ ਆਪਸ 'ਚ ਵੰਡ ਲਿਓ। ਪਰ ਜਿੱਦਣ ਮੈਂ ਜਿੱਤ ਗਿਆ, ਐਗਜ਼ੈਕਟਿਵ ਬਣਾਈ, ਸਰਦਾਰ ਨਲਵੀ ਸਾਹਿਬ ਦਾ ਕਿਸੇ ਨੇ ਨਾਂ ਹੀ ਨਹੀਂ ਲਿਆ ਉਹਦੇ 'ਚ, ਖੁਦ ਬੈਠੇ ਸੀਗੇ ਜਿੱਦਣ ਐਗਜ਼ੈਕਟਿਵ ਬਣਾਇਆ। ਅੱਜ ਗੈਰ ਕਾਨੂੰਨੀ ਪ੍ਰਧਾਨ, ਗੈਰ ਕਾਨੂੰਨੀ ਕਮੇਟੀ ਕਹੀ ਜਾਂਦੇ ਆ। ਉਸ ਵੇਲੇ ਦੀਆਂ ਤੁਸੀਂ ਵੀਡੀਓ ਦੇਖ ਲਓ, ਉਸ ਵੇਲੇ ਦੀਆਂ ਅਖਬਾਰਾਂ ਦੀਆਂ ਫੋਟੋਆਂ, ਖਬਰਾਂ ਦੇਖ ਲਓ। ਜਦੋਂ ਸੀਨੀਅਰ ਮੀਤ ਪ੍ਰਧਾਨ ਦਾ ਨਾਂ ਸੀ ਸਰਦਾਰ ਕਰਨੈਲ ਸਿੰਘ ਦਾ ਲੈਤਾ, ਪਹਿਲਾਂ ਇਹ ਸੀਨੀਅਰ ਮੀਤ ਪ੍ਰਧਾਨ ਰਹੇ ਸੀਗੇ ਝਿੰਡਾ ਸਾਹਿਬ ਦੇ ਨਾਲ, ਮੁੜ ਕੇ ਇਹਨਾਂ ਦਾ ਕਿਸੇ ਨੇ ਨਾਂ ਹੀ ਨਹੀਂ ਲਿਆ। ਪੂਰੇ ਜਿਹੜਾ ਸਾਡੇ ਅਸੀਂ ਬੈਠੇ ਸੀਗੇ ਐਗਜ਼ੈਕਟਿਵ ਬਣਾਉਣ ਵਾਸਤੇ, ਜਦੋਂ ਇਹਨਾਂ ਦਾ ਨਾਂ ਹੀ ਨਹੀਂ ਕਿਸੇ ਨੇ ਲਿਆ, ਫਿਰ ਮੈਂ ਵੀ ਕਿਵੇਂ ਜ਼ਬਰਦਸਤੀ ਕਹਿ ਸਕਦਾ। ਮੈਂ ਤਾਂ ਇਹਨਾਂ ਤੇ ਹੀ ਛੱਡਿਆ ਸੀਗਾ ਵੀ ਮੈਨੂੰ ਮੁੱਖ ਸੇਵਾਦਾਰ ਬਣਾ ਦੇਣਾ, ਤੁਸੀਂ ਆਪਸ 'ਚ ਬਾਕੀ ਚੁਣ ਲਓ, ਵੀ ਆਪਸ 'ਚ ਚੁਣ ਲਓ। ਮੇਰੇ ਆਖਰੀ 2-3 ਸਵਾਲ ਨੇ ਤੁਹਾਨੂੰ। ਪੰਥ ਦੀ ਅਕਸਰ ਕਨਫਲਿਕਟ ਆਈਡੀਓਲੋਜੀਕਲ ਰਹੀ ਹੈ RSS ਦੇ ਨਾਲ। ਤੁਹਾਨੂੰ ਹੁਣ ਨਹੀਂ ਲੱਗਦਾ ਕਿ ਜਦੋਂ ਤੁਸੀਂ BJP ਦੇ ਨਾਲ ਆ ਕੇ ਖੜਦੇ ਹੋ ਜਾਂ ਉਹਨਾਂ ਦਾ ਸਾਥ ਲੈਂਦੇ ਹੋ, ਤਾਂ ਇੱਕ ਤਰ੍ਹਾਂ ਦਾ RSS ਦੀ ਸਪੋਰਟ ਕਰ ਰਹੇ ਹੋ ਤੁਸੀਂ? ਦੇਖੋ, ਇੱਕ ਗੱਲ ਆ ਮੱਕੜ ਸਾਹਿਬ, ਜਿਹੜਾ ਰੌਲਾ ਪਾਇਆ ਜਾਂਦਾ ਕੌਣ ਪਾ ਰਿਹਾ? ਸਰਦਾਰ ਬਾਦਲ ਸਾਹਿਬ ਕਹਿੰਦੇ ਆ ਕਿ RSS ਨਾਲ BJP ਨਾਲ ਰਲ ਗਏ। ਮੈਨੂੰ ਤੁਸੀਂ ਦੱਸੋ, ਵਜ਼ੀਰੀਆਂ ਉਹਨਾਂ ਨੇ ਮਾਣੀਆਂ, ਸਰਕਾਰਾਂ ਉਹਨਾਂ ਨੇ ਹੰਡਾਈਆਂ, ਕੀ RSS BJP ਅੱਜ ਜਦੋਂ ਇਹਨਾਂ ਦਾ ਅਲਾਇੰਸ ਟੁੱਟਾ ਉਦੋਂ ਮਾੜੀ ਹੋਈ ਆ? ਇਹਨਾਂ ਨੇ ਤਾਂ ਸਾਰਾ ਕੁਝ ਉਹਨਾਂ ਨਾਲ ਹੰਡਾਇਆ ਵਾ। ਅਸੀਂ ਤਾਂ ਕੋਈ ਸਰਕਾਰ ਨਹੀਂ ਹੰਡਾਈ BJP ਦੇ ਨਾਲ ਜਾਂ RSS ਦੇ ਨਾਲ। ਅਸੀਂ ਤਾਂ ਇੱਕ ਗੁਰੂ ਘਰਾਂ ਦਾ ਪ੍ਰਬੰਧ ਸੇਵਾ ਸੰਭਾਲ ਕਰ ਰਹੇ ਹਾਂ। ਸਾਨੂੰ ਪ੍ਰਬੰਧ 'ਚ ਸਹਿਯੋਗ ਕਰੂਗਾ ਜਿਹੜਾ ਅਸੀਂ ਸ਼ਲਾਘਾ, ਜੇ ਕੋਈ ਮਾੜਾ ਕਰੂ। ਪ੍ਰਧਾਨ ਮੰਤਰੀ ਸਾਹਿਬ ਨੇ ਲਾਲ ਕਿਲ੍ਹੇ ਤੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ, ਅਸੀਂ ਸ਼ਲਾਘਾ ਕੀਤੀ ਕਿ ਬਹੁਤ ਵਧੀਆ ਕੰਮ, ਜਿੱਥੋਂ ਹੁਕਮ ਜਾਰੀ ਹੋਇਆ ਸੀ ਗੁਰੂ ਦਾ ਸੀਸ ਲਾਉਣ ਦਾ,
ਉੱਥੇ ਗੁਰੂ ਦੇ ਨਾਂ ਦੀ ਜੈ ਜੈਕਾਰ ਹੋ ਰਹੀ ਆ, ਰੰਗਜੇਬ ਦਾ ਕੋਈ ਨਾਂ ਨਹੀਂ ਲੈਂਦਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਤਾ ਪ੍ਰਧਾਨ ਮੰਤਰੀ ਸਾਹਿਬ ਨੇ, ਕਦੋਂ ਦੀਆਂ ਅਰਦਾਸਾਂ ਸੀਗੀਆਂ, ਅਸੀਂ ਸ਼ਲਾਘਾ ਕੀਤੀ। ਤੁਹਾਨੂੰ ਲੱਗਦਾ ਬੀਜੇਪੀ ਦੀ ਸਿੱਖਾਂ ਪ੍ਰਤੀ ਨੀਅਤ ਚੰਗੀ ਹੈ? ਦੇਖੋ ਕਿੱਡਾ ਵਧੀਆ ਪਿਆਰ ਸਤਿਕਾਰ ਦੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈ। ਜਿੱਦਣ ਉਹ ਕੁਝ ਮਾੜਾ ਕਰਨਗੇ ਉਦਣ ਅਸੀਂ ਵਿਰੋਧ ਕਰਾਂਗੇ। ਆ ਕਿਸਾਨੀ ਸੀਗਾ, ਕਿਸਾਨੀ ਮੋਰਚਾ ਸੀਗਾ, ਤਾਂ ਉਸ ਵੇਲੇ ਜਿਹੜੇ 3 ਖੇਤੀ ਕਾਨੂੰਨ ਸੀਗੇ ਉਹਦੇ ਸਬੰਧ 'ਚ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ, ਅਸੀਂ ਆਪਣਾ ਐਸਸੀ ਕਮਿਸ਼ਨ ਚੇਅਰਮੈਨ ਸਾਹਿਬ ਨੂੰ ਮਿਲੇ, ਹੋਰ ਆਗੂਆਂ ਨੂੰ ਮਿਲੇ। ਮੈਂ ਕਿਹਾ ਜਦੋਂ ਕਿਸਾਨ ਨਹੀਂ ਚਾਹੁੰਦੇ ਤਾਂ ਆਪਾਂ ਕਿਉਂ ਬਣਾਉਂਦੇ ਆ, ਆਪਾਂ ਰੱਦ ਕਰ ਦਿਓ। 2 ਦਿਨ ਪਹਿਲਾਂ ਆਰਐਸਐਸ ਚੀਫ ਦਾ ਬਿਆਨ ਹੈ ਕਿ ਭਾਰਤ 'ਚ ਰਹਿਣ ਵਾਲਾ ਹਰ ਬੰਦਾ ਹੀ ਹਿੰਦੂ ਹੈ। ਇਸ ਬਿਆਨ ਨਾਲ ਫਿਰ ਸਹਿਮਤ ਹੋ ਤੁਸੀਂ? ਦੇਖੋ ਮੈਂ ਪੜ੍ਹਿਆ ਜ਼ਰੂਰ ਆ, ਪਰ ਮੈਂ ਉਹਨਾਂ ਦੇ ਮੂੰਹ ਤੋਂ ਸੁਣਿਆ ਨਹੀਂ। ਕੋਈ ਕਿਸੇ ਨੇ ਵੀਡੀਓ ਪਾਈ ਹੋਵੇ ਤੇ ਮੈਂ ਸੁਣਿਆ ਹੋਵੇ। ਜਿਹੜੇ ਕੋਈ ਇਸ ਤਰ੍ਹਾਂ ਮੇਨ ਬੰਦੇ ਹੁੰਦੇ, ਹੁਣ ਏਡਾ ਵੱਡਾ ਇੱਕ ਆਗੂ ਹੈ ਇੱਕ ਸੰਸਥਾ ਦਾ, ਪੂਰੇ ਭਾਰਤ ਲੈਵਲ ਤੇ ਨਹੀਂ ਵਰਲਡ ਲੈਵਲ ਤੇ ਜਾਣਿਆ ਜਾਂਦਾ, ਉਹਦੇ ਮੂੰਹੋਂ ਕੋਈ ਬਿਆਨਬਾਜ਼ੀ ਆਉਂਦੀ ਆ ਤਾਂ ਉਹਨੂੰ ਸੁਣੇ ਬਿਨਾਂ ਮੈਂ ਸਮਝਦਾ ਉਹਦੇ ਤੇ ਕਮੈਂਟ ਦੇਣਾ ਵੀ ਮਾੜੀ ਗੱਲ ਆ। ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਇਹੋ ਜਿਹਾ ਘੁੰਮਦਾ ਵਾ ਕਿ ਜਿਹੜਾ ਅਸੀਂ ਸਹੀ ਨਹੀਂ ਗਿਣ ਸਕਦੇ। ਬਹੁਤ ਕੁਝ ਘੁੰਮਦਾ ਸੋਸ਼ਲ ਮੀਡੀਆ ਤੇ। ਲੱਗਦਾ ਬਿਆਨ ਨਹੀਂ ਦਿੱਤਾ ਉਹਨਾਂ ਨੇ? ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ, ਜਦੋਂ ਸਿੱਖ ਇੱਕ ਵੱਖਰੀ ਕੌਮ ਹੈ, ਸਾਰੇ ਆਪੋ ਆਪਣਾ ਧਰਮ ਫਾਲੋ ਕਰ ਰਹੇ, ਇੱਥੇ ਮੰਦਿਰ ਆ, ਮਸਜਿਦ ਆ, ਚਰਚ ਆ, ਗੁਰਦੁਆਰੇ ਆ ਹਰੇਕ ਦਾ, ਤਾਂ ਇਸ ਤਰ੍ਹਾਂ ਦਾ ਬਿਆਨ ਕਿਸ ਤਰ੍ਹਾਂ ਹੋ ਸਕਦਾ? ਗੱਲ ਤਾਂ ਪ੍ਰਧਾਨ ਮੰਤਰੀ ਵੀ ਕਰ ਚੁੱਕੇ, ਸਾਰੇ ਹੀ ਕਰਦੇ ਆ। ਦੇਖੋ ਇਹ ਭਾਰਤ ਇੱਕ ਹਿੰਦੂ ਰਾਸ਼ਟਰ ਬਣਾਉਣਾ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਆ। ਧਰਮ ਨਿਰਪੱਖਤਾ ਦੇ ਨਾਲ ਜਦੋਂ ਗੱਲ ਚੱਲ ਰਹੀ ਹੈ, ਧਰਮ ਨਿਰਪੱਖਤਾ ਨਾਲ ਗੱਲ ਚੱਲੇਗੀ ਕਿਤੇ ਤਾਂ ਹੀ ਇਹ ਦੇਸ਼ ਜਿਹੜਾ ਚੱਲੇਗਾ। ਮੈਂ ਸਮਝਦਾ ਤੁਸੀਂ ਇਸ ਬਿਆਨ ਦੇ ਵਿਰੋਧ ਚ ਕਦੇ ਬੋਲੋਗੇ ਕਿ ਹਿੰਦੂ ਰਾਸ਼ਟਰ ਨਹੀਂ ਹੈ ਇਹ? ਨਹੀਂ, ਇਹ ਤਾਂ ਧਰਮ, ਮੈਂ ਤਾਂ ਕਹਿ ਰਿਹਾ ਵੀ ਧਰਮ ਨਿਰਪੱਖ ਦੇਸ਼ ਆ ਇਹ। ਇੱਕ ਜਿਸ ਤਰੀਕੇ ਨਾਲ ਕਹਿ ਦਿੰਦੇ ਇਸਲਾਮਕ ਮੁਲਕ ਆ, ਇਹ ਹਿੰਦੂ ਰਾਸ਼ਟਰ ਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇੱਥੇ ਤਾਂ ਸਾਰਿਆਂ ਨੂੰ, ਮੇਰੇ ਨਾਲ ਬਹੁਤ ਸਾਰੇ ਜਿਹੜੇ ਆਗੂ ਹਿੰਦੂ ਧਰਮ ਦੇ ਵੀ ਬਹਿੰਦੇ ਆ, ਗੈਰ ਸਿੱਖ ਵੀ ਬਹਿੰਦੇ, ਗੱਲਬਾਤ ਹੁੰਦੀ ਆ। ਮੇਰੇ ਕੋਲ ਤਾਂ ਕਦੇ ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਜਿਹੜਾ ਹੈਗਾ ਹਿੰਦੂ ਰਾਸ਼ਟਰ ਬਣਾਉਣਾ ਜਾਂ ਸਾਰੇ ਹਿੰਦੂ ਆ। ਸਾਰਿਆਂ ਦੀ ਆਪੋ ਆਪਣੀ ਆਸਥਾ ਵਾ, ਆਪੋ ਆਪਣੇ ਅਕੀਦੇ, ਆਪੋ ਆਪਣੇ ਸਿਧਾਂਤ ਆ, ਤੇ ਅਸੀਂ ਉਹਦੀ ਗੱਲ ਕਰਦੇ ਆ। ਮੈਨੂੰ ਕਦੇ ਕਿਸੇ ਨੇ ਨਹੀਂ ਇਸ ਤਰ੍ਹਾਂ ਦੀ ਗੱਲ, ਜੇ ਕਿਤੇ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਊਗਾ ਤਾਂ ਮੈਂ ਤੁਹਾਨੂੰ ਸੱਦ ਕੇ ਇਹ ਗੱਲ ਜਿਹੜੀ ਆ ਉਹ ਕਹੂੰਗਾ ਵੀ ਮੈਂ ਇਸ ਗੱਲ ਦਾ ਵਿਰੋਧ ਕਰਦਾ। ਜਿਹੜੇ ਸਿੱਖ ਆਰਐਸਐਸ ਦੀਆਂ ਸ਼ਾਖਾਵਾਂ ਲਾਉਂਦੇ ਆ, ਜਾਂ ਉਹ ਪਹਿਲਾਂ ਨਿੱਕਰ ਹੁੰਦੀ ਸੀ ਹੁਣ ਪਜਾਮਾ ਪਾਤਾ, ਜਾਂ ਉੱਥੇ ਜਾਂਦੇ ਆ, ਉਸ 'ਚ ਕੁਝ ਗਲਤ ਨਹੀਂ ਹੈ, ਜਾਂ ਖਾਸ ਤੌਰ ਤੇ ਰਾਸ਼ਟਰੀ ਸਿੱਖ ਸੰਗਤ ਤੱਕ ਬਣੀ ਹੋਈ ਹੈ, ਉਹ ਬਿਲਕੁਲ ਜਾਇਜ਼ ਹੈ? ਦੇਖੋ ਮੈਨੂੰ ਇੰਨਾ ਕੁ ਪਤਾ ਲੱਗਿਆ ਕਿ ਰਾਸ਼ਟਰੀ ਸਿੱਖ ਸੰਗਤ ਜਿਹੜੀ ਉਹ ਖਤਮ ਕਰ ਦਿੱਤੀ ਹੈ, ਉਹ ਹੁਣ ਨਹੀਂ ਹੈ ਜੋ ਮੈਨੂੰ ਪਤਾ ਲੱਗਿਆ। ਇੱਕ ਵਾਰ ਵੀ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਵੀ ਮੈਨੂੰ ਮਿਲਣ ਆਏ ਸੀਗੇ, ਸ਼ਾਇਦ ਪਟਿਆਲਾ ਤੋਂ ਸੀ, ਚਰਨਜੀਤ ਸਿੰਘ। ਉਹਨਾਂ ਨਾਲ ਲੰਬੀ ਗੱਲਬਾਤ ਮੇਰੀ ਜਿਹੜੀ ਹੋਈ, ਉਹਨਾਂ ਨੂੰ ਮੈਂ ਦੱਸਿਆ ਕਿ ਜਿਹੜੀ ਇਹ ਸਿੱਖ ਸੰਗਤ ਨੂੰ, ਜੇ ਤੁਸੀਂ ਇਤਿਹਾਸ ਨੂੰ ਕੋਈ ਤਰੋੜ ਮਰੋੜ ਕੇ ਗੱਲ ਕਰੋਗੇ ਤੇ ਅਸੀਂ ਉਹਨੂੰ ਪ੍ਰਵਾਨ ਨਹੀਂ ਸਿੱਖ ਸੰਗਤ ਕਰਦੀ। ਹਾਂ, ਤੁਹਾਡੀ ਧਰਮ ਦੀ ਸੰਸਥਾ ਵਾ ਆਰਐਸਐਸ, ਰਾਸ਼ਟਰੀ ਸਵੈਮ ਸੰਘ, ਤੁਸੀਂ ਆਪਣਾ ਪ੍ਰਚਾਰ ਕਰੋ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਦਿੱਲੀ ਕਮੇਟੀ ਆ, ਹਰਿਆਣਾ ਕਮੇਟੀ ਆ, ਸਾਡੀਆਂ ਸੰਪਰਦਾਵਾਂ ਟਕਸਾਲਾਂ, ਅਸੀਂ ਆਪਣੇ ਧਰਮ ਦੀ ਗੱਲ ਕਰਦੇ ਹਾਂ। ਮੁਸਲਿਮ ਲੀਗ ਆ, ਉਹ ਆਪਣੀ ਇਸਲਾਮ ਦੀ ਗੱਲ ਕਰਦੇ ਆ। ਹਰ ਧਰਮ ਦੀਆਂ ਆਪੋ ਆਪਣੀਆਂ ਸੰਸਥਾਵਾਂ। ਆਰਐਸਐਸ, ਤੁਸੀਂ ਆਪਣੇ ਧਰਮ ਦੀ ਗੱਲ ਕਰੋ, ਸਤਿਕਾਰ ਪਿਆਰ, ਇੰਟਰਫੇਥ ਆਪਾਂ ਕਿਸੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹਾਂ। ਪਰ ਮੈਂ ਹਰ ਸਿੱਖ ਨੂੰ ਸਿੱਖ ਹੋਣ ਵਾਸਤੇ ਪ੍ਰੇਰਨਾ ਦਿੰਦਾ ਕਿ ਭਾਈ ਗੁਰੂ ਦੇ ਸਿਧਾਂਤ, ਗੁਰੂ ਨੇ ਸਾਡੇ ਲਈ ਸਰਬੰਸ ਵਾਰਿਆ, ਆਪਾਂ ਗੁਰੂ ਕੇ ਸਿੱਖ ਬਣੀਏ। ਕੋਈ ਗੈਰ ਸਿੱਖ ਹੋਵੇ ਉਹ ਆਪਣੇ ਆਸਥਾ ਨੂੰ ਫਾਲੋ ਕਰੇ। ਜਿਹੜਾ ਸਿੱਖ ਆ, ਸਿੱਖਾਂ ਘਰ ਜੰਮਿਆ, ਅਸੀਂ ਸਿੱਖੀ ਨਾਲ ਜੁੜਨਾ ਵਾ, ਗੁਰੂ ਨਾਲ ਜੁੜਨਾ, ਬਾਣੀ ਨਾਲ, ਗੁਰੂ ਦੇ ਸਿਧਾਂਤ ਨਾਲ ਕੰਡੇ ਕੀ ਪਹੁ ਲੈਣੀ ਆ। ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰ ਆ, ਗੁਰੂ ਮਾਨਿਓ ਗ੍ਰੰਥ ਦਾ ਸਾਨੂੰ ਉਪਦੇਸ਼ ਆ। ਅਸੀਂ ਬਾਈਬਲ ਨੂੰ ਮਾੜਾ ਨਹੀਂ ਕਹਿਣਾ, ਅਸੀਂ ਕੁਰਾਨ ਨੂੰ ਮਾੜਾ ਨਹੀਂ ਕਹਿਣਾ, ਅਸੀਂ ਵੇਦ ਗ੍ਰੰਥਾਂ ਨੂੰ ਮਾੜਾ ਨਹੀਂ ਕਹਿਣਾ। ਇਹ ਉਹਨਾਂ ਦੀ ਆਸਥਾ ਵਾ ਸਾਡੇ ਭਰਾਵਾਂ ਦੀ, ਉਹ ਇਹਨਾਂ ਨੂੰ ਪੜ੍ਹਨ, ਇਹਨਾਂ ਦਾ ਸਤਿਕਾਰ, ਅਸੀਂ ਵੀ ਸਤਿਕਾਰ ਕਰਨਾ, ਪਰ ਇਹਨਾਂ ਦੇ ਉਪਦੇਸ਼ ਨੂੰ ਉਹ ਫਾਲੋ ਕਰਨ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਪਰ ਸਾਰੇ ਧਰਮ ਦੇ ਧਰਮ ਗ੍ਰੰਥਾਂ ਦਾ ਵੀ ਸਤਿਕਾਰ ਕਰਦੇ ਹਾਂ। ਤਾਂ ਆਮ ਤੌਰ ਤੇ ਜਦੋਂ ਇਹ ਕਹਿ ਦਿੰਦੇ ਆ ਵੀ ਆਰਐਸਐਸ ਨੁਕਸਾਨ ਕਰ ਰਹੀ ਹੈ ਜਾਂ ਸਿੱਖਾਂ ਤੇ ਹਮਲਾ ਕਰ ਰਹੀ ਹੈ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਹੁੰਦਾ? ਦੇਖੋ ਬਹੁਤ ਗੱਲਾਂ ਪੋਲੀਟੀਕਲ, ਤੁਹਾਡੇ ਇਤਿਹਾਸ ਦੇ ਨਾਲ ਛੇੜਖਾਨੀ ਹੁੰਦੀ ਹੈ, ਤੁਹਾਡੀਆਂ ਕਿਤਾਬਾਂ ਨਾਲ ਛੇੜਖਾਨੀ ਹੁੰਦੀ ਹੈ, ਉਹਦੇ ਪਿੱਛੇ ਆਰਐਸਐਸ ਨਹੀਂ ਹੁੰਦੀ? ਦੇਖੋ ਬਹੁਤ ਗੱਲਾਂ ਪੋਲੀਟੀਕਲ ਹੁੰਦੀਆਂ ਨੇ। ਜਿੱਥੇ ਕਿਤੇ ਕੋਈ ਹੋਈ ਹੈ, ਲਿਆਓ ਮੇਰੇ ਸਾਹਮਣੇ, ਮੈਨੂੰ ਦਿਖਾਓ ਵੀ ਆਰਐਸਐਸ ਨੇ ਆਹ ਗ੍ਰੰਥ ਲਿਖਿਆ ਤੇ ਉਹਨਾਂ ਨੇ ਆਹ ਗੱਲ ਕਹਿਤੀ ਹੈ। ਉਹ ਤਾਂ ਸਗੋਂ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਸਾਹਿਬਜ਼ਾਦਿਆਂ ਦਾ ਦਿਨ ਮਨਾਉਣ ਦਾ ਐਲਾਨ ਕੀਤਾ ਵੀ 26 ਦਸੰਬਰ ਜਿਹੜਾ ਪੂਰੇ ਨੈਸ਼ਨਲ ਤੌਰ ਤੇ ਸਾਹਿਬਜ਼ਾਦਿਆਂ ਦਾ ਦਿਨ ਮਨਾਇਆ ਜਾਵੇ ਤੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ। ਜੇ ਉਹ ਧਰਮ ਨਾਲ, ਸਿੱਖਾਂ ਨਾਲ ਪਿਆਰ ਕਰਦੇ ਆ ਤਾਂ ਹੀ ਸਿੱਖਾਂ ਦੇ ਨਾਲ ਉਹਨਾਂ ਦੀ ਗੱਲਬਾਤ, ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਵੀ ਹੁਣ ਸਿੱਖ ਚਿਹਰੇ ਵੀ ਸ਼ਾਮਲ ਕੀਤੇ ਆ। ਤੇ ਇਸ ਕਾਰਨ ਕਰਕੇ ਇੱਕ ਭਰਾਤਰੀ ਭਾਵ ਵਧਾਇਆ ਨਾ। ਬਾਕੀ ਇਹ ਪੋਲੀਟੀਕਲ ਏਜੰਡਾ ਹੁੰਦਾ ਵਾ, ਇੱਕ ਦੂਜੇ ਨੂੰ ਭੰਡਣਾ, ਇੱਕ ਦੂਜੇ ਤੇ, ਜਿੱਦਾਂ ਹੁਣ ਪਾਰਟੀ ਆ, ਉਹ ਇੱਥੇ ਤਾਂ ਅਕਾਲੀ ਦਲ ਕਹਿੰਦਾ ਝਾੜੂ ਨੁਕਸਾਨ ਕਰ ਰਿਹਾ, ਝਾੜੂ ਕਹਿੰਦਾ ਕਾਂਗਰਸ ਨੁਕਸਾਨ ਕਰ ਰਹੀ ਆ, ਕਾਂਗਰਸ ਕਹਿੰਦੀ ਅਕਾਲੀ ਦਲ। ਇਹ ਤਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ, ਇਲਜ਼ਾਮ ਤਰਾਸ਼ੀ ਚੱਲਦੀ ਰਹਿੰਦੀ ਹੈ।
ਪਰ ਜਿੱਥੇ ਕਿਤੇ ਗੱਲ ਆਉਂਦੀ ਉੱਥੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜਿੱਥੇ ਕਿਤੇ ਗੱਲ ਆਊਗੀ ਅਸੀਂ ਉਸ ਗੱਲ ਦਾ ਜਿਹੜਾ ਹੈਗਾ ਵਿਰੋਧ ਕਰਦੇ ਹਾਂ। ਖਾਲਿਸਤਾਨ ਬਾਰੇ ਕੀ ਸੋਚਦੇ ਹੋ? ਦੇਖੋ ਇੱਥੇ ਜਿਹੜਾ ਹੈਗਾ ਆਪੋ ਆਪਣੀ ਵਿਚਾਰਧਾਰਾ ਵਾ। ਜੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ, ਅਸੀਂ ਤਾਂ ਰਾਜ ਕਰੇਗਾ ਖਾਲਸਾ ਦਾ ਸਿਧਾਂਤ ਆ ਸਾਡਾ, ਤਾਂ ਖਾਲਿਸਤਾਨ ਸਾਡੇ ਰਾਜ ਕਰੇਗਾ ਖਾਲਸਾ। ਟੋਰਾਂਟੋ ਚਲੇ ਜਾਓ, ਸਾਊਥ ਹਾਲ ਚਲੇ ਜਾਓ, ਸਰੀ ਚਲੇ ਜਾਓ, ਕਿਤੇ ਚਲੇ ਜਾਓ, ਖਾਲਸਿਆਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਆ। ਗੁਰੂ ਦੀ ਚੜ੍ਹਦੀ ਕਲਾ ਵਾ। ਇੱਕ 1.5-2% ਦੀ ਗਿਣਤੀ ਦਾ ਦੇਸ਼ ਹੋਵੇ, ਜਿੱਥੇ ਸਾਡੀ ਗਿਣਤੀ 1.5-2% ਹੋਵੇ, ਉੱਥੇ ਦਾ ਪ੍ਰਧਾਨ ਮੰਤਰੀ ਸਾਡਾ ਦਸਤਾਰ ਵਾਲਾ ਸਿੱਖ 2 ਸਾਲ ਰਾਜ 2 ਟਰਮਾਂ 'ਚ ਰਾਜ ਕਰ ਜੇ, 10 ਸਾਲ ਫੌਜਾਂ ਦੇ ਜਰਨਲ ਕਰਨਲ ਸਾਡੇ ਜਿਹੜੇ ਆ ਉਹ ਸਰਦਾਰ ਹੋਣ, ਇਹ ਕਿੱਡੀ ਵੱਡੀ ਗੱਲ ਆ। ਮੈਂ ਸਮਝਦਾ ਅਸੀਂ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਅਸੀਂ ਆਪਣਾ ਹੱਕ ਐਵੇਂ ਦਾਅਵਾ ਛੱਡ ਦਈਏ ਅਸੀਂ? ਦੱਸੋ। ਸਾਡੇ ਮੇਰੇ ਤਾਂ ਤੁਸੀਂ ਵੱਖਰਾ ਮੁਲਕ ਨਹੀਂ ਮੇਰੇ ਤੇ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ। ਅਸੀਂ ਇੱਕ ਮੁਲਕ ਦੇ ਵਿੱਚ ਰਹਿ ਰਹੇ ਹਾਂ, ਇੱਕ ਮੁਲਕ ਦੇ ਵਿੱਚ ਜਿੱਥੇ ਸਾਡੇ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਜਿਸ ਮੁਲਕ ਨੂੰ ਬਚਾਉਣ ਵਾਸਤੇ, ਆਪਣਾ ਆਜ਼ਾਦ ਕਰਾਉਣ ਵਾਸਤੇ, ਅਸੀਂ ਉਹਦਾ ਦਾਅਵਾ ਕਿਉਂ ਛੱਡੀਏ? ਮੇਰੇ ਤਾਂ ਬਜ਼ੁਰਗ 18 ਸਿੱਖ ਰੈਜੀਮੈਂਟ ਵਿੱਚ ਸੀਗੇ, ਫੌਜ ਵਿੱਚ। ਉਹਨਾਂ ਨੇ ਫੌਜ 'ਚ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕੀਤੀ ਹੈ। ਸਾਡੇ ਕਿੰਨੇ ਤਿਰੰਗੇ ਦੇ ਵਿੱਚ ਸਾਡਾ ਕੇਸਰੀ ਜਿਹੜਾ ਹੈਗਾ ਝੂਲ ਰਿਹਾ, ਕੇਸਰੀ ਝੰਡਾ। ਜਥੇਦਾਰ ਅਕਾਲ ਤਖਤ ਨੇ ਕਿਹਾ ਸੀਗਾ 2 ਸਾਲ ਪਹਿਲਾਂ 6 ਜੂਨ ਨੂੰ ਕਿ ਜੇ ਦੇਣਗੇ ਤਾਂ ਅਸੀਂ ਖਾਲਿਸਤਾਨ ਲੈ ਲਾਂਗੇ। ਦੇਖੋ ਇਹ ਤਾਂ ਸ਼ੁਰੂ ਤੋਂ ਚੱਲਦੀ ਆਈ, ਇਹ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵੀ ਇਹੀ ਕਿਹਾ ਸੀਗਾ। ਉਹਨਾਂ ਦੀ ਕਵਿਤਾ ਵੀ ਬਣੀ, ਮੈਂ ਕਦੇ ਨਾ ਖਾਲਿਸਤਾਨ ਮੰਗਿਆ ਜੇ ਦੇਣ ਇਨਕਾਰ ਕੋਈ ਨਾ। ਉਹਨਾਂ ਨੇ ਕਿਹਾ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ, ਬਰਾਬਰਤਾ ਨਾਲ ਰਹਿਣਾ ਚਾਹੁੰਦੇ ਹਾਂ, 2 ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਚਾਹੁੰਦੇ। ਹਾਂ, ਜੇ ਤੁਸੀਂ ਸਾਨੂੰ ਵੱਖ ਕਰਕੇ ਦੇਣਾ ਚਾਹੁੰਦੇ ਹੋ ਤੇ ਉਹ ਦੇ ਦਿਓ। ਜਿਹੜੇ ਤੁਸੀਂ ਵਾਅਦੇ 1947 ਦੇ ਵਿੱਚ ਕੀਤੇ ਸੀ, ਸਿੱਖ ਇੱਕ ਆਜ਼ਾਦ ਖਿੱਤਾ ਜਿਹੜਾ ਉਹ ਲੈ ਕੇ ਰਹਿਣਗੇ, ਸਿੱਖਾਂ ਨੂੰ ਆਜ਼ਾਦੀ ਹੋਊਗੀ, ਕੋਈ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਤੇ ਦਬਾਅ ਨਹੀਂ ਹੋਊ, ਕਿਸੇ ਤਰ੍ਹਾਂ ਦਾ ਉਹਨਾਂ ਤੇ ਪ੍ਰੈਸ਼ਰਾਈਜ਼ ਨਹੀਂ ਹੋਣਗੇ ਉਹ। ਤਾਂ ਉਹ ਜਿਹੜੀ ਗੱਲ ਉਹ ਸੰਤ ਜਰਨੈਲ ਸਿੰਘ ਵੀ ਕਹਿੰਦੇ ਸੀਗੇ, ਅੱਜ ਵੀ ਜੇ ਜਥੇਦਾਰ ਅਕਾਲ ਤਖਤ ਨੇ ਕਹਿ ਦਿੱਤਾ ਤੇ ਉਹੀ ਗੱਲ ਉਹਨਾਂ ਨੇ ਦੁਹਰਾਈ ਆ ਕਿ ਅਸੀਂ ਤਾਂ ਰਹਿਣਾ ਚਾਹੁੰਦੇ ਹਾਂ ਇੱਥੇ ਹੀ ਸਾਰਾ ਕੁਛ ਬਰਾਬਰਤਾ ਨਾਲ, ਪਰ ਜੇ ਵੱਖ ਕਰਕੇ ਸਾਨੂੰ ਦੇਣਾ ਚਾਹੁੰਦੇ ਆ ਤੇ ਕੌਣ ਇਨਕਾਰ ਕਰਦਾ? ਪਰ ਪੰਜਾਬ ਦੇ ਨੌਜਵਾਨ ਤਾਂ ਹੁਣ ਗੱਲਾਂ ਕਰਨ ਲੱਗੇ ਨਾ। ਅੰਮ੍ਰਿਤਪਾਲ ਸਿੰਘ ਇੱਕ ਨੌਜਵਾਨ ਵਾਰਿਸ ਪੰਜਾਬ ਦੇ ਵਾਲੇ ਆਏ, ਉਹ ਸ਼ਰੇਆਮ ਕਹਿ ਰਹੇ ਆ ਕਿ ਸਾਨੂੰ ਵੱਖਰੇ। ਦੇਖੋ ਉਹਨਾਂ ਤੋਂ ਪਹਿਲਾਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਆ, ਫਿਰ ਹੋਰ ਕਿੰਨੀਆਂ ਸੰਸਥਾਵਾਂ, ਸਾਡੇ ਦਲ ਖਾਲਸਾ ਕਹਿ ਰਿਹਾ ਵਾ। ਸਾਰੇ ਆਪੋ ਆਪਣੀ ਵਿਚਾਰਧਾਰਾ ਵਾ। ਇਸ ਨੌਜਵਾਨ ਬਾਰੇ ਤੁਹਾਡਾ ਓਪੀਨੀਅਨ ਕੀ ਹੈ? ਦੇਖੋ ਅੱਜ ਉਹਨੇ ਕਿੰਨੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਲਈ ਪ੍ਰੇਰਿਆ ਸੀ। 27 ਸਾਲਾਂ ਤੋਂ ਅੰਮ੍ਰਿਤ ਪ੍ਰਚਾਰ ਕਰ ਰਹੇ ਆ। ਧਾਰਮਿਕ ਦੀਵਾਨ ਜਿੱਥੇ ਵੀ ਮੇਰੇ 3 ਦੀਵਾਨ ਹੁੰਦੇ, ਉੱਥੇ ਤੀਜੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਨਾਲ। ਕਿਤੇ 100, ਕਿਤੇ 50, ਕਿਤੇ 200 ਅੰਮ੍ਰਿਤ ਛਕਦੇ। ਹਜ਼ਾਰਾਂ ਲੱਖਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਉਹ ਅੰਮ੍ਰਿਤ ਛਕਾ ਰਿਹਾ, ਗੁਰੂ ਲੜ ਲਾ ਰਿਹਾ, ਨਸ਼ਿਆਂ ਤੋਂ ਬਚਾ ਰਿਹਾ, ਪਤਤ ਪੁਣੇ ਤੋਂ ਬਚਾ ਰਿਹਾ, ਚੰਗੀ ਗੱਲ ਆ। ਬਾਕੀ ਵਿਚਾਰਧਾਰਾ ਹਰੇਕ ਦੀ ਆਪੋ। ਸਿਮਰਨਜੋਤ ਸਿੰਘ ਮੱਕੜ ਦੀ ਆਪਣੀ ਆ, ਮੇਰੀ ਆਪਣੀ ਆ, ਤੁਹਾਨੂੰ ਮੁਬਾਰਕ ਆ, ਮੈਨੂੰ ਮੁਬਾਰਕ ਆ। ਜਿਹੜੀ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਮੁਬਾਰਕ ਆ। ਜਿਵੇਂ ਬਹੁਤ ਅਟੈਕ ਹੋਏ, ਲੋਕ ਕਹਿ ਰਹੇ ਆ, ਬਹੁਤ ਸਾਰੇ ਮੈਂ ਪੜ੍ਹ ਰਿਹਾ ਸੀਗਾ ਕਿ ਪਲਾਂਟਡ ਬੰਦਾ ਹੈ, ਇਹ ਏਜੰਸੀਆਂ ਦਾ ਬੰਦਾ ਹੈ, ਇਹ ਏਜੰਸੀਆਂ ਨੇ ਪਲਾਂਟ ਕਰਤਾ ਕਿ ਪੰਜਾਬ 'ਚ ਅਨਰੈਸਟ ਕਰ ਦਿਓ, ਪੀਸ ਖਰਾਬ ਕਰ ਦਿਓ, ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਤੱਤੀਆਂ ਗੱਲਾਂ, ਇਹ ਤੱਤੀਆਂ ਗੱਲਾਂ ਲੱਗਦੀਆਂ ਤੁਹਾਨੂੰ ਲੱਗਦਾ ਕਿ? ਦੇਖੋ ਸਿਧਾਂਤਕ ਗੱਲਾਂ ਹਮੇਸ਼ਾ ਤੱਤੀਆਂ ਲੱਗਦੀਆਂ ਹੁੰਦੀਆਂ। ਜੇ ਕੋਈ ਸਿਧਾਂਤਕ ਗੱਲ ਕਰਦਾ ਵਾ ਤਾਂ ਮੈਂ ਸਮਝਦਾ ਉਹਦੇ ਤੇ ਕੋਈ ਨਹੀਂ। ਬਾਕੀ ਜਿਹੜਾ ਹੈਗਾ ਇੱਥੇ ਪੀਸਫੁਲ ਤਰੀਕੇ ਨਾਲ ਆਪਣੀ ਜਿਹੜਾ ਹੈਗਾ ਫੇਥ ਨੂੰ ਫਾਲੋ ਕਰਨਾ, ਕਸਰਤ ਕਰਨੀ, ਵਾਇਲੈਂਸ ਪੈਦਾ ਨਾ ਹੋਵੇ, ਝਗੜਾ ਪੈਦਾ ਨਾ ਹੋਵੇ। 84 ਤੋਂ ਬਾਅਦ ਬੜਾ ਨੁਕਸਾਨ ਝੱਲਿਆ। ਅੱਜ ਤੱਕ ਘਰਾਂ ਦੇ ਚੁੱਲ੍ਹਿਆਂ ਦੇ ਵਿੱਚ ਘਾਹ ਉੱਗਿਆ ਹੋਇਆ, ਅੱਗ ਨਹੀਂ ਬਲੀ, ਘਰਾਂ ਦੇ ਘਰ ਬਰਬਾਦ ਹੋ ਗਏ। ਇਹਨਾਂ ਨੁਕਸਾਨ ਝੱਲਿਆ ਅਸੀਂ ਕਿ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਕਿ ਵਾਇਲੈਂਸ ਪੈਦਾ ਹੋਵੇ। ਬਾਕੀ ਕਾਨੂੰਨੀ ਤਰੀਕੇ ਨਾਲ ਜੇਕਰ ਹੱਕ ਦਿੱਤਾ, ਸਰਦਾਰ ਮਾਨ ਸਾਹਿਬ ਕਹਿੰਦੇ ਹੁੰਦੇ ਆ ਉਹਨਾਂ ਕੋਲੇ ਕੋਈ ਫੈਸਲੇ ਦੀ ਕਾਪੀ ਵੀ ਆ, ਉਹ ਕਹਿੰਦੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਖਾਲਿਸਤਾਨ ਕਹਿਣਾ, ਖਾਲਿਸਤਾਨ ਦੇ ਨਾਂ ਤੇ ਇਕੱਠ ਕਰਨਾ, ਖਾਲਿਸਤਾਨ ਦੇ ਨਾਂ ਤੇ ਪੋਸਟਰ ਲਾਉਣੇ, ਇਹਦਾ ਕੋਈ ਗੈਰ ਕਾਨੂੰਨੀ ਨਹੀਂ ਹੈ ਭਾਰਤ ਦੇ ਅੰਦਰ। ਇਹ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਗੈਂਗਸਟਰਸ ਨੂੰ ਕਹਿ ਰਹੇ ਆ ਕਿ ਨਾਲ ਆਉਣ, ਉਹਨਾਂ ਦੇ ਮੁੱਖ ਧਾਰਾ 'ਚ ਆ ਜਾਣ। ਦੇਖੋ ਇਹ ਤਾਂ ਮੈਂ ਪਹਿਲਾਂ ਅਪੀਲ ਕੀਤੀ ਜਿੱਦਣ ਸਿੱਧੂ ਮੂਸੇਵਾਲਾ ਦੇ ਭੋਗ ਤੇ ਮੈਂ ਗਿਆ ਸੀਗਾ, ਤਾਂ ਉਸ ਦਿਨ ਮੈਂ ਕਿਹਾ ਸੀਗਾ ਕਿ ਨੌਜਵਾਨ ਮਾਰ ਧਾੜ ਦਾ, ਫਰੌਤੀਆਂ ਦਾ ਰਾਹ ਛੱਡ ਕੇ ਤੇ ਉਹ ਘਰਾਂ ਨੂੰ ਵਾਪਸ ਆਉਣ ਤੇ ਸਰਕਾਰਾਂ ਵੀ ਉਹਨਾਂ ਨੂੰ ਖੁੱਲ੍ਹਾ ਮਾਹੌਲ ਦੇਣ, ਉਹਨਾਂ ਦੇ ਇਨਕਾਊਂਟਰ ਨਾ ਕੀਤੇ ਜਾਣ। ਇਨਕਾਊਂਟਰ ਕਿਸੇ ਮਸਲਿਆਂ ਦਾ ਹੱਲ ਨਹੀਂ ਹੈਗਾ ਤੇ ਉਹਨਾਂ ਨੂੰ ਆਪਣੇ ਘਰਾਂ ਨੂੰ, ਉਹ ਦੇਖੋ ਨਾ ਸਿੱਧੂ ਦਾ ਘਰ ਅੱਜ ਕਰੋੜਾਂ ਦੀ ਹਵੇਲੀ, ਕਰੋੜਾਂ ਦੀਆਂ ਗੱਡੀਆਂ, ਮਾਂ-ਬਾਪ ਦੀਆਂ ਅੱਖਾਂ ਅੱਗੇ ਹਨੇਰਾ ਵਾ। ਇਹ ਗੈਂਗਸਟਰਵਾਦ ਦੀ ਭੇਟ ਚੜਿਆ। ਕਿੰਨੇ ਨੌਜਵਾਨ ਜਿਹੜੇ ਗੈਂਗਸਟਰਵਾਦ ਦੀ ਭੇਟ ਚੜੇ ਆ, ਹੋਰ ਵੀ ਸ਼ੁਰੂ ਤੋਂ ਲੈ ਲਓ ਤੇ ਅੱਜ ਵੀ ਕਿੰਨੇ ਆ। ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਦਿਸ ਰਿਹਾ। ਤੇ ਜੇ ਅਪੀਲ ਕੀਤੀ ਹੈ ਚੰਗੀ ਗੱਲ ਆ। ਮੈਂ ਪਹਿਲਾਂ ਕਰ ਚੁੱਕਿਆ ਇਹ ਨੌਜਵਾਨਾਂ ਨੂੰ ਕਿ ਆਓ ਘਰਾਂ ਵਿੱਚ ਪਰਤੋ ਔਰ ਜਿਹੜਾ ਦੇਸ਼, ਕੌਮ, ਧਰਮ ਦੀ ਸੇਵਾ ਦੇ ਵਾਸਤੇ, ਪਰਿਵਾਰਾਂ ਦੀ, ਮਾਂ-ਬਾਪ ਦੀ ਸੇਵਾ ਵਾਸਤੇ ਜ਼ਿੰਮੇਵਾਰੀ ਨਿਭਾਓ। ਸਰਕਾਰਾਂ ਵੀ ਉਹਨਾਂ ਨੂੰ ਖੁੱਲ੍ਹਾ ਰਾਹ ਦੇਣ।
ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਕਿ ਐਨਕਾਊਂਟਰ ਕਰ ਦਿੱਤੇ ਜਾਣ, ਮਾਵਾਂ ਦੇ ਘਰ ਬਰਬਾਦ ਨਾ ਹੋਣ। ਉਹ ਮਾਵਾਂ ਕਿਵੇਂ ਰੋਂਦੀਆਂ ਦੇਖੋ, ਉਹਨਾਂ ਦੇ ਹਾਲਾਤ ਦੇਖੋ। ਇਨਸਾਨੀਅਤ ਨਾਤੇ ਮੈਂ ਇਹ ਜਿਹੜੀ ਗੱਲ ਨੂੰ ਐਪਰੀਸ਼ੀਏਟ ਕਰਦਾ ਵਾਂ ਕਿ ਜੇ ਵਾਪਸ ਮੁੜਨ ਵਾਸਤੇ ਕੋਈ ਵੀ ਕਹਿੰਦਾ ਕਿ ਫਰੌਤੀਆਂ ਦਾ ਮਾਰ ਧਾੜ ਦਾ, ਭਰਾ ਮਾਰੂ ਜੰਗ, ਇਹਨਾਂ ਨੇ ਇੱਕ ਦੂਜੇ ਨੂੰ ਮਾਰਨਾ, ਵਾਹ ਜਾਂ ਇਸ ਰਾਹ ਨੂੰ ਛੱਡ ਕੇ ਤੇ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਣ ਤੇ ਆਪਣੇ ਦੇਸ਼ ਕੌਮ ਧਰਮ ਦੀ ਸੇਵਾ। ਜਿਨ੍ਹਾਂ ਨੇ ਮੂਸੇਵਾਲਾ ਮਾਰਿਆ, ਮਾਪਿਓ ਇਨਸਾਫ ਚਾਹੁੰਦੇ ਨਾ, ਭਾਵੇਂ ਉਹ ਲਾਰੈਂਸ ਬਿਸ਼ਨੋਈ ਹੋਵੇ, ਕੋਈ ਵੀ ਹੋ ਵੱਡੇ ਗੈਂਗਸਟਰ ਜਿੰਨੇ ਨਾਮ ਲੈਂਦੇ, ਉਹ ਮਾਪਿਓ ਤਾਂ ਕਹਿੰਦੇ ਕਿ ਫਾਂਸੀ ਹੋਵੇ। ਇਹ ਤਾਂ ਕਾਨੂੰਨ ਨੇ ਦੇਖਣਾ ਵਾ, ਉਹਨਾਂ ਦੀ ਮੰਗ ਜਾਇਜ਼ ਆ, ਉਹਨਾਂ ਦਾ ਅੱਖਾਂ ਦਾ ਚਿਰਾਗ ਬੁੱਝਿਆ, ਪਰ ਇਹ ਕਾਨੂੰਨ ਨੇ ਜੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਕਾਨੂੰਨੀ ਸਜ਼ਾਵਾਂ ਜਿਹੜੀਆਂ ਬਣਦੀਆਂ ਉਹ ਦੇਣ। ਕਾਨੂੰਨੀ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਔਰ ਇਹ ਨਹੀਂ ਕਿ ਅਸੀਂ ਆਪਸ 'ਚ ਮਾੜ ਧਾੜ ਦੇ ਵਿੱਚ ਪੈ ਜੀ, ਅੱਜ ਤੁਸੀਂ ਮੈਨੂੰ ਮਾਰਤਾ, ਕੱਲ ਮੈਂ ਕਿਸੇ ਨੂੰ ਮਾਰਤਾ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਬੰਦੀ ਸਿੰਘਾਂ ਵਾਸਤੇ ਵੀ ਆਪਾਂ ਤਾਂ ਹੀ ਕਹਿ ਰਹੇ ਨਾ, ਕਾਨੂੰਨੀ ਜੋ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ। ਕਿਹਾ ਤੁਹਾਡੀ ਗੱਲ ਹੋਈ ਕਦੇ ਅਮਿਤ ਸ਼ਾਹ ਹੋਣਾ ਤੱਕ ਇਹ ਗੱਲ ਪਹੁੰਚਾਈ ਤੁਸੀਂ? ਦੇਖੋ ਅਸੀਂ ਮੰਗ ਪੱਤਰ ਭੇਜੇ ਆ, ਮੇਰੀ ਅੱਜ ਤੱਕ ਕਦੇ ਅਮਿਤ ਸ਼ਾਹ ਜੀ ਨਾਲ, ਹੋਮ ਮਿਨਿਸਟਰ ਨਾਲ ਮੀਟਿੰਗ ਨਹੀਂ ਹੋਈ, ਨਾ ਪ੍ਰਧਾਨ ਮੰਤਰੀ ਸਾਹਿਬ ਨਾਲ। ਫੋਨ ਤੇ ਵੀ ਗੱਲ ਨਹੀਂ ਹੋਈ? ਨਾ ਕਦੇ ਫੋਨ ਤੇ ਮੇਰੀ ਗੱਲ ਹੋਈ ਆ। ਲੋਕ ਤਾਂ ਸੋਚਦੇ ਕਿ ਤੁਸੀਂ ਬੰਦੇ ਹੀ ਉਹਨਾਂ ਦੇ ਹੋ, ਤੁਸੀਂ ਕਹਿ ਰਹੇ ਹੋ ਮੇਰੀ ਫੋਨ ਤੇ ਗੱਲ ਨਹੀਂ ਹੋਈ। ਬਹੁਤ ਕੁਝ ਸੋਚਿਆ ਜਾਂਦਾ। ਦੇਖੋ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ ਤੇ ਲੋਕ ਇਹੀ ਕਹਿੰਦੇ ਸੀ ਕਿ ਦਾਦੂਵਾਲ ਦੀ ਤਾਂ ਪੱਗ ਵਟਾਈ ਕੈਪਟਨ ਅਮਰਿੰਦਰ ਸਿੰਘ ਨਾਲ, ਬਾਦਲ ਪਰਿਵਾਰ ਹੀ ਕਹਿੰਦਾ ਸੀ। ਪਰ ਮੈਂ ਉਹਦੇ 4.5 ਸਾਲਾਂ ਦੇ ਕਾਰਜਕਾਲ 'ਚ ਸਿਰਫ ਇੱਕ ਵਾਰ ਮਿਲਿਆ ਸੀ, ਉਹ ਵੀ ਬਰਗਾੜੀ ਇਨਸਾਫ ਮੋਰਚੇ ਦੇ ਵਫਦ ਦੇ ਵਿੱਚ ਅਗਵਾਈ ਕਰਦਿਆਂ ਪੰਜਾਬ ਭਵਨ ਦੇ ਵਿੱਚ। ਚੋਰੀ ਮੀਟਿੰਗਾਂ ਦੀ ਵੀ ਗੱਲ ਆਈ ਸੀ, ਚੋਰੀ ਮੀਟਿੰਗਾਂ ਹੋਈਆਂ। ਇਹ ਵੀ ਦੇਖੋ ਬਦਨਾਮੀ ਕੀਤੀ ਗਈ ਜਾਣ ਬੁੱਝ ਕੇ, ਔਰ ਉਹਨੂੰ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਨੂੰ ਗੁੰਮਰਾਹ ਕੀਤਾ। ਤਾਂ ਵਿਧਾਨ ਸਭਾ ਦੀ ਕਮੇਟੀ ਜਿਹੜੀ ਬਣੀ, ਟੋਲ ਪਲਾਜ਼ਿਆਂ ਦੀਆਂ ਉਹਨਾਂ ਨੇ ਤੁਹਾਡੀ ਗੱਡੀ ਦੀਆਂ ਫੋਟੋਆਂ ਦਿਖਾਤੀਆਂ। ਟੋਲ ਪਲਾਜ਼ੇ ਸੀਐਮ ਹਾਊਸ ਨਹੀਂ ਨਾ ਹੁੰਦੇ, ਸੀਐਮ ਹਾਊਸ ਦੀ ਦਿਖਾਉਂਦੇ। ਟੋਲ ਪਲਾਜ਼ੇ ਤੋਂ ਅੱਗੇ ਤਾਂ ਪੰਚਕੂਲਾ ਵੱਸਦਾ, ਚੰਡੀਗੜ੍ਹ ਵੱਸਦੀ, ਗਾਂ ਸ਼ਿਮਲਾ ਵੱਸਦਾ, ਟੋਲ ਪਲਾਜ਼ਾ ਦਾ ਜੀਰਕਪੁਰ ਆ। ਸੋ ਇਸ ਕਾਰਨ ਕਰਕੇ ਜਿਹੜੀ ਉਹਨਾਂ ਨੇ ਦਿਖਾਈ ਸੀ ਨਾ, ਉਹ ਬਿਲਕੁਲ ਝੂਠ ਸੀ। ਤੇ ਵਿਧਾਨ ਸਭਾ 'ਚ ਮੁੱਖ ਮੰਤਰੀ ਨੇ ਇੱਕ ਕਮੇਟੀ ਬਣਾਈ ਜਿਹਦਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਮੁੱਖ ਸੀਗਾ, ਬਲਵਿੰਦਰ ਸਿੰਘ ਭੂੰਦੜ ਦਾ ਮੁੰਡਾ ਵੀ ਉਹਦੇ ਵਿੱਚ ਮੈਂਬਰ ਸੀ। ਤੇ ਉਹਨਾਂ ਨੇ ਝੂਠਾ ਕਰਾਰ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਨੂੰ, ਪੂਰੀ ਖੋਜ ਕਰਕੇ, ਕਿ ਦਾਦੂਵਾਲ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ 'ਚ ਬਿਲਕੁਲ ਨਹੀਂ ਸੀਗਾ, ਨਾ ਮੇਰੀ ਗੱਡੀ, ਨਾ ਕਾਰ ਤੇ ਨਾ ਮੈਂ ਸੀਗਾ। ਦੇਖੋ ਤੁਸੀਂ, ਉਹਨੂੰ ਝੂਠਾ ਕਰਾਰ ਦਿੱਤਾ। ਉਹ ਪ੍ਰਿਵਿਲੇਜ ਕਮੇਟੀ ਕੋਲੇ ਕੇਸ ਸੀ। ਸੁਖਬੀਰ ਸਿੰਘ ਬਾਦਲ ਬਾਅਦ 'ਚ MP ਬਣ ਕੇ ਪਾਰਲੀਮੈਂਟ 'ਚ ਚਲੇ ਗਿਆ ਤੇ ਉਹ ਕੇਸ ਦਾ ਪਤਾ ਨਹੀਂ ਕੀ ਬਣਿਆ, ਪਾਰਲੀਮੈਂਟ 'ਚ ਭੇਜਿਆ ਕਿ ਨਹੀਂ, ਵਿਧਾਨ ਸਭਾ ਨੇ ਭੇਜਿਆ, ਪਰ ਇੱਕ ਵਾਰੀ ਝੂਠਾ ਕਰਾਰ ਦੇ ਦਿੱਤਾ। ਮੋਰਚੇ ਤੋਂ ਤੁਸੀਂ ਉੱਠ ਕੇ ਬਣਿਆ ਤਾਂ ਉਸ ਕੇਸ ਦਾ ਵੀ ਕੁਝ ਨਹੀਂ, ਕਦੇ ਨਾ ਬੰਦੀ ਸਿੰਘ ਰਿਹਾ ਹੋਏ, ਨਾ ਇਨਸਾਫ ਮਿਲਿਆ। ਨਹੀਂ, ਬਹੁਤ ਕੁਝ ਹੋਇਆ। ਦੇਖੋ ਕਹਿੰਦੇ ਆ ਕਿ ਭਾਈ ਮੰਡ ਤੇ ਭਾਈ ਦਾਦੂਵਾਲ ਪੈਸੇ ਖਾਤਰ ਲੜ ਕੇ ਅੱਡ ਹੋ ਗਏ ਤੇ ਫਿਰ ਇਹ ਚੀਜ਼ਾਂ ਆ ਗਈਆਂ। ਦੇਖੋ ਇੱਕ ਗੱਲ ਆ, ਅਸੀਂ ਲੜੇ ਕਿੱਦਣ? ਜਿਸ ਦਿਨ ਮੋਰਚੇ ਦਾ ਫੈਸਲਾ ਹੋ ਗਿਆ, ਜਿਸ ਦਿਨ ਮੰਡ ਸਾਹਿਬ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕਰਤਾ। ਉਦੋਂ ਪਹਿਲਾਂ 6.5 ਮਹੀਨੇ ਤਾਂ ਅਸੀਂ ਇਕੱਠੇ ਰਹੇ ਹਾਂ ਨਾ। ਜਦੋਂ ਉਹਨਾਂ ਨੇ ਉਹਦਾ ਐਲਾਨ ਕਰਤਾ, ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਸਾਨੂੰ ਭਰੋਸੇ 'ਚ ਨਹੀਂ ਲਿਆ, ਸਾਰੀਆਂ ਜਥੇਬੰਦੀਆਂ ਨੂੰ ਨਹੀਂ ਲਿਆ, ਉਸ ਦਿਨ ਤੋਂ ਨਾਰਾਜ਼ਗੀ ਹੋਈ ਸਾਡੀ। ਪਹਿਲਾਂ ਤਾਂ ਸਾਡੀ ਕੋਈ ਜਿਹੜੀ ਨਾਰਾਜ਼ਗੀ ਨਹੀਂ ਸੀਗੀ, ਪਹਿਲਾਂ ਤਾਂ ਅਸੀਂ ਸਾਰੇ ਇਕੱਠੇ ਬੈਠੇ ਸੀਗੇ। ਮੈਨੂੰ ਵੀ ਫੋਨ ਆਏ ਉਹਨਾਂ ਦੇ, ਬਹੁਤ ਸਾਰਾ ਮਿਲ ਰਹੇ ਨੇ, ਠੀਕ ਬਣਾ। ਨਹੀਂ, ਮੇਰੇ ਕੋਲ ਕਹਿੰਦੇ ਸੀ ਆਉਣਾ, ਅਜੇ ਤੱਕ ਆਏ ਨਹੀਂ ਆ ਤੇ ਗੱਲਬਾਤ ਕਰਾਂਗੇ। ਬਾਕੀ ਮੈਂ ਉਹਨਾਂ ਦੀ ਕਿਸੇ ਕਾਰਵਾਈ ਦਾ ਹਿੱਸਾ ਨਹੀਂ ਹਾਂ। ਉਸ ਦਿਨ ਤੋਂ ਬਾਅਦ ਉਹਨਾਂ ਦੇ ਕਿਸੇ ਇਕੱਠ ਦਾ ਹਿੱਸਾ ਨਹੀਂ। ਸਾਰੇ ਪੰਥ ਨੂੰ ਹੁਣ ਇਕੱਠਾ ਕਰਨਾ ਹੈ। ਪਰ ਮੈਂ ਇੱਕ ਗੱਲ ਜਿਹੜੀ ਉਹ ਪੂਰੀ ਕਰਦਿਆਂ, ਤੁਸੀਂ ਜਿਹੜੀ ਗੱਲ ਕੀਤੀ ਆ ਕਿ ਦੇਖੋ ਉਸ ਦਿਨ ਤੋਂ ਬਾਅਦ ਸਾਡਾ ਨਾ ਕੋਈ ਪੈਸੇ ਦਾ ਰੌਲਾ, ਨਾ ਕੋਈ ਸਾਡਾ ਪੈਸੇ ਦੁਆਰੇ ਵੀ ਉਹਨਾਂ ਨੇ ਆਪ ਅਨਾਉਂਸ ਕਰ ਦਿੱਤਾ ਸੀਗਾ, ਸਟੇਜ ਤੇ ਕੀਤਾ ਬਕਾਇਦਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੋਂ 10 ਰੁਪਏ ਦਾਦੂਵਾਲ ਨੇ ਨਹੀਂ ਲਏ, 10 ਰੁਪਏ ਅਜਨਾਲਾ ਨੇ ਨਹੀਂ ਲਏ, 10 ਰੁਪਏ ਕਿਸੇ ਜਥੇਬੰਦੀ ਨੇ ਨਹੀਂ ਲਏ, ਕਿਉਂਕਿ ਹਿਸਾਬ ਕਿਤਾਬ ਸਾਰਾ ਉਹਨਾਂ ਦੇ ਬੇਟੇ ਕੋਲ ਤੇ ਉਹਨਾਂ ਦੇ ਭਤੀਜਿਆਂ ਤੇ ਪੀਏ ਕੋਲ ਸੀਗਾ। ਤੁਸੀਂ ਦੇਖ ਰਹੇ, ਅਸੀਂ ਤਾਂ ਮੋਰਚੇ ਦੀ ਰੋਜ਼ ਜੋ ਹੁੰਦਾ ਸੀਗਾ ਅਗਲੀ ਕਾਰਵਾਈ ਉਹ ਦੱਸਦੇ ਸੀ, ਉੱਥੇ ਪ੍ਰਬੰਧ ਸੰਗਤਾਂ ਨੂੰ ਲਿਆਉਣਾ। ਫਿਰ ਤਾਂ ਆਮ ਮੁਹਾਰੇ ਵੀ ਸੰਗਤਾਂ ਚੱਲ ਪਈਆਂ, ਲੱਖਾਂ ਦੇ ਇਕੱਠ ਹੋਏ, ਪਰ ਪਹਿਲਾਂ ਉਹਨਾਂ ਨੇ ਲਿਆਉਣਾ ਉੱਠਣਾ ਉੱਥੋਂ ਬਿਲਕੁਲ ਇਸ ਤਰੀਕੇ ਨਾਲ ਬਿਨਾਂ ਕਿਸੇ ਲਿਖਤੀ ਪੜ੍ਹਤੀ। ਸਾਡੇ ਨਾਲ ਜਦੋਂ ਬਕਾਇਦਾ ਲਿਖਤੀ ਗੱਲਬਾਤ ਚੱਲ ਰਹੀ ਸੀ, ਜਿਹੜਾ ਆਗੂਆਂ ਦੇ ਨਾਲ ਸਰਕਾਰ ਦੀ ਲਿਖਤੀ ਸਾਰਾ ਕੁਛ ਆ ਰਿਹਾ ਸੀ, ਲਿਖਤੀ ਜਾ ਰਿਹਾ ਸੀ, ਤਾਂ ਫਿਰ ਐ ਮੂੰਹ ਜ਼ਬਾਨੀ ਬਿਨਾਂ ਕੋਈ ਅਲਟੀਮੇਟਮ, ਬਿਨਾਂ ਕੁਛ ਉਹਨਾਂ ਤੋਂ ਲਏ ਤੇ ਇਸ ਤਰ੍ਹਾਂ ਕੱਲਾ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰਕੇ ਉਹਦੀ ਮਾਫੀ ਮੰਗਣੀ ਪਈ। ਦੇਖੋ ਸਰਦਾਰ ਉਹੋ ਜਿਹਾ ਮੋਰਚਾ ਨਹੀਂ ਲੱਗ ਸਕਿਆ, ਸਰਦਾਰ ਮੰਡ ਸਾਹਿਬ ਨੂੰ ਮਾਫੀ ਮੰਗਣੀ ਪਈ ਨਾ ਅਕਾਲ ਤਖਤ ਸਾਹਿਬ ਤੇ। ਜੇ ਦਾਦੂਵਾਲ ਨੇ ਗਲਤੀ ਕੀਤੀ ਹੁੰਦੀ ਉੱਥੇ ਕੋਈ, ਜਾਂ ਕੋਈ ਫੰਡ ਦੀ ਜਾਂ ਕੋਈ ਫੈਸਲੇ ਦੀ, ਤਾਂ ਦਾਦੂਵਾਲ ਮਾਫੀ ਮੰਗਦਾ। ਸੰਗਤਾਂ ਤੋਂ ਤਾਂ ਅਸੀਂ ਹਮੇਸ਼ਾ ਮਾਫੀ ਮੰਗਦੇ ਹਾਂ, ਪਰ ਜੇ ਮੰਡ ਸਾਹਿਬ ਨੇ ਗਲਤੀ ਕੀਤੀ ਤਾਂ ਮਾਫੀ ਮੰਗੀ ਨਾ। ਸਾਨੂੰ ਸੁਖਰਾਜ ਸਿੰਘ ਉੱਥੇ
ਮੋਰਚਾ ਲਾ ਕੇ ਬੈਠੇ ਆ, ਕੋਈ ਨਹੀਂ ਗਿਆ ਉਹਦੇ ਕੋਲੇ, ਨੌਜਵਾਨ ਜਾਂਦੇ ਰਹੇ ਅਸੀਂ, ਬਕਾਇਦਾ ਜਾਂਦੇ ਰਹੇ, ਉਹਨਾਂ ਵੱਡਾ ਮੋਰਚਾ ਨਹੀਂ ਬਣ ਸਕਿਆ, ਉਹੋ ਜਿਹਾ ਅਸਰ ਨਹੀਂ ਹੋ ਬਾਕੀ ਐ ਸਕਿਆ। ਹੁੰਦਾ ਦੇਖੋ ਮੋਰਗੇ ਦੇ ਆਰਗੇਨਾਈਜ਼ਰਾਂ ਤੇ ਗੱਲਬਾਤ ਹੁੰਦੀ ਹੈ, ਹਾਲਾਤਾਂ ਤੇ ਹੁੰਦੀ ਹੈ, ਕੀ ਹੈ ਕਿਵੇਂ ਹੈ। ਅੱਜ ਦੇਖੋ ਰੋਡੇ ਪਿੰਡ 'ਚ ਕਿੱਡਾ ਇਕੱਠ ਹੋਇਆ ਵਾ ਸੰਗਤਾਂ ਦਾ, ਨੌਜਵਾਨਾਂ ਦਾ। ਇਸ ਤਰ੍ਹਾਂ ਹੀ ਹਾਲਾਤ ਕਦੋਂ ਇੱਥੇ ਤਾਂ ਨਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੱਕੜ ਸਾਹਿਬ ਕਿ ਚਿੰਗਾੜੀ ਕਦੋਂ ਭਾਂਬੜ ਬਣਦੀ ਆ ਪਤਾ ਹੀ ਨਹੀਂ ਲੱਗਦਾ। ਸਾਨੂੰ ਵੀ ਇੱਥੇ ਮਹੀਨਾ 2 ਮਹੀਨੇ ਜਿਹੜਾ ਸੀ ਬਹੁਤ ਘੱਟ ਸੰਗਤਾਂ ਰਹੀਆਂ ਸੀਗੀਆਂ, ਕਦੇ 100 ਕਦੇ 200 ਕਦੇ 400, ਇਹ ਤਾਂ ਬਾਅਦ 'ਚ ਲਹਿਰ ਬਣੀ। ਪਰ ਉਹ ਲਹਿਰ ਨੂੰ ਜਿਹੜਾ ਸੀਗਾ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਸੀ, ਸਾਡੀਆਂ ਮੰਗਾਂ ਨੂੰ ਸਾਰੀਆਂ ਨੂੰ, ਜੋ ਅਸੀਂ ਮੁੱਦੇ ਸੀਗੇ, ਪਰ ਉਹ ਜਥੇਦਾਰ ਮੰਡ ਸਾਹਿਬ ਨੇ ਉਹਦਾ ਐਲਾਨ ਕਰ ਦਿੱਤਾ। ਅਸੀਂ ਬਹੁਤ ਕਿਹਾ, ਵਾਸਤਾ ਪਾਇਆ। ਉਸ ਦਿਨ ਤੋਂ ਬਾਅਦ ਹੀ ਸਾਡੀ ਨਾਰਾਜ਼ਗੀ ਹੋਈ ਉਹਨਾਂ ਦੇ ਨਾਲ। ਉਸ ਦਿਨ ਤੋਂ ਹੀ ਅਸੀਂ ਕਿਹਾ ਵੀ ਜਥੇਦਾਰ ਸਾਹਿਬ ਮੇਰੀਆਂ 3 ਗੱਲਾਂ ਦਾ ਜਵਾਬ ਦੇ ਦਿਓ ਵੀ ਤੁਹਾਡਾ ਸਮਝੌਤਾ ਕੀ ਹੋਇਆ, ਤੁਹਾਨੂੰ ਕਾਹਲੀ ਕੀ ਸੀਗੀ ਜਾਂ ਤੁਹਾਡੀ ਮਜਬੂਰੀ ਕੀ ਸੀਗੀ। ਉਹਨਾਂ ਦਾ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਮੈਂ ਤਾਂ ਸੰਗਤਾਂ ਦੀ ਕਚਹਿਰੀ 'ਚ ਹਰ ਜਗ੍ਹਾ ਜਵਾਬ ਦਿੱਤੇ ਆ, TV ਚੈਨਲਾਂ ਸੈਂਕੜੇ ਮੇਰੀਆਂ ਇੰਟਰਵਿਊ ਪਈਆਂ ਹੋਣਗੀਆਂ। ਮੈਂ ਹਰ ਜਗ੍ਹਾ ਤੇ ਗਿਆ, ਉਦੋਂ ਬਾਅਦ ਇੰਗਲੈਂਡ ਗਿਆ, ਜਰਮਨ ਗਿਆ, ਵੱਖ-ਵੱਖ ਮੁਲਕਾਂ 'ਚ ਗਿਆ। ਹਰ ਜਗ੍ਹਾ ਤੇ ਮੈਂ ਕਿਹਾ ਭਾਈ ਮੇਰੇ ਨਾਲ ਕੋਈ ਗੱਲਬਾਤ, ਜੇ ਮੇਰਾ ਕੋਈ ਸਮਝੌਤੇ 'ਚ ਹੱਥ ਆ ਜਾਂ ਮੇਰਾ ਕੋਈ ਫੰਡ ਦੇ ਵਿੱਚ ਹੱਥ ਆ ਤਾਂ ਮੇਰੇ ਕੋਲ ਤੁਸੀਂ ਲੈ ਸਕਦੇ ਹੋ, ਮੈਨੂੰ ਦੱਸੋ ਵੀ ਜੇ ਕਿਸੇ ਨੇ ਮੈਨੂੰ ਦੇਣਦਾਰ ਹੋਣਗੇ ਕੌਮ, ਬਿਲਕੁਲ ਕੌਮ ਦਾ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਮੈਂ ਗੁਰੂ ਦਾ ਦੇਣਦਾਰ ਹਾਂ ਕਿ ਇਸ ਪੈਸਾ ਖਾਤਾ ਹੋਵੇ ਕਦੇ ਕੌਮ ਦਾ ਜਾਂ ਫਿਰ ਬਰਗਾੜੀ ਮੋਰਚੇ 'ਚੋਂ ਦਾਦੂਵਾਲ ਸਾਹਿਬ ਕੋਲੇ ਆਇਆ। ਬਰਗਾੜੀ ਮੋਰਚੇ ਦਾ ਪੈਸਾ ਅਸੀਂ ਬਿਲਕੁਲ ਨਹੀਂ ਲਿਆ। ਅਸੀਂ ਨਿਤ ਦਿਨ ਜਿਹੜਾ ਵਰਕ ਕਰਦੇ, ਮੇਰੀਆਂ ਕੋਈ ਫੈਕਟਰੀਆਂ ਨਹੀਂ, ਮੇਰੇ ਕੋਈ ਜਿਹੜਾ ਹੈਗਾ ਕਾਰਖਾਨਾ, ਬਰਗਾੜੀ ਮੋਰਚੇ ਦੀ ਗੱਲ ਹਾਂ ਬਰਗਾੜੀ ਮੋਰਚਾ। ਬਾਕੀ ਦਿਨ ਰਾਤ ਸਾਡੀਆਂ ਜਿਹੜਾ ਸੰਗਤਾਂ ਹੀ ਖਰਚ ਕਰਦੀਆਂ। ਆ ਦੇਖੋ ਤੁਸੀਂ ਹਰਿਆਣਾ ਕਮੇਟੀ ਆ, 2 ਸਾਲ ਹੋ ਗਏ, 10 ਰੁਪਏ ਮੇਰੇ ਨਾਂ ਤੇ ਤੁਸੀਂ ਰਜਿਸਟਰ 'ਚ ਕੱਢ ਦਿਓ। ਮੈਂ ਕਦੇ 10 ਰੁਪਏ ਦਾ ਤੇਲ ਨਹੀਂ ਲਿਆ ਮੈਂ ਹਰਿਆਣਾ ਕਮੇਟੀ ਤੋਂ। ਮੈਂ ਤਾਂ ਹੁਣ ਸਰਕਾਰ ਨੂੰ ਅਪੀਲ ਕੀਤੀ ਹੈ, ਹਰਿਆਣਾ ਸਰਕਾਰ ਨੂੰ, ਮੈਂ ਕਿਹਾ 8 ਸਾਲਾਂ ਦਾ ਆਡਿਟ ਅਸੀਂ ਵੀ ਕਰਾਉਂਦੇ ਰਹੇ, ਤੁਸੀਂ ਵੀ ਕਰਾਓ। 8 ਸਾਲਾਂ ਦਾ ਸਾਡਾ ਕਰਾਓ, ਪਿਛਲੇ 6 ਸਾਲਾਂ 'ਚ ਕੀ ਹੋਇਆ ਤੇ ਮੇਰੇ 2 ਸਾਲਾਂ 'ਚ ਕੀ ਹੋਇਆ, ਸਰਕਾਰ ਕਰਾਵੇ। ਜਦੋਂ ਬਣਦੇ ਤੁਹਾਨੂੰ ਨਿੱਜੀ ਤੌਰ ਤੇ ਫਰਕ ਪੈਂਦਾ ਕਿਉਂਕਿ ਆਖਰਕਾਰ ਇਨਸਾਨ ਹੋ ਤੁਸੀਂ। ਜਦੋਂ ਬਹੁਤ ਸਾਰੀਆਂ ਕੋਈ ਗੱਲਾਂ ਕਰਦਾ ਜਾਂ ਦੋਸ਼ ਲਾਉਂਦਾ ਹੈ ਤਾਂ ਮਨ ਦੇ ਅੰਦਰ ਇਕੱਲੇ ਬਹਿ ਕੇ ਸੋਚਦੇ ਹੋ ਕਦੇ ਕਿ ਮੇਰੇ ਤੇ ਏਡੇ ਏਡੇ ਦੋਸ਼ ਕਿਉਂ ਲਾਏ ਜਾ ਰਹੇ ਆ, ਪੈਸਾ ਖਾਣ ਦੀ ਗੱਲ ਆ ਗਈ ਜਾਂ ਇਹ BJP ਨਾਲ ਰਲ ਗਏ, ਇਸ ਤਰ੍ਹਾਂ ਦੀਆਂ ਜਦੋਂ ਲੋਕ ਕਹਿ ਰਹੇ ਆ ਗੱਲਾਂ ਤੇ ਮਹਿਸੂਸ ਹੁੰਦਾ ਕਦੇ ਇਕੱਲਿਆਂ ਬੈਠ ਕੇ? ਨਹੀਂ ਮੈਂ ਸਮਝਦਾ ਇਸ ਗੱਲ ਨੂੰ ਵੀ ਉਦੋਂ ਹੁੰਦਾ ਇਹ ਸਾਰਾ ਕੁਝ ਜਦੋਂ ਕੋਈ ਤੁਹਾਡੇ ਵਿਰੋਧ 'ਚ ਖੜਦਾ ਵਾ। ਮੇਰੇ ਨਾਲ ਦੇ ਮਿੱਤਰ ਜਿਹੜੇ ਜਦੋਂ ਵਿਰੋਧ 'ਚ ਖੜ ਜਾਂਦੇ ਉਹ ਇਹੀ ਗੱਲਾਂ ਕਰਨ, ਜਿਹੜੇ ਕੱਲ ਤੱਕ ਮੈਨੂੰ ਮਤਲਬ ਹੀਰੋ ਕਹਿੰਦੇ ਆ, ਪਾਸੇ ਹੋ ਕੇ ਜ਼ੀਰੋ ਕਹਿਣਾ, ਜਿਹੜੇ ਕੱਲ ਪਾਸੇ ਜ਼ੀਰੋ ਕਹਿੰਦੇ ਆ ਉਹ ਨਾਲ ਖੜ ਕੇ ਹੀਰੋ ਕਹਿਣਾ। ਮੈਨੂੰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ, ਦਿਲ ਨਹੀਂ ਦੁਖਦਾ ਜਾਂ ਮਹਿਸੂਸ ਨਹੀਂ ਕਰਦਾ? ਬਿਲਕੁਲ ਕਦੇ ਨਹੀਂ। ਵਾਹਿਗੁਰੂ ਦੀ ਕਿਰਪਾ ਨਾਲ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਵਾ। ਮੇਰੇ ਨਾਲ ਦੇ ਸਿੰਘਾਂ ਨੂੰ ਪੁੱਛ ਸਕਦੇ ਆ, ਮੈਂ ਕਦੇ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਮੰਨੀ। ਇੱਕੋ ਗੱਲ ਕਹਿਣਾ ਹੁੰਦਾ ਕਿ ਵਾਹਿਗੁਰੂ ਦੀ ਕਿਰਪਾ, ਗੁਨਾਹ ਕਰਨਾ ਨਹੀਂ ਤੇ ਸੱਚ ਤੋਂ ਡਰਨਾ ਨਹੀਂ ਆ। ਬਾਦਲਾਂ ਨੇ ਜੇਲ੍ਹਾਂ 'ਚ ਡੱਕਿਆ, ਘਰ ਬਾਰ ਮੇਰੇ ਤਾਂ ਸਾਰਾ ਕੁਝ ਉਹਨਾਂ ਨੇ ਜਿਹੜਾ ਸੀਗਾ, ਇੰਨੇ ਮੁਕੱਦਮੇ ਪਾਏ, ਮੈਂ ਤਾਂ ਉਦੋਂ ਪਰਵਾਹ ਨਹੀਂ ਮੰਨੀ। ਵਾਹਿਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ 'ਚ ਰਿਹਾ, ਅੱਜ ਵੀ ਚੜ੍ਹਦੀ ਕਲਾ 'ਚ। ਔਰ ਮੈਂ ਹਮੇਸ਼ਾ ਕਹਿਣਾ ਠੀਕ ਆ, ਕਈ ਪ੍ਰੋਟੋਕੋਲ ਹੁੰਦੇ ਆ, ਕਈ ਇਸ ਤਰ੍ਹਾਂ ਹੁੰਦੇ, ਮੈਂ ਤਾਂ ਹਮੇਸ਼ਾ ਨੰਗੇ ਧੜ ਲੜਿਆ। ਅੱਜ ਪ੍ਰੈਜ਼ੀਡੈਂਟ ਬਣਿਆ ਜਾਂ ਹੋਰ ਇੱਧਰੋਂ ਉੱਧਰੋਂ ਜੋ ਕੁਛ ਹੈ, ਸਰਕਾਰਾਂ ਆਪਣੀ ਡਿਊਟੀ ਕਰ ਰਹੀਆਂ, ਪ੍ਰਸ਼ਾਸਨ ਸਿਕਿਉਰਿਟੀ ਲਾ ਦਿੱਤੀ ਨਾਲ ਮੇਰੇ, ਪਰ ਮੈਂ ਕਦੇ ਵੀ ਇਸ ਗੱਲ ਦਾ, ਮੇਰਾ ਇੱਕੋ ਹੀ ਮੰਨਣਾ ਕਿ ਜਦੋਂ ਵਾਹਿਗੁਰੂ ਵੱਲੋਂ ਟੁੱਟ, ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਦਿੱਤੇ ਆ, ਦੁਨੀਆ ਦੀ ਕੋਈ ਤਾਕਤ ਤੁਹਾਡੇ ਸਵਾਸ ਖੋਹ ਨਹੀਂ ਸਕਦੀ। ਜਿੱਦਣ ਵਾਹਿਗੁਰੂ ਵੱਲੋਂ ਟੁੱਟ ਗਈ, ਬੰਦਾ ਬਾਥਰੂਮ 'ਚ ਤਿਲਕ ਕੇ ਮਰ ਜਾਂਦਾ। ਫਿਰ ਭਾਵੇਂ ਪ੍ਰਾਈਮ ਮਿਨਿਸਟਰ ਨਾਲ ਬ੍ਰੇਕਫਾਸਟ ਤੇ ਹੋਮ ਮਿਨਿਸਟਰ ਦੇ ਨਾਲ ਲੰਚ ਤੇ ਪ੍ਰੈਜ਼ੀਡੈਂਟ ਦੇ ਨਾਲ ਤੁਹਾਡਾ ਡਿਨਰ ਕਿਉਂ ਨਾ ਹੋਵੇ, ਉਹਨਾਂ ਨੇ ਵੀ ਬਾਹੋਂ ਫੜ ਕੇ ਨਹੀਂ ਰੱਖ ਲੈਣਾ ਜਿੱਦਣ ਸਮਾਂ ਆ ਗਿਆ। ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ, ਸਾਡੀ ਸਟੇਟ ਪੰਜਾਬ ਦਾ ਚੀਫ ਮਿਨਿਸਟਰ, ਤੁਸੀਂ ਦੇਖ ਸਕਦੇ ਆ ਕਿੰਨੀਆਂ ਸਿਕਿਉਰਿਟੀ, ਕਿੰਨਾ ਕੁਛ ਸੀਗਾ। ਪਰ ਜਦੋਂ ਸਮਾਂ ਆ ਗਿਆ, ਜਿਨਕੀ ਚੀਰੀ ਦਰਗਾਹ ਪਾਟੀ, ਤਿੰਨਾਂ ਮਰਨਾ ਭਾਈ। ਪਰ ਜਿਉਂਦਿਆਂ ਜਿੰਨਾ ਚਿਰ ਅਸੀਂ ਵਿਚਰਦੇ ਹਾਂ, ਪ੍ਰਬੰਧ ਵੀ ਕਰਦੇ ਹਾਂ, ਸਾਰਾ ਕੁਛ ਉਦਮ ਬਖਸ਼ਿਆ ਗੁਰੂ ਨੇ, ਉਦਮ ਕਰਿੰਦੇ ਆ ਜੀਓ ਤੂੰ ਕਮਾਉਂਦੇ ਆ ਸੁਖ ਪਹੁੰਚ, ਉਦਮ ਉਪਰਾਲੇ ਕਰਦੇ ਆ, ਪਰ ਭਰੋਸਾ ਗੁਰੂ ਤੇ ਇੰਨਾ ਟਾਲਿਆ ਕਿ ਕਦੇ ਪਰਵਾਹ ਹੀ ਨਹੀਂ ਮੰਨੀ। ਗੁਰੂ ਸਾਹਿਬ ਦਾ ਇਤਿਹਾਸ ਸਾਡਾ ਮਾਰਗਦਰਸ਼ਨ ਕਰਦਾ। ਆਨੰਦਪੁਰ ਛੱਡਿਆ, ਸਰਸਾ ਤੇ ਪਰਿਵਾਰ ਵਿਛੋੜਾ, ਮਾਛੀਵਾੜੇ ਦਾ ਜੰਗਲ, ਨਾ ਚਰਨਾਂ 'ਚ ਮਖਮਲੀ ਜੋੜਾ, ਨਾ ਹੇਠਾਂ ਨੀਲਾ ਘੋੜਾ, ਨਾ ਹੱਥ ਤੇ ਬਾਜ, ਨਾ ਸਿਰ ਤੇ ਤਾਜ, ਗੁਲਾਬੀ ਪੰਜਾਬੇ ਦਾ ਖੂਹ, ਪੋਹ ਮਾਘ ਦੀਆਂ ਰਾਤਾਂ, ਟਿੰਡ ਦਾ ਸਰਾਣਾ, ਗਰਮ ਬਸਤਰ ਕੋਲ ਕੋਈ ਨਹੀਂ, ਫਿਰ ਵੀ ਕਹਿੰਦੇ ਪੰਥ ਵਸੇ ਮੈਂ ਜੜਾਂ, ਮਨ ਚਾਓ ਕਨੇਰਾ। ਉਹ ਗੁਰੂ ਦਾ ਇਤਿਹਾਸ ਸਾਡਾ ਮਾਰਗਦਰਸ਼ਨ ਕਰਦਾ। ਇਸ ਕਰਕੇ ਮੈਂ ਕਦੇ ਪਰਵਾਹ ਨਹੀਂ। ਹੁਣ ਵੀ ਆ ਜਿਹੜੀ ਗੱਲ ਤੁਸੀਂ ਪਹਿਲਾਂ ਪ੍ਰਧਾਨਗੀ ਦੀ ਕਹੀ, ਮੈਨੂੰ 1% ਨਾ ਕਦੇ ਜ਼ਿੰਦਗੀ 'ਚ ਸੁਪਨਾ, ਜਿਸ ਦਿਨ ਮੈਨੂੰ ਸਰਬਸੰਮਤੀ ਨਾਲ ਬਿਠਾਇਆ 1% ਮੇਰੇ ਮਨ 'ਚ ਨਹੀਂ ਸੀ। ਤੇ ਅੱਜ ਵੀ ਆ, ਜਦੋਂ ਮੈਂ ਕਿਹਾ ਕਾਨੂੰਨੀ ਰਾਹ ਅਪਣਾਓ, ਪ੍ਰੋਸੀਜਰ ਜਿਸ ਤਰ੍ਹਾਂ ਇੱਜ਼ਤ ਸਨਮਾਨ ਦੇ ਨਾਲ ਤੁਸੀਂ ਜਿਹੜਾ ਸੀ ਸੇਵਾ ਦਿੱਤੀ, ਉਸੇ ਇੱਜ਼ਤ ਦਾ ਸਨਮਾਨ ਦਾ ਰਾਹ ਅਪਣਾਓ। ਜੇ ਸੰਗਤਾਂ ਚਾਹਣਗੀਆਂ ਤਾਂ ਮੈਨੂੰ ਸੇਵਾ, ਜਾਂ ਮੈਂਬਰ ਸਾਹਿਬਾਨ ਨਹੀਂ ਚਾਹਣਗੇ ਤਾਂ ਭਾਈ ਤੁਸੀਂ ਆਪਣਾ ਮੁੱਖ ਸੇਵਾਦਾਰ ਚੁਣ ਲਓ, ਪਰ ਕਾਨੂੰਨੀ ਰਾਹ, ਗੈਰ ਕਾਨੂੰਨੀ ਨਹੀਂ। ਵੀ ਤੁਸੀਂ ਇੱਕ ਕਮਰੇ 'ਚ ਇਕੱਠੇ ਹੋ, ਤੁਸੀਂ ਕਹੋ ਵੀ ਅਸੀਂ 40 ਚੋਂ 36 ਆ ਜੀ, ਅਸੀਂ
ਤੇ ਅਸੀਂ ਬਹੁਮਤ ਅਸੀਂ ਪ੍ਰਧਾਨ ਬਣਾ ਲਿਆ ਜੀ। ਇਦਾਂ ਦਾ ਚੌਂਕ ਚਰਾਏ 'ਚ ਜਿੱਥੇ ਮਰਜ਼ੀ ਖੜ ਕੇ ਲੋਕ ਸਰਪੰਚ ਬਣਾ ਲੈਣਗੇ, ਪ੍ਰਧਾਨ ਮੰਤਰੀ ਚੀਫ ਮਿਨਿਸਟਰ ਬਣਾ ਲੈਣਗੇ, ਐਦਾਂ ਨਹੀਂ ਹੁੰਦਾ। ਕਰੋਗੇ ਕੀ? ਇਹ ਬੜਾ ਵੱਡਾ ਸਵਾਲ ਹੈ। ਪ੍ਰਧਾਨ ਬਣ ਗਏ, ਚਾਹੇ ਉਹ ਲੜਾਈ ਨੂੰ ਪਾਸੇ ਰੱਖ ਦਿਆਂ, ਮੈਂ ਬਹੁਤ ਸਪਸ਼ਟ ਸਵਾਲ ਹੈ ਕਿ ਤੁਸੀਂ ਅਲੱਗ ਗੁਰਦੁਆਰਿਆਂ ਦੀ ਕਮੇਟੀ ਚਾਹੁੰਦੇ ਸੀ, ਬਣ ਗਈ। ਇੱਥੇ ਚਾਹੁੰਦੇ ਸੀਗੇ ਕਿ ਗੋਲਕ ਦਾ ਪ੍ਰਬੰਧ ਔਰ ਸਾਰੇ ਪ੍ਰਬੰਧ ਆ ਜਾਣ ਹਰਿਆਣੇ ਦੇ ਸਿੱਖਾਂ ਹੱਥ, ਆ ਗਏ। ਹੁਣ ਕੀ ਕਰੋਗੇ? ਦੇਖੋ ਮੱਕੜ ਸਾਹਿਬ, ਪਿਛਲੇ 2 ਸਾਲਾਂ ਤੋਂ ਪ੍ਰਬੰਧ ਮੇਰੇ ਕੋਲ ਆ। ਬਹੁਤ ਪ੍ਰਬੰਧ ਸੁਚੱਜਾ ਕੀਤਾ, ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕੀਤਾ, ਮੁਲਾਜ਼ਮਾਂ ਦਾ ਦੇਖਿਆ, ਉਹਨਾਂ ਦੀਆਂ ਤਨਖਾਹਾਂ 2 ਸਾਲ 'ਚ 3 ਵਾਰੀ ਵਧਾ ਦਿੱਤੀਆਂ, ਲੈਬੋਰਟਰੀਆਂ ਖੋਲ੍ਹ ਦਿੱਤੀਆਂ, ਮੈਡੀਕਲ ਲੈਬੋਰਟਰੀਆਂ। ਬਾਜ਼ਾਰ 'ਚ 100 ਰੁਪਏ ਦਾ ਟੈਸਟ ਹੈ, ਇੱਥੇ 10 ਰੁਪਏ ਦਾ। ਸਰਦਾਰ ਬਰਾਏ ਸਾਹਿਬ ਤੋਂ ਪੈਸੇ ਲੱਖਾਂ ਰੁਪਈਆ ਉਹਨਾਂ ਤੋਂ ਲਵਾਇਆ, ਗੁਰੂ ਦੀ ਗੋਲਕ ਦਾ 10 ਰੁਪਈਏ ਨਹੀਂ ਲਵਾਏ। ਔਰ ਕੰਪਿਊਟਰ ਸੈਂਟਰ ਖੋਲ੍ਹ ਦਿੱਤੇ, ਔਰ ਬਜਟ ਦਾ ਵਾਧਾ ਤੁਸੀਂ ਦੇਖੋ, ਕਰਪਸ਼ਨ ਰੋਕ ਦਿੱਤੀ, ਦੁਰਵਰਤੋਂ ਰੋਕ ਦਿੱਤੀ। ਹੁਣ ਕਈ ਮੈਂਬਰ ਤਾਂ ਮੇਰੇ ਨਾਲ ਇਸ ਕਰਕੇ ਨਾਰਾਜ਼ ਆ ਕਿ ਉਹਨਾਂ ਦੀ ਕਰਪਸ਼ਨ ਕੀਤੀ, ਮੈਂ ਗੁਰੂ ਦੀ ਗੋਲਕ 'ਚ ਪ੍ਰਵਾਤੀ। ਇੱਕ ਮੈਂਬਰ ਤਾਂ ਜਿਹੜਾ ਸੀ, ਉਹਨੇ ਗੁਰੂ ਦੀਆਂ ਗੋਲਕਾਂ ਰਸ਼ੀਦਾਂ ਦੇ ਪੈਸੇ ਖਾਦੇ ਹੋਏ ਸੀਗੇ, ਉਹ ਮੈਂ ਪ੍ਰਭਾਤੇ ਵਾਪਸ। ਤੇ ਇਸ ਕਰਕੇ ਉਹ ਮੇਰੇ ਨਾਲ ਇਸ ਤਰ੍ਹਾਂ ਬਹੁਤੇ, ਕਈ ਤਾਂ ਇਸ ਗੱਲਾਂ ਤੋਂ ਨਾਰਾਜ਼ ਆ, ਕਈ ਦੁਰਵਰਤੋਂ ਕਰਨੀ ਚਾਹੁੰਦੇ ਆ। ਅਸੀਂ ਤਾਂ ਉਹਨੂੰ ਜਿਹੜਾ ਸੀਗਾ ਐਗਜ਼ੈਕਟਿਵ 'ਚੋਂ ਬਾਹਰ ਕਰ ਦਿੱਤਾ, ਹੁਣ ਉਹਨੂੰ ਮੈਂਬਰੀ ਤੋਂ ਖਾਰਜ, ਕਿਉਂਕਿ ਉਹ ਬਾਅਦ ਵਿੱਚ ਚਿੱਟੇ ਦੇ ਵਿੱਚ ਤੇ ਅਫੀਮ ਦੇ ਵਿੱਚ ਜਿਹੜਾ ਸੀ ਉਹ ਫੜਿਆ ਗਿਆ, ਕੁਰੂਕਸ਼ੇਤਰ। ਇਹੋ ਜਿਹੇ ਬੰਦੇ ਮੈਂਬਰ ਕਿਉਂ ਪਾਏ ਹੋਏ? ਪਹਿਲਾਂ ਪਾਏ ਹੋਏ ਸੀਗੇ ਉਹਨਾਂ ਨੇ, ਸਰਕਾਰ ਨੇ, ਮੈਂ ਨਹੀਂ ਪਾਏ, ਪਰ ਮੈਂ ਤਾਂ ਉਹਨੂੰ ਬਾਹਰ ਕਰ ਦਿੱਤਾ। ਅੱਜ ਸਰਦਾਰ ਝਿੰਡਾ ਸਾਹਿਬ ਦੇ ਨਾਲ ਉਹ ਸਰਾਣੇ ਬੈਠੇ ਹੁੰਦੇ ਨੇ ਮੈਂਬਰ, ਜਿਹੜੇ ਉਹਨਾਂ ਨੂੰ ਲੈ ਕੇ ਸਰਦਾਰ ਝਿੰਡਾ ਸਾਹਿਬ ਕਹਿ ਰਹੇ ਆ ਕਿ ਮੈਂ ਪ੍ਰਧਾਨਗੀ ਜਿਹੜੀ ਉਹ ਕਰਨੀ। ਮੇਰਾ ਵਿਜ਼ਨ ਜਿਹੜਾ ਬੜਾ ਸਾਫ਼ ਆ ਕਿ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕਰਨਾ, ਧਰਮ ਪ੍ਰਚਾਰ ਕਰਨਾ, ਮੈਡੀਕਲ ਸੇਵਾ, ਐਜੂਕੇਸ਼ਨ ਸੇਵਾ ਵਾਲੇ ਪਾਸੇ ਅਸੀਂ ਲੱਗਣਾ। ਕਰੋਨਾ ਕਾਲ ਦੇ ਵਿੱਚ SGPC ਨੇ 35% ਘਾਟੇ ਦਾ ਬਜਟ ਪੇਸ਼ ਕੀਤਾ, ਨਾਲੇ ਉਹਨਾਂ ਦਾ ਬਜਟ ਤੇ ਵੱਡਾ, ਸਾਡਾ ਤਾਂ ਆਟੇ 'ਚ ਲੂਣ ਨਹੀਂ ਉਹਨਾਂ ਦੇ ਸਾਹਮਣੇ, ਪਰ ਉਹਨਾਂ 35% ਘਾਟੇ ਦਾ ਤੇ ਅਸੀਂ 25% ਵਾਧੇ ਦਾ ਬਜਟ ਪੇਸ਼ ਕੀਤਾ। ਜਦੋਂ ਦੀ ਸੇਵਾ ਆਈ ਹੈ 20-25 ਲੱਖ ਰੁਪਈਆ ਗੁਰੂ ਕੀ ਗੋਲਕ ਵੱਧ ਗਈ ਹੈ। ਐਜੂਕੇਸ਼ਨ 'ਚ ਕੀ ਕਰੋਗੇ? ਹੈਲਥ 'ਚ ਕੀ ਕਰੋਗੇ? ਅਕਸਰ ਇਹਦਾ SGPC ਨੂੰ ਸਵਾਲ ਹੁੰਦੇ ਵੀ ਕਿੰਨੇ ਕੁ ਕਾਲਜ ਖੋਲਦੇ। ਧਰਮ ਪ੍ਰਚਾਰ ਦੇ ਉੱਤੇ ਵਿਜ਼ਨ ਕੀ ਹੈ ਤੁਹਾਡਾ? ਇਹ ਸਪੋਰਟਸ ਦੇ ਵਿੱਚ ਕੀ ਕਦੇ ਤੁਸੀਂ ਜਾਓਗੇ ਕਿ ਜਿਹੜੇ ਸਿੱਖ ਖਿਡਾਰੀ ਨੇ ਉਹ ਪੈਦਾ ਹੋਣ ਇੱਥੋਂ? ਸ਼ਾਹਬਾਦ ਦੇ ਨੇੜੇ ਕਾਲਜ ਦੀ ਗੱਲ ਹੈ, ਉਹਦਾ ਕੀ ਹਾਲਾਤ ਹੈ? ਦੇਖੋ, ਧਰਮ ਪ੍ਰਚਾਰ ਦਾ ਮੇਰਾ ਵਿਜ਼ਨ ਹੈ ਕਿ ਅਸੀਂ ਇੱਕ ਚੰਗੇ ਵਿਦਿਆਲੇ ਜਿਹੜੇ ਖੋਲ੍ਹ ਕੇ ਨਾ, ਚੰਗੇ ਗ੍ਰੰਥੀ ਸਿੰਘ, ਚੰਗੇ ਕਥਾਵਾਚਕ ਤੇ ਚੰਗੇ ਕੀਰਤਨੀਏ ਪੈਦਾ ਕਰੀਏ। ਫਿਰ ਉਹ ਪਿੰਡਾਂ 'ਚ ਜਾਣ, ਧਰਮ ਪ੍ਰਚਾਰ ਜਿਹੜਾ ਧਰਮ ਪਰਿਵਰਤਨ ਵੀ ਹੋ ਰਿਹਾ, ਇਹਨੂੰ ਵੀ ਰੋਕਿਆ ਜਾਵੇ। ਰਹੀ ਗੱਲ ਸਕੂਲਾਂ ਦੀ, ਸਕੂਲ 3 ਨੇ ਇੱਥੇ ਪਹਿਲਾਂ SGPC ਦੇ ਕੋਲ ਜਿਹੜੇ ਸੀਗੇ, 2 ਕਾਲਜ ਨੇ, ਉਹਨਾਂ ਦਾ ਬੁਰਾ ਹਾਲ ਆ। ਜਿਹੜੇ ਸਕੂਲ ਨੇ ਉਹਨਾਂ 'ਚ ਬੱਚੇ ਨਹੀਂ, ਹੁਣ ਆਏਗਾ ਨਾ, ਹੁਣ ਸਾਰਾ ਕੋਈ ਕਾਨੂੰਨੀ ਤੌਰ ਤੇ ਉਹਨਾਂ ਨੂੰ ਸੁਚੱਜਾ ਕਰਾਂਗੇ, ਹੋਰ ਸਕੂਲ ਖੋਲਾਂਗੇ ਜਿੱਥੇ ਪੰਜਾਬੀ ਵਸੋਂ, ਸਾਰੇ ਪੰਜਾਬੀ ਦੇ ਸਕੂਲ ਨਾਲ, ਉੱਥੇ ਪੰਜਾਬੀ ਭਾਸ਼ਾ ਜਿਹੜੀ ਆ ਇੱਥੇ ਦੂਜਾ ਦਰਜਾ, ਦੂਜੇ ਨੰਬਰ ਦੀ ਭਾਸ਼ਾ ਆ, ਉਹ ਪੰਜਾਬੀ ਮਾਂ ਬੋਲੀ ਲਈ ਕੰਮ ਕਰਾਂਗੇ। ਜਿਹੜਾ ਮੈਡੀਕਲ ਕਾਲਜ ਤੁਸੀਂ ਗੱਲ ਕੀਤੀ, ਮੀਰੀ ਪੀਰੀ ਸ਼ਾਹਬਾਦ ਮਾਰਕੰਡਾ, ਬਾਦਲ ਪਰਿਵਾਰ ਨੇ ਨਿੱਜੀ ਟਰਸਟ ਬਣਾਇਆ ਹੋਇਆ ਉਹਦਾ, ਪਰ ਇਹ ਐਕਟ ਅਨੁਸਾਰ ਟਰਸਟ ਤੇ ਬੋਰਡ ਸਾਰੇ ਭੰਗ ਹੋਣਗੇ। ਉਹਦਾ ਪ੍ਰਬੰਧ ਸੁਚੱਜਾ, ਉਹਦਾ ਕਬਜ਼ਾ ਆਊਗਾ ਤੁਹਾਡੇ ਕੋਲ? ਬਿਲਕੁਲ, ਉਹਦੀ ਕਬਜ਼ਾ ਤੜਾਵਾਂਗੇ, ਸੇਵਾ ਸੰਭਾਲ ਕਰਾਂਗੇ। ਕਬਜ਼ੇ ਤਾਂ ਉਹਨਾਂ ਨੇ ਕੀਤੇ ਹੋਏ, ਅਸੀਂ ਕੋਈ ਕਬਜ਼ਾ ਨਹੀਂ ਕਰਨਾ, ਅਸੀਂ ਤਾਂ ਸੇਵਾ ਸੰਭਾਲਣੀ ਆ ਤੇ ਸੇਵਾ ਕਰਨੀ ਆ। ਉੱਥੇ ਦੇ ਮੁਲਾਜ਼ਮ ਮੈਨੂੰ ਫੋਨ ਕਰ ਰਿਹਾ, ਮੈਂ ਜਿੰਨੇ ਗੁਰਦੁਆਰਿਆਂ 'ਚ ਦਰਸ਼ਨ ਕਰਨ ਗਿਆ ਨਾ, ਮੁਲਾਜ਼ਮ ਪਿੱਟ ਰਹੇ ਸੀ, ਕਹਿੰਦੇ ਸਾਡੀਆਂ ਤਨਖਾਹਾਂ ਜਿਹੜੀਆਂ 4-4 ਹਜ਼ਾਰ 6-6 ਹਜ਼ਾਰ ਰੁਪਈਆ ਤਨਖਾਹ, ਕਿੰਨੇ ਸਾਲ ਹੋ ਗਏ ਆ। ਮੈਂ ਕਿਹਾ ਇੰਨੀ ਤਨਖਾਹ ਵਾਲਾ ਤੇ ਸਾਡੇ ਕੋਲ ਮੁਲਾਜ਼ਮ ਹੀ ਕੋਈ ਨਹੀਂ ਆ। ਸਾਡੇ ਗ੍ਰੰਥੀ ਸਿੰਘ ਆ ਜਿਹੜੇ ਇੱਥੇ ਹਰਿਆਣਾ ਕਮੇਟੀ ਦੇ ਪ੍ਰਬੰਧ ਸੇਵਾ ਕਰ ਰਹੇ, ਕੋਈ 15,000, ਕੋਈ 18,000, ਕੋਈ 20,000, ਕੋਈ ਇਦੋਂ ਵੀ ਵੱਧ ਆ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ, ਤੇ ਤੁਸੀਂ 6-6 ਹਜ਼ਾਰ ਦੀਆਂ ਗੱਲਾਂ ਕਰ ਰਹੇ ਆ। ਸੋ ਇਹ ਸਾਰੇ ਪ੍ਰਬੰਧਾਂ ਨੂੰ ਇਹ ਸੁਚੱਜਾ ਕਰਾਂਗੇ। ਮੁਲਾਜ਼ਮ ਵੀ ਜਿਹੜੇ ਆ ਕੰਮ ਕਰ ਰਹੇ, ਉਹਨਾਂ ਮੁਲਾਜ਼ਮਾਂ ਨੂੰ ਰੱਖਿਆ ਜਾਊਗਾ। ਕੋਈ ਖੁਸ਼ੀ ਨਾਲ ਪੰਜਾਬ ਜਾਣਾ ਚਾਹੁੰਦਾ SGPC 'ਚ ਜਾ ਸਕਦਾ, ਬਾਕੀ ਜਿਹੜੇ ਮੁਲਾਜ਼ਮ ਉਹਨਾਂ ਨੂੰ ਵੀ ਇੱਥੇ ਰੱਖ ਕੇ ਉਹਨਾਂ ਦਾ ਵੀ ਜਿਹੜਾ ਹੈਗਾ ਚੰਗੇ ਬਾਰੇ ਸੋਚਿਆ ਜਾਊਗਾ। ਔਰ ਮੈਂ ਤਾਂ ਇਹ ਚਾਹੁੰਦਾ ਕਿ ਜਿਹੜੇ ਚੰਗੇ ਟੈਲੈਂਟਡ ਬੱਚੇ ਹੋਣਗੇ ਉਹਨਾਂ ਨੂੰ ਸਕਾਲਰਸ਼ਿਪ ਦੇ ਵਿਦੇਸ਼ਾਂ 'ਚ ਪੜ੍ਹਾਇਆ ਵੀ ਜਾਵੇ, ਚੰਗੀ ਵਿੱਦਿਆ ਜਿਹੜੀ ਉਹਨਾਂ ਨੂੰ ਬਾਦਲ ਵਾਲੀ ਗੱਲ ਕਰਤੀ ਉਹਨਾਂ ਨੇ ਇਲੈਕਸ਼ਨਾਂ 'ਚ ਕਿਹਾ ਸੀ, ਉਹ ਤਾਂ ਲੋਨ ਕਹਿੰਦੇ, ਉਹ ਤਾਂ ਲੋਨ ਦਿੰਦੇ ਸੀ, ਅਸੀਂ ਸਕਾਲਰਸ਼ਿਪ ਦੇਵਾਂਗੇ। ਹਾਂ, ਅਸੀਂ ਲੋਨ ਨਹੀਂ ਦੇਵਾਂਗੇ, ਉਹ ਤਾਂ ਲੋਨ ਦੀਆਂ ਗੱਲਾਂ ਕਰਦੇ, ਸਕਾਲਰਸ਼ਿਪ ਦੇਵਾਂਗੇ ਵੀ ਚੰਗੇ ਟੈਲੈਂਟਡ ਬੱਚੇ ਜਿਹੜੇ ਵਿਦੇਸ਼ 'ਚ ਪੜ੍ਹ ਕੇ। ਹੁਣ ਜੇ ਸੇਵਾ, ਰਾਗੀ ਸਿੰਘਾਂ ਦੇ ਹਾਲਾਤ ਤੋਂ ਜਾਣੂ ਹੋ ਤੁਸੀਂ? ਬਿਲਕੁਲ, ਤਾਂ ਹੀ ਤਾਂ ਮੈਂ ਪਹਿਲਾਂ ਦੱਸ ਰਿਹਾ ਵੀ ਰਾਗੀ ਸਿੰਘ, ਕਥਾਵਾਚਕ ਤੇ ਮੁਲਾਜ਼ਮ ਗ੍ਰੰਥੀ ਸਿੰਘ ਜਿਹੜੇ ਮੈਨੂੰ ਮਿਲੇ ਆ ਜਦੋਂ ਆ ਗੁਰਦੁਆਰਿਆਂ ਦੇ, ਹੁਣ ਅਸੀਂ ਫੈਸਲਾ ਆਉਣ ਤੋਂ ਬਾਅਦ ਦਰਸ਼ਨਾਂ ਤੇ ਗਏ, ਜਿਹੜੇ SGPC ਦੇ ਪ੍ਰਬੰਧਾਂ 'ਚ ਬੜਾ ਹਾਲ ਪਾ ਰਿਹਾ ਉਹਨਾਂ ਨੇ ਕੀਤਾ, ਬੜੇ ਹਾਲਾਤ ਮਾੜੇ। ਗੁਰੂ ਕਿਰਪਾ ਕਰੇ ਇਹਨਾਂ ਨੂੰ ਸੁਧਾਰਨ ਦਾ ਸਭ ਤੋਂ ਪਹਿਲਾ ਯਤਨ ਸਾਡਾ ਜਿਹੜਾ, ਅਸੀਂ ਫੈਕਟ ਚੈੱਕ ਕਰ ਲੈਣਾ ਕੈਮਰੇ ਲੈ ਕੇ ਜੀ। ਤੁਸੀਂ ਸਾਡਾ ਪਹਿਲਾ 2 ਸਾਲ ਵਾਲਾ ਜ਼ਰੂਰ ਚੈੱਕ ਕਰੋ। ਗੱਲ ਤੁਸੀਂ ਕਰ ਰਹੇ ਹੋ ਮੁੱਕਰੇ ਤੇ ਫਿਰ ਅਸੀਂ ਲੋਕਾਂ ਨੂੰ ਮੇਰਾ 2 ਸਾਲਾਂ ਵਾਲਾ ਚੈੱਕ ਜ਼ਰੂਰ ਕਰੋ। ਮੈਂ ਤੁਹਾਨੂੰ ਦੱਸਦਾ, ਮੈਂ ਪਹਿਲੇ ਸਾਲ 19 ਜਿਹੜੇ ਪੁਆਇੰਟ ਸੀਗੇ, ਜਿਹੜੇ ਮੈਂ ਆਪਣਾ ਰਿਪੋਰਟ ਕਾਰਡ ਜਾਰੀ ਕੀਤਾ ਸੀ, 19 ਸੁਧਾਰ ਕੀਤੇ ਸੀਗੇ। ਉਹਦੇ ਵਿੱਚ ਤੁਸੀਂ ਦੇਖੋ
ਪਹਿਲਾਂ ਵਾਲਾ ਜਿਹੜਾ 2 ਸਾਲ ਦਾ ਪ੍ਰਬੰਧ ਉਹ ਜ਼ਰੂਰ ਜਾ ਕੇ ਦੇਖੋ। ਉਸ ਤੋਂ ਬਾਅਦ ਜਿਹੜਾ ਹੈ ਮੇਰੇ ਨਾਲ ਜਿੰਨੇ ਮੁਲਾਜ਼ਮ ਕੰਮ ਕਰ ਰਹੇ ਆ ਇਸ ਵੇਲੇ ਹਰਿਆਣਾ ਕਮੇਟੀ, ਤੁਸੀਂ ਪੁੱਛ ਕੇ ਦੇਖੋ। ਗੁਰੂ ਘਰਾਂ ਦੀਆਂ ਜਿਹੜੀਆਂ ਸਰਾਵਾਂ ਨੇ ਉੱਥੇ 1200 1500 ਤੱਕ ਹੋਟਲਾਂ ਜਿੰਨੇ ਪੈਸੇ ਲੈਣ ਲੱਗੇ ਹੁਣ। ਪੰਜਾਬ 'ਚ ਵੀ ਇਹ ਹਾਲਾਤ ਹੈ, ਦਿੱਲੀ ਦੇ ਵੀ ਮੈਂ ਦੇਖੇ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ, ਜਿਹੜੀਆਂ ਸਰਾਵਾਂ ਨੇ ਉਹਨਾਂ ਦੇ ਮੇਨਟੇਨੈਂਸ ਵਾਸਤੇ ਜਾਂ ਉਹਨਾਂ ਦੀ ਜਿਹੜੀ ਹੁਣ ਸਾਫ਼ ਸਫਾਈ ਹੈ ਪ੍ਰਬੰਧ ਵਾਸਤੇ ਜੇ ਕੋਈ ਥੋੜੀ ਬਹੁਤੀ ਸੇਵਾ ਲੱਗ ਜੇ ਤਾਂ ਹਰਜ ਨਹੀਂ ਆ, ਪਰ ਇੰਨੀ ਨਹੀਂ, ਜ਼ਿਆਦਾ ਨਹੀਂ ਵੀ ਜਿਵੇਂ ਹੋਟਲ ਦਾ ਕਮਰਾ ਓਨੀ ਭੇਟਾ ਤੁਸੀਂ ਰੱਖ ਦਿਓ, ਨਹੀਂ। ਥੋੜਾ ਜਿਹੜਾ ਬਣਦਾ ਉਹਦੀ ਸਾਫ਼ ਸਫਾਈ ਦਾ, ਉਹਦੀ ਮੇਨਟੇਨੈਂਸ ਦਾ, ਇੰਨੀ ਕੁ ਸੇਵਾ ਜਿਹੜੀ ਮੈਂ ਸਮਝਦਾ ਜਾਇਜ਼ ਆ ਕਿ ਉਹ ਹਰ ਜਿਹੜਾ ਹੈਗਾ ਸੇਵਾਦਾਰ ਅਫੋਰਡ ਕਰ ਸਕਦਾ। ਜਿਹੜਾ ਨਹੀਂ ਕਰ ਸਕਦਾ ਜੇ ਉਹਨੂੰ ਸੇਵਾ 'ਚ ਵੀ ਦਿੱਤੀ ਜਾਵੇ, ਜਿਨ੍ਹਾਂ ਨੇ ਸਿਰਾਂ ਤੇ ਟੋਕਰੀਆਂ ਢੋ ਕੇ ਸਰਾਵਾਂ ਬਣਾਈਆਂ ਨੇ ਤੇ ਜੇ ਉਹਨਾਂ ਨੂੰ ਇੱਕ ਰਾਤ ਕੱਟਣ ਲਈ ਦੇ ਦਿੱਤਾ ਤਾਂ ਮੈਂ ਸਮਝਦਾ ਉਹ ਮਾੜੀ ਗੱਲ ਨਹੀਂ ਹੈ। ਇੱਥੇ ਫੋਨ ਤਾਂ ਨਹੀਂ ਕਰਨੇ ਪਿਆ ਕਰਨਗੇ ਕਿ ਅਸੀਂ ਦਾਦੂਵਾਲ ਸਾਹਿਬ ਨੂੰ ਜਾਣਦੇ ਹਾਂ, ਉਹਨਾਂ ਦੇ ਰਿਸ਼ਤੇਦਾਰਾਂ, ਫੋਨ ਕਰਿਓ ਜੀ, ਕਮਰਾ ਚਾਹੀਦਾ ਸੀਗਾ। ਇਹ ਪਹਿਲਾਂ ਸੀ ਸਾਰਾ ਕੁਝ, ਹੁਣ ਇਹ ਸਾਰਾ ਕੁਝ ਬਦਲੂ। ਅਸੀਂ ਤਾਂ ਸਗੋਂ ਹਰਿਆਣੇ ਦੀ ਇੱਕ ਸਰਾਂ ਵੀ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ ਦੇ ਨੇੜੇ, ਜਿਵੇਂ ਦਿੱਲੀ ਕਮੇਟੀ ਨੇ ਖੋਲੀ ਹੈ ਕਿ ਸਰਾਂ, ਸਾਡੇ ਹਰਿਆਣੇ ਦੀਆਂ ਸੰਗਤਾਂ ਬੜੀਆਂ ਖੱਜਲ ਖਰਾਬ ਹੁੰਦੀਆਂ ਨੇ ਜਾ ਕੇ ਦਰਬਾਰ ਸਾਹਿਬ ਜਦੋਂ ਦਰਸ਼ਨਾਂ ਲਈ ਜਾਂਦੀਆਂ ਨੇ ਨਾ, ਤਾਂ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ। ਜੇ ਮੈਂਬਰਾਂ ਦੇ ਫੋਨ ਹੋ ਜਾਣ ਜਾਂ ਕਿਤੇ ਫੇਰ ਮਿਲਦਾ ਤਾਂ ਅਸੀਂ ਚਾਹੁੰਦੇ ਇੱਕ ਵੱਡੀ ਸਰਾਂ ਵੀ ਸਗੋਂ ਉੱਥੇ ਸਾਡਾ ਜਿਹੜਾ ਬਜਟ ਜਿਹੜਾ ਸਾਡਾ ਅਫੋਰਡ ਕਰੇ ਤੇ ਅਸੀਂ ਉੱਥੇ ਸਰਾਂ ਵੀ ਬਣਾਈਏ। ਬਹੁਤ ਸਾਰੇ ਸੇਵਾਦਾਰ ਸੇਵਾ ਕਰਨ ਨੂੰ ਤਿਆਰ ਨੇ, ਦੇਸ਼ ਵਿਦੇਸ਼ ਮੇਰੇ ਸੰਪਰਕ ਚ ਗੱਲ ਹੈ। ਦਾਦੂਵਾਲ ਸਾਹਿਬ ਦੇ ਦਿਓ ਕਾਲ, ਤੁਸੀਂ ਅੱਜ ਇੱਥੋਂ ਦੇ ਦਿਓ ਕਾਲ। ਮੇਰੇ ਹਿਸਾਬ ਨਾਲ ਜੇ ਅੱਜ ਤੁਸੀਂ ਕਾਲ ਦਿੰਦੇ ਹੋ ਤੇ ਸਵੇਰੇ ਹਰਿਆਣੇ ਦੀ ਸੰਗਤ ਆ ਕੇ ਖੜੀ ਹੋ ਜਾਊਗੀ ਕਿ ਦੱਸੋ ਥਾਂ ਕਿੱਥੇ ਲੈਣਾ ਹੈ, ਕਿੰਨਾ ਕਰੋੜ ਰੁਪਈਆ ਚਾਹੀਦਾ, ਸਵੇਰੇ ਸੰਗਤ ਦੇ ਦਿਓ। ਮੈਂ ਸਮਝਦਾ ਕਿ ਅਸੀਂ ਕਾਨੂੰਨੀ ਤੌਰ ਤੇ ਸਾਰੀ ਸੇਵਾ ਸੰਭਾਲ ਕਰ ਲਈਏ, ਸੇਵਾ ਸੰਭਾਲ ਸਾਰੀ ਲੈ ਕੇ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਜਾਵਾਂਗੇ, ਗੁਰੂ ਦਾ ਸ਼ੁਕਰਾਨਾ ਕਰਨ ਜਾਵਾਂਗੇ। ਇੱਕ ਸਮਾਗਮ ਅਸੀਂ ਗੁਰਦੁਆਰਾ ਨਾਢਾ ਸਾਹਿਬ ਮੁੱਖ ਮੰਤਰੀ ਹਰਿਆਣਾ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਦੇ ਸ਼ੁਕਰਾਨੇ ਦਾ ਰੱਖਿਆ ਹੋਇਆ, ਉਹਨਾਂ ਵੱਲੋਂ ਕਿ ਮੈਂ ਵੀ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਹਰਿਆਣੇ ਦੇ ਸਿੱਖਾਂ ਨੂੰ ਹੱਕ ਮਿਲਿਆ। ਤਾਂ ਉਹਦਾ 9 ਤਰੀਕ ਨੂੰ ਭੋਗ ਹੈ, ਇਸ 9 ਤਰੀਕ ਨੂੰ 9 ਅਕਤੂਬਰ ਨੂੰ ਗੁਰਦੁਆਰਾ ਨਾਢਾ ਸਾਹਿਬ ਉੱਥੇ ਇੱਕ ਸਮਾਗਮ ਹੋਣਾ। ਪਰ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ, ਪੂਰੀ ਸੇਵਾ ਸੰਭਾਲ ਕਰਕੇ ਫਿਰ ਇੱਕ ਵੱਡਾ ਫੰਕਸ਼ਨ ਕਰਨਾ, ਉਹਦੇ ਤੇ ਅਸੀਂ ਸੰਗਤਾਂ ਨੂੰ ਸੱਦਾ। ਮੇਰਾ ਤੇ ਇਹ ਵੀ ਵਿਜ਼ਨ ਹੈ ਕਿ ਅਸੀਂ ਵਿਦੇਸ਼ਾਂ ਦੀਆਂ ਸੰਗਤਾਂ, ਦੂਜੀਆਂ ਸਟੇਟਾਂ ਦੀਆਂ ਵੀ, ਵਿਦੇਸ਼ਾਂ ਵਿੱਚੋਂ ਵੀ ਸਲਾਹਕਾਰ ਬੋਰਡ ਬਣਾਵਾਂਗੇ, ਨੁਮਾਇੰਦੇ ਲਾਂਘ, ਉਹਨਾਂ ਦੀ ਸਲਾਹ ਲਈ ਜਾਊ, ਸਹਿਯੋਗ ਲਿਆ ਜਾਊਗਾ ਕਿ ਜਿਹੜੀਆਂ ਰੁਕਾਵਟਾਂ ਆਈਆਂ, ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਰਹੇ ਹਾਂ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਪੂਰਾ ਤਾਣ ਲਾ ਦਿਆਂਗੇ, ਕੋਈ ਕਸਰ ਨਹੀਂ ਛੱਡਦੇ। ਗੁਰੂ ਕਿਰਪਾ ਕਰੇ ਸਾਨੂੰ ਮੌਕਾ ਮਿਲੇ, ਜਿਹੜਾ ਮੌਕਾ ਮਿਲਿਆ ਸਾਨੂੰ ਅਸੀਂ ਪੂਰਾ ਤਾਣ ਲਾ ਦਿਆਂਗੇ ਇਸ ਗੱਲ ਦੇ ਉੱਤੇ ਕਿ ਅਸੀਂ ਕੁਛ ਕਰਕੇ ਦਿਖਾਵਾਂਗੇ, ਜਿਹਦੇ ਨਾਲ ਅਸੀਂ ਪੰਜਾਬ 'ਚ ਵੀ ਜਾ ਕੇ ਆਖਾਂਗੇ ਕਿ ਭਾਈ ਆਹ ਅਸੀਂ ਪ੍ਰਬੰਧ ਸੁਧਾਰ ਲਿਆ, ਆਹ ਕੁਛ ਇੱਥੇ ਨਹੀਂ ਕਰ ਸਕੇ, ਜਿਹਦੇ ਕਰਕੇ ਸਾਡਾ ਇਹਨਾਂ ਨਾਲ ਵਿਰੋਧ ਸੀ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਧੰਨਵਾਦ ਜੀ ਤੁਹਾਡਾ, ਤੁਸੀਂ ਸਮੁੱਚੀ ਟੀਮ ਦੇ ਨਾਲ ਆਇਓ। ਜੀ ਆਇਆਂ ਨੂੰ, ਭੁੱਲਾਂ ਚੁੱਕਾਂ ਦੀ ਖਿਮਾ ਤੁਹਾਨੂੰ ਤੇ ਸਾਰੀਆਂ ਸੰਗਤਾਂ ਨੂੰ ਸਤਿਕਾਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।